ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਅਸੀਂ ਹਾਜ਼ਰ ਹਾਂ ਆਪਣੇ ਟੋਰਾਂਟੋ ਵਾਲੇ ਸਟੂਡੀਓ 'ਚ। ਇੱਥੇ ਰਾਤ ਦੇ 9 ਵਜੇ ਆ। ਤੁਸੀਂ ਇਸ ਵਕਤ ਜਿਸ ਧਰਤੀ ਤੇ ਬੈਠੇ ਦੇਖਦੇ ਹੋਵੋਗੇ, ਜ਼ਰੂਰ ਘੜੀ ਤੇ ਨਿਗਾਹ ਮਾਰੋਗੇ ਤੇ ਉਹੀ ਟਾਈਮ ਹੋਇਆ ਜਿਸ ਟਾਈਮ ਤੇ ਅਸੀਂ ਆਪ ਜੀ ਦੇ ਨਾਲ ਮੁਲਾਕਾਤ ਕਰਦੇ ਹਾਂ। ਚੈਨਲ ਉਹੀ ਪ੍ਰਾਈਮ ਏਸ਼ੀਆ ਟੀਵੀ ਤੇ ਨਾਲ ਵਾਲਾ ਬੰਦਾ ਵੀ ਉਹੀ ਵੀਰ ਪਰਮਵੀਰ ਬਾਟ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਟ ਸਾਹਿਬ। ਫਿਰ ਹੋਰ ਸਿਹਤਾਂ? ਹੋਰ ਠੀਕ ਹੈ ਜੀ, ਵਧੀਆ। ਇੱਥੇ ਹੁਣ ਜਦੋਂ ਹਨੇਰਾ ਜਿਹਾ ਹੋ ਜਾਂਦਾ ਤਾਂ ਫਿਰ ਬੰਦਾ ਕਹਿੰਦਾ ਕਿ ਭਾਈ ਹੁਣ ਪ੍ਰਾਈਮ ਫੋਕਸ ਮੁਕਾ ਕੇ ਤਾਂ ਥੋੜਾ ਜਿਹਾ ਲੱਕ ਸਿੱਧਾ ਕਰੀਏ, ਸਮੀਏ। ਨਹੀਂ ਇਦਾਂ ਕਹਿੰਦਾ ਰੋਟੀ ਖਾਣੀ ਨਹੀਂ, ਰੋਟੀ ਖਾਣੀ ਆ। ਇਦਾਂ ਤੁਸੀਂ ਕਹਿਣਾ ਮੁੜ ਕੇ ਸੈਰ ਵੀ ਕਰਨੀ, ਫਿਰ ਰੋਟੀ ਖਾਣੀ ਆ। ਨਹੀਂ, ਰੋਟੀ ਖਾਣੀ ਆ, ਮੁੜ ਕੇ ਦੁੱਧ ਦਾ ਗਲਾਸ ਪੀਣਾ। ਆਹਾ, ਤੁਸੀਂ ਦੇਖੋ ਇੱਥੇ ਆ ਕੇ ਆਪਾਂ ਨੂੰ ਗੁੜ ਮਿਲਿਆ ਤੇ ਗੁੜ ਦੀ ਡਲੀ ਨਾਲ ਹੋਵੇ, ਫਿੱਕਾ ਦੁੱਧ ਹੋਵੇ। ਹੁਣ ਗੁੜ ਦੇ ਨਾਲ ਦੁੱਧ ਪੀਣ ਦਾ ਸਵਾਦ ਹੀ ਵੱਖਰਾ। ਇਹ ਅੱਜ ਤੱਕ ਫਾਰਮੂਲਾ ਸਮਝ ਨਹੀਂ ਆਇਆ ਕਿ ਉਹਨੂੰ ਥੋੜਾ ਜਿਹਾ ਭੰਨ ਕੇ ਮੂੰਹ 'ਚ ਪਾ ਕੇ ਉਹਨੂੰ ਵੀ ਚੱਬਣਾ ਜਾਂ ਗੁੜ ਦੇ ਨਾਲ ਲੱਗ ਕੇ ਅੰਦਰ ਨੂੰ ਜਾਣਾ। ਹਿਸਾਬ ਕਿਤਾਬ ਦੱਸੋ ਕਿੱਦਾਂ ਹੁੰਦਾ? ਦੇਖੋ, ਮੈਂ ਤੇ ਕੱਲ ਦਾ ਇਸ ਗੱਲੋਂ ਥੋੜਾ ਜਿਹਾ ਹੈਰਾਨ ਆ ਵੀ ਆਪਾਂ ਤੇ ਹੁਣ ਤੱਕ ਗੁੜ ਦੇ ਨਾਲ ਦੁੱਧ ਹੀ ਪੀਤਾ ਤੇ ਸਾਡੇ CEO ਸਾਹਿਬ ਨੇ ਕੱਲ ਗੁੜ ਨਾਲ ਆਈਸਕ੍ਰੀਮ ਹੀ ਖਾ ਲਈ। ਹੁਣ ਇਹ ਜੇ ਤੁਸੀਂ ਕਦੀ ਖਾਧੀ ਹੋਵੇ ਤੁਸੀਂ ਟਿੱਪਣੀ ਜ਼ਰੂਰ ਕਰਿਓ। ਉਹ ਕਹਿੰਦੇ ਆਨੰਦ ਹੀ ਬੜਾ। ਹੁਣ ਆਪਾਂ ਤੇ ਤਜਰਬਾ ਕੀਤਾ ਨੇ, ਵੀ ਇੱਕ ਤਾਂ ਆਈਸਕ੍ਰੀਮ ਮਿੱਠੀ, ਉੱਤੋਂ ਗੁੜ ਮਿੱਠਾ ਹੈ ਨਾ, ਇੰਨਾ ਮਿੱਠਾ। ਨਹੀਂ ਦੇਖੋ, ਉਹ ਤਾਂ ਆਪੋ ਆਪਣਾ ਹਿਸਾਬ ਕਿਤਾਬ ਆ ਨਾ। ਹੁਣ ਗੁੜ ਵਾਲੇ ਚੌਲ ਕਈਆਂ ਨੂੰ ਵਧੀਆ ਲੱਗਦੇ ਆ, ਹਾਲਾਂਕਿ ਜੁੜੇ ਜਿਹਾ ਹੁੰਦੇ ਆ, ਚਮਚੇ ਦੋ ਲੈ ਕੇ ਖੋਲਣੇ ਪੈਂਦੇ ਇੱਕ ਦੂਜੇ ਦੇ ਨਾਲੋਂ। ਪਰ ਕਈਆਂ ਨੂੰ ਫਿਰ ਚੌਲ ਜਿਹੜੇ ਨਮਕੀਨ ਵਾਲੇ ਵਧੀਆ ਲੱਗਦੇ, ਉਹਨਾਂ ਨੂੰ ਗੁੜ ਵਾਲੇ ਆਈਸਕ੍ਰੀਮ ਹੋ ਸਕਦਾ ਕਿ ਕੋਈ ਰੈਸਟੋਰੈਂਟ ਵਾਲਾ ਅੱਜ ਸਾਡੀ ਗੱਲ ਸੁਣ ਕੇ ਤੇ ਅਗਲੀ ਵਾਰੀ ਮੈਨੂ ਦੇ ਵਿੱਚ ਉਹ ਵੀ ਪਾ ਦੇਵੇ ਗੁੜ ਵਾਲੀ ਆਈਸਕ੍ਰੀਮ ਮਿਲਦੀ ਹੈ ਜੀ। ਹੋ ਸਕਦਾ, ਬਿਲਕੁਲ ਕੁਝ ਵੀ ਹੋ ਸਕਦਾ। ਪਰ ਅੱਛਾ, ਅਜੇ ਵੀ ਪਰ ਲੋੜ ਜਿਹੜੀ ਆ ਨਾ, ਉਹ ਲੋੜ ਪੂਰੀ ਹੋਣੀ ਬਹੁਤ ਜ਼ਰੂਰੀ ਹੈ। ਕਈਆਂ ਨੂੰ ਕੋਵਿਡ ਹੋਇਆ, ਰੋਟੀ ਦੀ ਲੋੜ ਸੀ ਘਰੇ, ਕਈਆਂ ਨੂੰ ਦਵਾਈ ਦੀ ਲੋੜ ਸੀ, ਕਈਆਂ ਨੂੰ ਆਕਸੀਜਨ ਦੀ ਲੋੜ ਸੀ। ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ DAP ਖਾਦ ਦੀ ਬਹੁਤ ਲੋੜ ਪੈਣੀ ਹੈ। ਪਰ ਉਧਰ ਹਰਿਆਣੇ ਦੇ ਵਿੱਚ ਇੱਕ ਜੇਲ੍ਹ ਹੈ ਰੋਹਤਕ ਦੇ ਨੇੜੇ, ਜੇਲ੍ਹ ਸੁਨਾਰੀਆ, ਉੱਥੇ ਇੱਕ ਬੰਦਾ ਬੰਦ ਹੈ। ਉਹ ਜਿਹੜਾ ਬੰਦਾ ਬੰਦ ਹੈ, ਉਹਨੇ ਕਿਹਾ ਮੇਰੇ ਮਨੁੱਖੀ ਅਧਿਕਾਰਾਂ ਦਾ ਘਾਣ ਹੀ ਹੋ ਗਿਆ। ਯਾਨੀ ਭਾਰਤ ਦੇ ਵਿੱਚ ਬਹੁਤ ਸਾਰੇ ਕੇਸ ਹੋਣਗੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲੇ, ਬਹੁਤ ਜ਼ਿਆਦਾ। ਇੱਕ ਐਸਾ ਨਵੇਕਲਾ ਕੇਸ ਆਇਆ, ਸ਼ਾਇਦ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਆਇਆ ਹੋਊਗਾ। ਬੰਦੇ ਦਾ ਨਾਮ ਹੈ ਗੁਰਮੀਤ ਰਾਮ ਰਹੀਮ ਤੇ ਉਹਨੇ ਬੇਨਤੀ ਕੀਤੀ ਪਹਿਲਾਂ ਤਾਂ ਜੇਲ੍ਹ ਪ੍ਰਸ਼ਾਸਨ ਨੂੰ, ਕਹਿੰਦਾ ਇਹ ਦਾੜੀ ਰੰਗਣੀ ਆ, ਮੈਨੂੰ ਰੰਗ ਦਿਓ। ਪੂਰਾ ਨਾਂ ਲਓ। ਗੁਰਮੀਤ ਰਾਮ ਰਹੀਮ। ਅੱਗੇ ਵੀ ਹੈਗਾ, ਅੱਗੇ ਨਹੀਂ ਪਤਾ। ਇਨਸਾਨ। ਹਾਂ, ਹੁਣ ਉਹ ਬੰਦੇ ਨੇ ਪਹਿਲਾਂ ਜੇਲ੍ਹ ਪ੍ਰਸ਼ਾਸਨ ਨੂੰ ਬੇਨਤੀ ਕਿਤੇ ਕੀਤੀ ਕਿ ਦੇਖੋ ਜੀ ਦਾੜੀ ਚਿੱਟੀ ਹੈ, ਹੋ ਗਈ ਹੈ, ਅਸਲੀ ਰੰਗ ਆ ਗਿਆ ਹੈ ਬਾਹਰ। ਕਿਉਂਕਿ ਜਦੋਂ ਤਾਂ ਡੇਰੇ ਦੇ ਵਿੱਚ ਹੁੰਦਾ ਸੀ, ਉਹ ਤਾਂ ਤਰ੍ਹਾਂ ਤਰ੍ਹਾਂ ਦੇ ਰੰਗ ਉੱਥੇ ਹੁੰਦੇ ਸੀ। ਉਹਦੇ ਕੋਲੇ ਦਾੜੀ ਰੰਗ ਲੈਂਦਾ ਸੀ, ਕਾਲੀ ਕਰ ਲੈਂਦਾ ਸੀ। ਹੁਣ ਕਹਿੰਦਾ ਜੇਲ੍ਹ ਦੇ ਅੰਦਰ ਜਿਹੜਾ ਸ਼ੀਸ਼ਾ ਲੱਗਾ ਤੇ ਵਿਚਾਲਿਓਂ ਤੜਕਿਆ, ਜਦੋਂ ਮੈਂ ਉਹਦੇ ਵਿੱਚ ਮੂੰਹ ਵੇਖਦਾ ਤਾਂ ਚਿੱਟੀ ਦਾੜੀ ਮੈਨੂੰ ਚੰਗੀ ਨਹੀਂ ਲੱਗਦੀ, ਮੈਨੂੰ ਐਂ ਲੱਗਦਾ ਕਿ ਜਵਾਨੀ ਗਈ। ਹੁਣ ਗੁਰਮੀਤ ਰਾਮ ਰਹੀਮ ਨੇ ਜਦੋਂ ਜੇਲ੍ਹ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜੀ ਮੈਨੂੰ ਦਿਓ ਫਿਰ ਰੰਗ ਮਾੜਾ ਜਿਹਾ, ਅਗਲੇ ਨੇ ਮਨਾ ਕਰਤਾ, ਕਹਿੰਦੇ ਨਹੀਂ ਅਸੀਂ ਨਹੀਂ ਦੇ ਸਕਦੇ ਜੇਲ੍ਹ ਰੰਗ। ਹੁਣ ਉਹਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੋਣੀ ਆ, ਉਹਦਾ ਹਿਰਦਾ ਵਲੂੰਦਰਿਆ ਗਿਆ ਹੋਣਾ, ਕਿਉਂਕਿ ਕੰਮ ਬਹੁਤ ਸੁਨੱਖੇ ਕੀਤੇ ਨਾ ਉਹਨੇ ਚੱਜ ਦੇ। ਫਿਰ ਉੱਥੇ ਜੇਲ੍ਹ ਦੇ ਵਿੱਚ ਕਿਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਸਾਹਿਬ ਆ ਗਿਆ ਦੌਰਾ ਕਰਨ ਕਿ ਕੀ ਜੇਲ੍ਹ ਦੇ ਵਿੱਚ ਰੋਟੀ ਠੀਕ ਮਿਲਦੀ ਹੈ, ਸਾਫ਼ ਸਫਾਈ ਠੀਕ ਹੈ, ਜਿਹੜੇ ਕੈਦੀ ਨੇ ਉਹ ਵੀ ਬੰਦੇ ਹੀ ਨੇ, ਉਹਨਾਂ ਦੇ ਨਾਲ ਵਿਵਹਾਰ ਠੀਕ ਕੀਤਾ ਜਾ ਰਿਹਾ। ਤੇ ਮੋਹਰਿਓਂ ਗੁਰਮੀਤ ਰਾਮ ਰਹੀਮ ਨੇ ਖਿੱਚ ਕੇ ਸਲੂਟ ਫੇ ਮਾਰਿਆ ਹੋਣਾ। ਉਹਨਾਂ ਦੇ ਅੱਗੇ ਬੇਨਤੀ ਕੀਤੀ ਜੀ ਮੇਰੇ ਮਨੁੱਖੀ ਅਧਿਕਾਰਾਂ ਨੂੰ ਬਚਾਓ, ਮੇਰੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ, ਮੈਨੂੰ ਦਾੜੀ ਰੰਗਣ ਦੀ ਆਗਿਆ ਨਹੀਂ ਦੇ ਰਿਹਾ, ਮੈਨੂੰ ਰੰਗ ਨਹੀਂ ਪ੍ਰੋਵਾਈਡ ਕਰਾ ਰਿਹਾ। ਹੁਣ ਫੈਸਲਾ ਜੀ ਉਹਨਾਂ ਨੇ ਕਰਨਾ ਹੈ। ਦੇਖੋ, ਇਹ ਹੋ ਸਕਦਾ ਵੀ ਜੇ ਆਪਾਂ ਇਹਨੂੰ ਓਪਰੀ ਨਜ਼ਰੇ ਵੇਖੀਏ ਤੇ ਜਿੱਦਾਂ ਰੂਟੀਨ ਦੀ ਕਾਰਵਾਈ ਲੱਗਦੀ ਹੈ ਵੀ ਆਮ ਤੌਰ ਤੇ ਜੇਲ੍ਹਾਂ ਦੇ ਦੌਰੇ ਹੁੰਦੇ ਆ, ਅਧਿਕਾਰੀ ਜਾਂਦੇ ਆ, ਉਹ ਪੁੱਛਦੇ ਗਿੱਛਦੇ ਆ, ਕੋਈ 2-4 ਸ਼ਿਕਾਇਤਾਂ ਆਉਂਦੀਆਂ, 2-4 ਉਹ ਜੇਲਰ ਸਾਹਿਬ ਨੂੰ ਕਹਿ ਜਾਂਦੇ ਵੀ ਯਾਰ ਆਹ ਠੀਕ ਕਰੋ, ਠੀਕ ਕਰੋ। ਅੱਗੋਂ ਉਹ ਕਹਿੰਦੇ ਵੀ ਹਾਂਜੀ ਕਰ ਦਿਆਂਗੇ ਜੀ। ਪਰ ਮੈਨੂੰ ਇਹ ਇਦਾਂ ਜਾਪਦੀ ਹੈ ਗੱਲ ਵੀ ਜੇ ਆਪਾਂ ਉਹ ਬਾਬੇ ਦੀ ਗੱਲ ਕਰੀਏ ਤੇ ਉਹ ਕਿਹੜਾ ਅੱਜ ਦਾ ਅੰਦਰ ਹੈ। ਇਹ ਵੀ ਗੱਲ ਹੈ ਨਹੀਂ ਕਿ ਉਹਨੂੰ ਕਿਤੇ ਹੋਣੇ, ਜੇ ਉਹਨਾਂ ਨੇ ਪਰਸੋਂ ਚੌਥ ਦੀ ਡੱਬੀ ਖੋਈ ਉਹਦੇ ਕੋਲੋਂ ਵੀ ਪਹਿਲਾਂ ਮਿਲਦੀ ਹੋਵੇ, ਹੈਨਾ। ਹੁਣ ਜੇ ਇੰਨੇ ਸਾਲ ਲੰਘ ਗਏ, ਇੰਨੇ ਸਾਲ ਨਾ ਤੇ ਸ਼ੀਸ਼ੇ ਨੂੰ ਕੋਈ ਮੁਸ਼ਕਲ ਆਈ ਤੇ ਨਾ ਸ਼ੀਸ਼ੇ ਨੇ ਜਦੋਂ ਸੱਚ ਦੱਸਿਆ ਉਦੋਂ ਕੋਈ ਮੁਸ਼ਕਲ ਆਈ। ਅਚਾਨਕ ਜਦੋਂ ਬੰਦੇ ਦੇ ਅੰਦਰ ਦੁਬਾਰਾ ਇੱਕ ਵਾਰ ਫਿਰ ਉਹੀ ਕੁਛ ਜਾਗਦਾ ਨਾ ਵੀ ਆਏ ਕਾਲੀ ਸਿਆਹ ਹੋਵੇ, ਕਦੀ ਮੈਨੂੰ ਕੁੰਡੀ ਕਰ ਲਾਂ, ਕਦੀ ਉਹਨੂੰ ਮੈਂ ਬੰਨ ਲਾਂ, ਕਦੀ ਉਹਨੂੰ ਮੈਂ ਘੁਮਾ ਲਾਂ, ਕੁੰਡਲ ਪਵਾ ਲਾਂ, ਕਦੀ ਛੱਲੇ ਪਵਾ ਲਾਂ, ਹੈ। ਇਹਦਾ ਮਤਲਬ ਇਹ ਵੀ ਹੋ ਸਕਦਾ ਵੀ ਕਿਤੇ ਨਾ ਕਿਤੇ ਆਸ ਜਾਗਦੀ ਆ ਵੀ ਕੋਈ ਨਹੀਂ ਹੁਣ ਤੇ ਛੇਤੀ ਬਾਹਰ ਚਲੇ ਜਾਣਾ। ਤੇ ਜਦੋਂ ਬਾਹਰ ਜਾਵਾਂਗੇ ਤੇ ਇਹ ਨਾ ਹੋਵੇ ਕਿ ਦਰਸ਼ਨ ਜਦੋਂ ਲੋਕੀ ਕਰਨ ਤੇ ਉਹ ਪਹਿਲਾਂ ਦੇ ਹਿਸਾਬ ਦੀ ਫੋਟੋ ਬਣਾ ਕੇ ਬੈਠੇ ਹੋਣ ਮਨ ਦੇ ਵਿੱਚ, ਤੇ ਮੈਂ ਜਦੋਂ ਅੰਦਰੋਂ ਨਿਕਲਾਂ ਤੇ ਫੋਟੋ ਬਦਲੀ ਹੋਵੇ। ਇਸ ਕਰਕੇ ਕਿਉਂ ਨਾ ਰੂਪ ਉਸੇ ਤਰ੍ਹਾਂ ਦਾ ਬਣਾਇਆ ਜਾਵੇ ਤੇ ਇਸ ਕਰਕੇ ਰੂਪ ਸੱਜਾ ਦਾ ਜਿਹੜਾ ਸਮਾਨ ਆ ਉਹ ਮੰਗਵਾ ਲਿਆ ਜਾ। ਮਤਲਬ ਮੈਨੂੰ ਇਹ ਇਦਾਂ ਵੀ ਜਾਪਦੀ ਹੈਗਾ, ਇਹਦੇ ਚ ਸੱਚਾਈ ਹੋਵੇ ਨਾ ਹੋਵੇ,
ਇਹ ਨਹੀਂ ਆਪਾਂ ਕਹਿ ਸਕਦੇ, ਪਰ ਜਾਪਦੀ ਹੈ। ਤੁਸੀਂ ਇਹ ਦੇਖੋ ਕਿ ਗੁਰਮੀਤ ਰਾਮ ਰਹੀਮ ਨੂੰ ਜਦੋਂ 2 ਸਾਧਵੀਆਂ ਦੇ ਨਾਲ ਧੱਕਾ ਕਰਨ ਦੇ ਦੋਸ਼ ਦੇ ਵਿੱਚ ਸਜ਼ਾ ਹੋਈ, ਫਿਰ ਇੱਕ ਕਤਲ ਦੇ ਦੋਸ਼ ਦੇ ਵਿੱਚ ਸਜ਼ਾ ਹੋਈ, ਸ਼ਾਇਦ ਜਦੋਂ ਸਾਰਾ ਕੰਮ ਗਲਤ ਮਲਤ ਜਿਹਾ ਕਰਦਾ ਹੋਣਾ ਉਦੋਂ ਮਨੁੱਖੀ ਅਧਿਕਾਰ ਇਸ ਬੰਦੇ ਨੂੰ ਚੇਤੇ ਨਹੀਂ ਆਏ ਹੋਣੇ। ਹੁਣ ਜਦੋਂ ਆਪਦੀ ਦਾੜੀ ਦਾ ਰੰਗ ਬਦਲ ਗਿਆ ਤਾਂ ਮਨੁੱਖੀ ਅਧਿਕਾਰ ਚੇਤੇ ਆ ਗਏ। ਦੂਸਰਾ, ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਮਨੁੱਖੀ ਅਧਿਕਾਰ ਕਮਿਸ਼ਨ ਭਾਵੇਂ ਸੂਬੇ ਦਾ ਤੇ ਭਾਵੇਂ ਕੌਮੀ ਪੱਧਰ ਦਾ, ਉਹਨਾਂ ਦੇ ਕੋਲੇ ਕਿਹੜੀ ਫਰਿਆਦ ਕਿਹੜੇ ਦਿਨ ਆਈ ਤੇ ਉਹਦੇ ਉੱਤੇ ਨਤੀਜਾ ਕਦੋਂ ਕੱਢਿਆ ਗਿਆ, ਫੈਸਲਾ ਕਦੋਂ ਲਿਆ ਗਿਆ, ਉਹ ਵੀ ਦੇਖਣ ਵਾਲੀ ਗੱਲ ਹੋਏਗੀ। ਹੋ ਸਕਦਾ ਕਿਸੇ ਫਰਿਆਦ ਆਈ ਨੂੰ ਕਈ ਮਹੀਨੇ ਹੋ ਗਏ ਹੁਣ, ਜੇ ਇਹਦੀ ਫਰਿਆਦ ਦੇ ਉੱਤੇ ਹਫ਼ਤਿਆਂ ਜਾਂ ਦਿਨਾਂ 'ਚ ਫੈਸਲਾ ਹੁੰਦਾ ਫਿਰ ਵੀ ਆਪਣੇ ਆਪ ਦੇ ਵਿੱਚ ਮਸਲਾ ਹੈ। ਮੈਂ ਸੋਚ ਰਿਹਾ ਸੀ ਕਿ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਆਏ ਹੋਣਗੇ। ਹੁਣ ਅਗਲਿਆਂ ਨੇ ਤਾਂ ਗੁਰਮੀਤ ਰਾਮ ਰਹੀਮ ਦੀ ਫੋਟੋ ਟੀਵੀ ਦੇ ਵਿੱਚ ਜਾਂ ਅਖਬਾਰ ਤੇ ਦੇਖੀ ਹੋਣੀ ਹੈ, ਉਹਨਾਂ ਦੇ ਲਈ ਤਾਂ ਉਦਾਂ ਦੇ ਕੈਦੀ ਨੰਬਰ 708, 525 ਜਾਂ 676 ਹੀ ਹੋਣਾ। ਹੁਣ ਉੱਥੇ ਅਚਾਨਕ ਇੱਕ ਬੰਦਾ ਚਿੱਟੀ ਦਾੜੀ ਵਾਲਾ ਉੱਥੇ ਕਹਿੰਦਾ ਹੋਊਗਾ ਜੀ ਮੇਰੀ ਦਾੜੀ ਰੰਗਣ ਦੇ, ਉਹ ਕਹਿੰਦੇ ਹੋਣਗੇ ਕੌਣ ਨੇ ਜੀ ਇਹ ਅੰਕਲ ਜੀ, ਕੌਣ ਨੇ ਬਜ਼ੁਰਗ, ਕੌਣ ਨੇ, ਕੀ ਗੱਲ ਹੈ। ਜਦੋਂ ਉਹ ਕਹਿੰਦੇ ਹੋਣੇ ਕਿ ਗੁਰਮੀਤ ਰਾਮ ਰਹੀਮ, ਇੱਕਦਮ ਮੰਚ ਕੇ ਆਇਆ ਹੋਊਗਾ ਉਹੀ ਜਿਹੜੇ ਗਾਣੇ ਗਾਉਂਦੇ ਹੁੰਦੇ ਸੀ, ਜਿਹੜੇ ਪਲਸੇਟੇ ਜਾਂ ਮਾਰਦੇ ਹੁੰਦੇ ਸੀ, ਛਾਲਾਂ ਮਾਰਦੇ ਹੁੰਦੇ ਸੀ, ਕਈ ਕੁਛ ਚਲਾਉਂਦੇ ਹੁੰਦੇ ਸੀ ਐਸਾ ਜਿਹੜਾ ਆਮ ਲੋਕਾਂ ਨੇ ਉਹ ਵਾਹਨ ਦੇਖੇ ਵੀ ਨਹੀਂ ਹੁੰਦੇ। ਜਦੋਂ ਫਿਲਮ ਦੇ ਵਿੱਚ ਹੀਰੋ ਦੇ ਤੌਰ ਦੇ ਉੱਤੇ 16 17 ਬੰਦਿਆਂ ਨੂੰ ਐਂ ਘਮਾਉਂਦੇ ਸੀ। ਮੈਨੂੰ ਹੋਰ ਤਾਂ ਕੁਛ ਨਹੀਂ ਪਤਾ, ਜਿਹੜੇ ਬੰਦੇ ਅਜੇ ਵੀ ਗੁਰਮੀਤ ਰਾਮ ਰਹੀਮ ਨੂੰ ਕਹਿੰਦੇ ਕਿ ਭਾਈ ਇਹਦੇ ਤੋਂ ਬਿਨਾਂ ਦੁਨੀਆ ਤੇ ਹੈ ਹੀ ਕੁਛ ਨਹੀਂ, ਤਾਂ ਜਿਹੜੇ ਉਦੋਂ ਕਹਿੰਦੇ ਸੀ ਕਿ ਚਾਈਨਾ ਨੇ ਤਾਂ ਇੰਡੀਆ ਦੇ ਨਾਲ ਆਹ ਕਰ ਦੇਣਾ ਸੀ, ਸਾਡੇ ਬਾਬੇ ਨੇ ਆਪਣੇ ਸਿਰ ਉੱਤੇ ਲੈ ਲਈ, ਮੈਂ ਕਹਿੰਦਾ ਜੇ ਉਹ ਏਡਾ ਹੀ ਬੰਦਾ ਕਰਾਮਾਤੀ ਹੈ, ਆਪਦੀ ਦਾੜੀ ਜਿਹੜੀ ਹੈ ਚਿੱਟੀਓਂ ਕਾਲੀ ਨਹੀਂ ਕਰ ਸਕਦਾ, ਤੇ ਜੇ ਉਹ ਦਾੜੀ ਚਿੱਟੀਓਂ ਕਾਲੀ ਨਹੀਂ ਕਰ ਸਕਦਾ ਆਪਣੀ ਕਰਾਮਾਤ ਦੇ ਨਾਲ, ਫਿਰ ਬਾਕੀ ਦੁਨੀਆ ਦੇ ਦੁੱਖ ਤਾਂ ਉਹਨੇ ਪੱਕੇ ਹੀ ਤੋੜ ਦਿੱਤੇ ਹੋਣੇ ਆ। ਵੈਸੇ ਇਹ ਵੀ ਹੋ ਸਕਦਾ ਕਿ ਜੇਲ੍ਹ ਪ੍ਰਸ਼ਾਸਨ ਦੇ ਵਿੱਚੋਂ ਕੋਈ ਬੰਦਾ ਹੌਲੀ ਦਿਨ ਡੱਬੀ ਲਿਆ ਵੀ ਦਿੰਦਾ, ਪਰ ਪਿਛਲੇ ਦਿਨੀ ਜਦੋਂ ਦਿੱਲੀ ਉਹਨੂੰ ਚੈੱਕਅਪ ਲਈ ਲਿਆਂਦਾ ਸੀ ਤੇ ਉਦੋਂ ਫਿਰ ਰੌਲਾ ਰੱਪਾ ਪੈ ਗਿਆ ਸੀ ਕਿ ਰਾਹ ਦੇ ਵਿੱਚ ਸ਼ਾਇਦ ਉਹਦੀ ਗੱਡੀ ਦੇ ਵਿੱਚ ਕੁਝ ਲੋਕ ਬੈਠੇ, 2 ਬੀਬੀਆਂ ਵੀ ਬੈਠੀਆਂ, ਉਹ ਗੈਰ ਕਾਨੂੰਨੀ ਸੀ। ਬਾਅਦ ਵਿੱਚ ਇੱਕ ਡੀਐਸਪੀ ਸਸਪੈਂਡ ਕੀਤਾ ਸੀ। ਹੁਣ ਸਾਰੇ ਕਹਿੰਦੇ ਹੋਣੇ ਬਾਬੇ ਵੱਲੋਂ ਕੁਝ ਮਿਲੇ ਨਾ ਮਿਲੇ, ਇਹ ਨਾ ਹੋਵੇ ਜਿਹੜੀ ਤਨਖਾਹ ਮਿਲਦੀ ਉਹ ਵੀ ਜਾਂਦੀ ਰਹੇ। ਨਹੀਂ, ਉਹ ਵੀ ਜਾਂਦੀ ਰਹੇ। ਦੇਖੋ ਉਹ ਜਿਹੜਾ ਇਨਸੀਡੈਂਟ ਸੀ ਜਿਹੜੇ ਕੇਸ ਦੇ ਵਿੱਚ, ਦੇਖੋ ਅਫਸਰ ਸਸਪੈਂਡ ਹੋਇਆ, ਹਾਲਾਂਕਿ ਉਹਨੇ ਕਹਿੰਦੇ ਨਾਂ ਨਹੀਂ ਲਿਆ ਕਿਸੇ ਦਾ ਵੀ ਕਿੱਧਰੋਂ ਆਰਡਰ ਹੋਏ ਸੀ, ਕਿੱਦਾਂ ਹੋਏ ਸੀ। ਹੁਣ ਜੇ ਉਹ ਗੱਲ ਉਸੇ ਤਰ੍ਹਾਂ ਹੀ ਵਾਪਰੀ ਤਾਂ ਹੀ ਅਗਲੇ ਬੰਦੇ ਨੂੰ ਸਸਪੈਂਡ ਕੀਤਾ ਵੀ ਜਿਹੜੀ ਗੱਡੀ 'ਚ ਬਾਬਾ ਚਾਹੀਦਾ ਉਹ ਗੱਡੀ ਛੱਡ ਕੇ ਦੂਜੀ ਗੱਡੀ ਪ੍ਰੋਵਾਈਡ ਕਰਨੀ ਤੇ ਉਸ ਗੱਡੀ ਦੇ ਵਿੱਚ ਬੀਬੀਆਂ ਜਿਹੜੀਆਂ ਉਹ ਬਾਬੇ ਦੇ ਨਾਲ ਬਾਉਣੀਆਂ। ਹੋ ਸਕਦਾ ਉਦੋਂ ਉਹਨਾਂ ਨੂੰ ਕਿਸੇ ਨੇ ਕਿਹਾ ਹੋਵੇ ਹੱਥ ਜਾ ਫੇਰ ਕੇ ਵੀ ਬਾਬਾ ਜੀ ਜ਼ਿਆਦਾ ਸਫੇਦ ਹੋ ਗਏ ਕਿ ਬਾਬਾ ਜੀ ਦਾੜੀ ਕਾਲੀ ਕਰ ਲਓ। ਚਲੋ, ਪਰ ਕੁੱਲ ਮਿਲਾ ਕੇ ਯਾਨੀ ਹੁਣ ਮਨੁੱਖੀ ਅਧਿਕਾਰਾਂ ਦਾ ਪੈਮਾਨਾ ਜਿਹੜਾ ਹੈ ਉਧਰਲੇ ਪਾਸੇ ਨੂੰ ਆਉਣਾ ਪਊਗਾ। ਇੱਕ ਪਾਸੇ ਤਾਂ ਮਨੁੱਖੀ ਅਧਿਕਾਰ ਉਹ ਵੀ ਆ ਕਿ ਜਿੱਥੇ ਲੋਕ ਖਾਣ ਨੂੰ ਰੋਟੀ ਮੰਗਦੇ ਆ, ਜਿੱਥੇ ਬੱਚੇ ਕੁਪੋਸ਼ਣ ਦੇ ਸ਼ਿਕਾਰ ਨੇ ਤੇ ਮਨੁੱਖੀ ਅਧਿਕਾਰ ਉਹਨਾਂ ਦੇ ਵੀ ਨੇ। ਮਨੁੱਖੀ ਅਧਿਕਾਰ ਤਾਂ ਸ਼ਾਇਦ ਐਜੂਕੇਸ਼ਨ ਵਾਲਾ ਵੀ ਹੋਣਾ, ਬਹੁਤ ਸਾਰੇ ਮਨੁੱਖੀ ਅਧਿਕਾਰ ਹੋਣਗੇ। ਪਰ ਗੁਰਮੀਤ ਰਾਮ ਰਹੀਮ ਵਰਗੇ ਬੰਦੇ ਨੂੰ ਇਹ ਲੱਗਦਾ ਕਿ ਜੇ ਮੈਨੂੰ ਦਾੜੀ ਰੰਗਣ ਤੋਂ ਰੋਕਿਆ ਜਾ ਰਿਹਾ ਜਾਂ ਮੈਨੂੰ ਰੰਗ ਨਹੀਂ ਦਿੱਤਾ ਜਾ ਰਿਹਾ ਦਾੜੀ ਦੇ ਵਾਲ ਚਿੱਟਿਓਂ ਕਾਲੇ ਕਰਨ ਨੂੰ, ਤਾਂ ਮੇਰੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ। ਬਾਕੀ ਕੋਈ ਗੱਲ ਨਹੀਂ ਭਾਈ, ਕਰਾਮਾਤੀ ਬੰਦੇ ਨੇ, ਕੁਝ ਵੀ ਕਰ ਸਕਦੇ ਆ। ਬਾਕੀ ਉਹ ਜਿਹੜੀ ਜਗ੍ਹਾ ਤੇ ਨੇ ਜਿਸ ਸਰਕਾਰ ਦੇ ਅਧੀਨ ਆਉਂਦੇ ਆ ਉੱਥੇ ਸਾਰੀਆਂ ਸਹੂਲਤਾਂ ਮਿਲ ਵੀ ਸਕਦੀਆਂ ਨੇ, ਕਿਉਂਕਿ ਉਹਨਾਂ ਦੇ ਬਥੇਰੇ ਪੈਰੋਕਾਰ ਨੇ ਉਸ ਸਰਕਾਰ ਦੇ ਵਿੱਚ ਹਨ। ਬਾਕੀ ਚਲੋ ਉਹ ਸਰਕਾਰ ਦੀ ਗੱਲ ਚੱਲੀ, ਉਹ ਸਟੇਟ ਦੀ ਗੱਲ ਚੱਲੀ, ਤੇ ਉਹ ਸਟੇਟ ਦੀਆਂ ਵੀ ਵਾਹਵਾ ਗੱਲਾਂ ਕਰਨ ਵਾਲੀਆਂ ਨੇ। ਪਹਿਲਾਂ ਉਧਰੋਂ ਕਰਨੇ ਆ ਕਿ ਪਹਿਲਾਂ ਉਸੇ ਸਟੇਟ ਦੀ ਸਾਂਝੀ ਰਾਜਧਾਨੀ ਜੋ ਅੱਜ ਹੋਣਾ ਉਹਦੀ ਗੱਲ ਕਰਨੀ। ਮੈਨੂੰ ਲੱਗਦਾ ਜੋ ਅੱਜ ਹੋਣਾ ਉਹਦੀ ਕਰਨੀ ਆ। ਚਲੋ ਇਦਾਂ ਕਰ ਲੈਂਦੇ ਆ। ਦੇਖੋ ਕਾਰਨ ਇਹ ਆ ਵੀ ਇੱਕ ਦਿਨ ਪਹਿਲਾਂ ਛੱਡ ਕੇ ਪਤੀ ਕਿਸਾਨ ਜਥੇਬੰਦੀਆਂ ਨੇ ਕਲੀਅਰ ਕਰ ਦਿੱਤਾ ਸੀ ਵੀ ਦੇਖੋ ਗੱਲ ਇਹ ਆ ਵੀ ਵੋਟਾਂ ਸਿਰ ਤੇ ਆ, ਤੁਹਾਨੂੰ ਵੀ ਪਤਾ ਵੀ ਬਹੁਤ ਕਾਲੀਆਂ ਰੈਲੀਆਂ ਆਈਆਂ, ਪਰ ਮੁਸ਼ਕਿਲ ਇਹ ਆ ਵੀ ਜਿਹੜਾ ਸਾਡਾ ਅੰਦੋਲਨ ਸਾਲ ਤੋਂ ਚੱਲਦਾ ਪਿਆ, ਸਾਡੇ ਜੀਣ ਮਰਨ ਦਾ ਸਵਾਲ ਆ, ਤੇ ਇਦਾਂ ਨਾ ਕਰੋ ਵੀ ਤੁਸੀਂ ਆਪਣਾ ਕੰਮ ਕੋਈ ਵੱਖਰਾ ਬੰਦ ਕਰ ਲਓ ਤੇ ਥੋੜੇ ਦਿਨ ਪਹਿਲਾਂ ਸਾਡਾ ਕੰਮ ਨਿਬੜ ਲੈਣ ਤੇ ਉਦੋਂ ਬਾਅਦ ਕਰ ਲਓ। ਤੇ ਜੇ ਤੁਹਾਨੂੰ ਇਹੀ ਤਕਲੀਫ ਹੈ ਵੀ ਅਸੀਂ ਜਿੱਧਰ ਜਾਂਦੇ ਆ ਤੇ ਸਾਨੂੰ ਲੋਕੀ ਘੇਰ ਕੇ ਸਵਾਲ ਪੁੱਛਦੇ ਆ, ਤੇ ਫਿਰ ਆ ਜਾਓ ਭਾਈ, ਬਹਿ ਕੇ ਗੱਲ ਕਰ ਲੈਂਦੇ ਆ। ਹੁਣ ਰਾਜੇਵਾਲ ਸਾਹਿਬ ਨੇ ਤੇ ਕਲੀਅਰ ਕਰ ਦਿੱਤੀ ਗੱਲ ਵੀ ਤੇ ਭਾਈ ਸਾਹਿਬ ਆ ਸਥਾਨ ਆ ਸਮਾਂ 5 ਬੰਦਿਆਂ ਦੀ ਲਿਸਟ ਦੇ ਦਿਓ, ਨਾਂ ਦੇ ਦਿਓ ਸਾਨੂੰ ਵੀ ਕਿਹੜੀ ਪਾਰਟੀ ਵੱਲੋਂ ਕਿਹੜੇ 5 ਬੰਦੇ ਆਉਣਗੇ, ਆਪਾਂ ਬਹਿ ਕੇ ਗੱਲ ਨਿਬੇੜ ਲੈਂਦੇ ਤੇ ਅੱਜ ਉਹ ਨਿਬੜ ਨਹੀਂ ਕਹਿੰਦੇ। ਸੰਧਾਲੀਆ ਸਾਹਿਬ ਦੇਖੋ, ਮੈਂ ਤਾਂ ਬਾਰ-ਬਾਰ ਕਹਿਣਾ ਕਿ ਇਦਾਂ ਦਾ ਮੌਕਾ ਪੰਜਾਬ ਦੇ ਵਿੱਚ ਅਸੀਂ ਕਦੇ ਨਹੀਂ ਸੀ ਦੇਖਿਆ। ਕਿਸਾਨਾਂ ਦੇ, ਮਜ਼ਦੂਰਾਂ ਦੇ, ਬੇਰੁਜ਼ਗਾਰਾਂ ਦੇ, ਕੱਚੇ ਮੁਲਾਜ਼ਮਾਂ ਦੇ ਬਹੁਤ ਲੋਕਾਂ ਦੇ ਧਰਨੇ ਲੱਗੇ, ਲੀਡਰ ਨਹੀਂ ਜਾਂਦੇ। ਜੇ ਲੀਡਰ ਜਾਂਦੇ ਆ ਤਾਂ ਅੱਖੀਂ ਘੱਟਾ ਪਾ ਕੇ ਮੁੜੇ ਹੁੰਦੇ ਆ। 8-8 ਮਹੀਨੇ ਵੀ ਧਰਨੇ ਲੱਗੇ, ਲੋਕਾਂ ਦੀ ਹੂਟਰ ਵਜਾ ਕੇ ਲੰਘ ਜਾਂਦੇ ਆ। ਨਹੀਂ ਸੀ ਕਦੇ ਇਦਾਂ ਹੁੰਦਾ। ਇਹ ਪਿਛਲੇ ਸਾਲ 1.5 ਸਾਲ ਦੇ ਵਿੱਚ ਜਿਹੜੇ ਲੋਕ ਇਕਮੁੱਠ ਹੋਏ ਆ, ਲੋਕਾਂ ਦੇ ਮੁੱਦਿਆਂ ਦੇ ਉੱਤੇ ਗੱਲ ਕਰਨ ਲੱਗੇ ਆ, ਉਹਦਾ ਸਿੱਟਾ ਕਿ ਲੀਡਰਾਂ ਨੂੰ ਆਪਣੀਆਂ ਸਰਗਰਮੀਆਂ ਬੰਦ ਕਰਕੇ ਅੱਜ ਲੋਕਾਂ ਦੇ ਨੁਮਾਇੰਦਿਆਂ ਦੀ ਗੱਲ ਸੁਣਨ ਦੇ ਲਈ ਆਉਣ ਦੇ ਲਈ ਮਜਬੂਰ ਹੋਣਾ ਪੈ ਰਿਹਾ। ਅਸੀਂ ਵਧਾਈ ਦਿੰਦੇ ਸਿਆਸੀ ਪਾਰਟੀਆਂ ਨੂੰ ਕਿ ਕਿਸੇ ਵੀ ਪਾਰਟੀ ਨੇ ਅੱਜ ਤੱਕ ਇਹ ਬਿਆਨ ਨਹੀਂ ਦਿੱਤਾ ਕਿ ਅਸੀਂ ਨਹੀਂ ਜਾਣਾ। ਇਹ ਹੁੰਦੇ ਕੌਣ ਆ ਸਾਨੂੰ ਪੁੱਛਣ ਵਾਲੇ, ਕਿਉਂਕਿ ਉਹਨਾਂ ਨੂੰ ਪਤਾ ਕਿ ਕੌਣ ਹੁੰਦੇ ਆ।
ਉਹਨਾਂ ਨੇ ਵੋਟਾਂ ਲੈਣੀਆਂ। ਵੋਟਰ ਅੱਜ ਕੱਲ੍ਹ ਕਿਹਨਾਂ ਦੇ ਨਾਲ ਨੇ ਸਾਰਿਆਂ ਨੂੰ ਪਤਾ ਹੈ। ਹੁਣ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕਰ ਲਿਆ, ਦੇਖੋ ਦਿੱਲੀੋਂ ਤੁਰਦੇ ਮੋਰਚੇ ਚੋਂ ਚੰਡੀਗੜ੍ਹ ਨੂੰ ਆਉਂਦੇ ਤਰਾਜ ਕਰਨਾਲ ਆਉਂਦਾ, ਮੋਰਚਾ ਉੱਥੇ ਵੀ ਲੱਗਿਆ। ਚੰਡੀਗੜ੍ਹ ਤੋਂ ਅੱਗੇ ਪੰਜਾਬ 'ਚ 150 ਥਾਵਾਂ ਤੇ ਧਰਨਾ ਪ੍ਰਦਰਸ਼ਨ ਹੈ। ਇਹਦੇ ਬਾਵਜੂਦ ਵੀ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਸਮਾਂ ਕੱਢਿਆ ਕਿ ਆ ਦੇਖੋ ਭਾਈ, ਜੇ ਪੰਜਾਬ ਦੇ ਵਿੱਚ ਝਗੜੇ ਹੋਣ ਲੱਗੇ ਸੀ, ਸਿਆਸੀ ਤੌਰ ਦੇ ਉੱਤੇ ਸਰਗਰਮੀਆਂ ਹੋਣ ਲੱਗੀਆਂ ਸੀ, ਅਸੀਂ ਮੌਕਾ ਦਿੰਦੇ ਹਾਂ। ਹੁਣ ਅਕਾਲੀ ਦਲ ਵਾਲਿਆਂ ਨੂੰ ਕੱਲਿਆਂ ਨੂੰ ਸੱਦਦੇ ਤਾਂ ਗੱਲ ਵੱਖਰੀ ਸੀ, ਉਹਨਾਂ ਨੇ ਸਾਰਿਆਂ ਨੂੰ ਕਹਿਤਾ ਕਿ ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਵਾਲੇ ਬੰਦੇ ਸਾਡੇ ਕੋਲ ਆਓ। ਪਹਿਲਾਂ ਇਹ ਨਹੀਂ ਸੀ ਪਤਾ ਲੱਗਦਾ ਕਿੱਥੇ ਸੱਦਣਗੇ, ਕਿੱਦਾਂ ਗੱਲ ਹੋਊ। ਹੁਣ ਚੰਡੀਗੜ੍ਹ ਦਾ ਪੀਪਲ ਕਨਵੈਨਸ਼ਨ ਹਾਲ ਹੈ, ਕਿਉਂਕਿ ਕਿਸਾਨ ਭਵਨ ਦੇ ਵਿੱਚ ਇਹ ਸਾਰਾ ਕੁਝ ਹੋਣਾ ਸੀ। ਕਿਸਾਨ ਭਵਨ ਦੇ ਵਿੱਚ ਇਹ ਸਾਰੀ ਪ੍ਰਕਿਰਿਆ ਇਸ ਕਰਕੇ ਨਹੀਂ ਹੋ ਸਕਦੀ ਕਿਉਂਕਿ ਮੁਰੰਮਤ ਦਾ ਰੰਗ ਰੋਗਨ ਦਾ ਕੰਮ ਚੱਲਦਾ। ਫਿਰ ਪੀਪਲ ਕਨਵੈਨਸ਼ਨ ਹਾਲ ਚੁਣਿਆ। ਉਹਦੇ ਲਈ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਕਹਿਤਾ ਕਿ ਭਾਈ ਬੰਦੇ ਦੇ ਦਿਓ 5-5, ਸਮਾਂ ਵੀ ਦੱਸਦਾ, ਸਥਾਨ ਵੀ ਦੱਸਦਾ, ਉੱਥੇ ਪਹੁੰਚ ਜਾਓ। ਸਵਾਲ ਵੀ ਪੁੱਛਾਂਗੇ, ਜਵਾਬ ਲਵਾਂਗੇ, ਤੇ ਅਸੀਂ ਇਸ ਗੱਲ ਦੀ ਉਮੀਦ ਕਰਦੇ ਹਾਂ ਕਿ ਸਿਆਸੀ ਪਾਰਟੀਆਂ ਚੰਗੇ ਤਰੀਕੇ ਦਸਤਾਵੇਜੀ ਸਬੂਤਾਂ ਸਹਿਤ ਜਵਾਬ ਦੇਣ। ਪਰ ਨਾਲ ਹੀ ਇਹ ਰੌਲਾ ਕਿਉਂ ਆ? ਕਿਉਂਕਿ ਪੰਜਾਬ ਦੇ ਵਿੱਚ ਸਿਆਸੀ ਇਕੱਠ ਹੋਣ ਲੱਗ ਪਿਆ ਸੀ, ਕੋਈ ਬੰਦਾ ਵਿਰੋਧ ਕਰਦਾ ਸੀ, ਇੱਟਾਂ ਰੋੜੇ ਚੱਲਦੇ ਸੀ, ਪੁਲਿਸ ਲਾਠੀ ਚਾਰਜ ਕਰਦੀ ਸੀ। ਹੁਣ ਕਿਸਾਨ ਜਥੇਬੰਦੀਆਂ ਨੇ ਕਹਿਤਾ, ਉਹ ਕਹਿੰਦੇ ਕਿ ਅਸੀਂ ਚਾਹੁੰਦੇ ਹਾਂ, ਅਸੀਂ ਸਿਆਸੀ ਪਾਰਟੀਆਂ ਨਾਲ ਸਵਾਲ ਜਵਾਬ ਤਾਂ ਕਰਨੇ ਆ, ਪਰ ਨਾਲ ਦੀ ਨਾਲ ਉਹਨਾਂ ਨੂੰ ਅਸੀਂ ਇਹ ਵੀ ਕਹਿਣਾ ਕਿ ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਇਸ ਮੋੜ ਤੇ ਸਰਗਰਮੀਆਂ ਹੋਣ ਸਿਆਸੀ। ਅਸੀਂ ਚਾਹੁੰਦੇ ਹਾਂ ਕਿ ਇਲੈਕਸ਼ਨ ਅਨਾਉਂਸ ਹੋਣ ਤੱਕ ਤੁਸੀਂ ਘਰੇ ਬੈਠੋ, ਵੱਡੇ ਇਕੱਠ ਨਾ ਕਰੋ। ਤੁਸੀਂ ਇਕੱਠ ਕਰਦੇ ਹੋ, ਲੋਕ ਧੜਿਆਂ 'ਚ ਵੰਡੇ ਜਾਂਦੇ ਆ, ਧੜਿਆਂ 'ਚ ਵੰਡ ਹੁੰਦੇ, ਝਗੜੇ ਹੁੰਦੇ ਆ, ਉਹਦੇ ਨਾਲ ਕਿਸਾਨ ਮੋਰਚਾ ਕਮਜ਼ੋਰ ਹੁੰਦਾ। ਤੇ ਜੇ ਕੋਈ ਸਿਆਸੀ ਪਾਰਟੀ ਸਾਡੀ ਗੱਲ ਨੂੰ ਇਗਨੋਰ ਕਰੂਗੀ, ਇਹਦੇ ਬਾਵਜੂਦ ਵੀ ਸਰਗਰਮੀਆਂ ਕਰੂਗੀ, ਤਾਂ ਅਸੀਂ ਮੰਨ ਕੇ ਚੱਲਾਂਗੇ ਕਿ ਉਹ ਸਿਆਸੀ ਧਿਰ ਕਿਸਾਨ ਮੋਰਚੇ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਜਦੋਂ ਸੱਦ ਵੀ ਲਏ, ਸਵਾਲ ਜਵਾਬ ਵੀ ਕਰਨੇ ਆ, ਸੰਕੇਤ ਵੀ ਦੇ ਦਿੱਤਾ ਕਿ ਅਸੀਂ ਉੱਥੇ ਕਹਿਣਾ ਕੀ ਹੈ। ਸਿਆਸੀ ਪਾਰਟੀਆਂ ਆਉਣ, ਜੀ ਆਇਆਂ ਨੂੰ ਆਉਣਾ ਚਾਹੀਦਾ ਉਹਨਾਂ ਨੂੰ, ਪਰ ਉਹਨਾਂ ਦੇ ਲਈ ਮੁਸੀਬਤ ਬਹੁਤ ਵੱਡੀ ਹੋਣੀ ਹੈ ਕਿ ਜੇ ਕਿਸਾਨ ਮੋਰਚੇ ਵਾਲੇ ਨੇ ਆਹ ਹੱਥ ਜੋੜ ਕੇ ਵੀ ਬੇਨਤੀ ਕਰਤੀ ਤਾਂ ਜਵਾਬ ਕਿੱਦਾਂ ਦੇਣਗੇ? ਨਹੀਂ, ਜਵਾਬ ਤਾਂ ਚਲੋ ਦੇਣਾ ਹੀ ਪੈਣਾ। ਹੁਣ ਸਾਹਿਬ ਹੋਰ ਤਾਂ ਕੋਈ ਰਾਹ ਹੈ ਨਹੀਂ। ਜੇ ਹੋਰ ਕੋਈ ਰਾਹ ਹੁੰਦਾ ਤੇ ਫਿਰ ਸ਼ਾਇਦ ਹੁਣ ਤੱਕ ਨਿਕਲ ਆਉਣਾ ਹੈ। ਹੁਣ ਗੱਲ ਇਹ ਆ ਨਾ, ਉਹ ਕਹਿੰਦੇ ਵੀ ਪਾਣੀ ਤੇ ਨਾ ਪੁਲਾਂ ਦੇ ਥੱਲੋਂ ਦੀ ਵਗਣਾ ਜੀ। ਉਹ ਹੁਣ ਅੱਜ ਕਿਵੇਂ ਦਾ ਵਗਦਾ, ਕਿਵੇਂ ਦਾ ਨਹੀਂ ਵਗਦਾ, ਇਹ ਤੇ ਲੱਗ ਜੂ ਪਤਾ। ਪਰ ਵੈਸੇ ਮੇਰੇ ਦਿਮਾਗ 'ਚ ਗੱਲ ਆਉਂਦੀ ਸੀ ਵੀ ਜੇ ਹੁਣ ਇਸ ਮੋੜ ਤੇ ਗੱਲ ਪਹੁੰਚ ਗਈ ਕਿ ਵਿਚਾਰ ਦੀ ਗੱਲ ਸਾਹਮਣੇ ਆਉਣ ਲੱਗ ਪਈ ਵੀ ਸਾਡਾ ਇੱਕ ਆਹ ਵਿਚਾਰ ਆ, ਭਾਈ ਸਾਹਿਬ ਇਸ ਵਿਚਾਰ ਦੇ ਹਿਸਾਬ ਨਾਲ ਜਿਹੜੇ ਸਾਡੇ ਸਵਾਲ ਨੇ ਇਹਦਾ ਜਵਾਬ ਦਿਓ। ਇੱਕ ਵੱਡੀ ਗੱਲ ਜਿਹੜੀ ਕਿ ਜ਼ਰੂਰ ਜਾਣੀ ਚਾਹੀਦੀ ਹੈ ਮੇਰੇ ਖਿਆਲ ਨਾਲ ਆਮ ਲੋਕਾਂ ਦੇ ਵਿੱਚ ਵੀ, ਖਾਸ ਕਰਕੇ ਕਿਸਾਨ ਭਾਈਚਾਰੇ ਦੇ ਵਿੱਚ, ਉਹ ਇਹ ਹੈ ਕਿ ਵੀ ਇਸ ਵਕਤ ਲੜਾਈ ਕੇਂਦਰ ਦੇ ਨਾਲ ਕਿਹੜੀ ਚੀਜ਼ ਤੇ? ਕੇਂਦਰ ਦੇ ਨਾਲ ਲੜਾਈ ਹੈ ਵੀ 3 ਤੁਸੀਂ ਕਾਨੂੰਨ ਬਣਾਏ, ਤੇ ਉਹ ਜਿਹੜੇ ਕਾਨੂੰਨ ਜਿਸ ਦਾਇਰੇ 'ਚ ਜਾ ਕੇ ਬਣਾਏ ਉਹ ਦਾਇਰਾ ਤੁਹਾਡੇ ਅਧੀਨ ਆਉਂਦਾ ਨਹੀਂ, ਉਹ ਰਾਜ ਸਰਕਾਰ ਦੇ ਦਾਇਰੇ 'ਚ ਆਉਂਦਾ। ਸੰਵਿਧਾਨ ਮੁਤਾਬਕ ਜੇ ਆਪਾਂ ਗੱਲ ਕਰੀਏ, ਉਹ ਆਪਣੇ ਹਿਸਾਬ ਨਾਲ ਤਰਕ ਦੇਈ ਜਾਂਦੇ, ਨਹੀਂ 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 ਇਦਾਂ ਕਿੱਦਾਂ, ਅਸੀਂ ਤੇ ਖੇਤੀ ਦੀ ਗੱਲ ਕੀਤੀ ਨਹੀਂ, ਅਸੀਂ ਤੇ ਵਪਾਰ ਦੀ ਗੱਲ ਕੀਤੀ ਹੈ। ਜਦੋਂ ਆਪਾਂ ਖਰੀਦੋ ਫਰੋਖਤ ਦੀ ਗੱਲ ਕਰਦੇ ਹਾਂ ਤੇ ਉਹ ਤੇ ਸਾਰਾ ਕੁਝ ਸਾਡੇ ਹੱਕ 'ਚ ਆਉਂਦਾ ਜੀ, ਖੇਤੀ ਨਾਲ ਕੋਈ ਲਿੰਕ ਨਹੀਂ। ਮੇਰਾ ਸਵਾਲ ਇਹ ਸੀ ਵੀ ਜੇ ਮੰਨ ਲਓ ਆਪਾਂ ਇਸ ਚੀਜ਼ ਨੂੰ ਇਸੇ ਤਰ੍ਹਾਂ ਹੀ ਦੇਖੀਏ ਜੋ ਐਜ਼ ਇਟ ਇਜ਼ ਹੈ, ਕਿ ਜੇ ਸੰਵਿਧਾਨ ਮੁਤਾਬਕ ਖੇਤੀ ਨਾਲ ਸੰਬੰਧਿਤ ਕਾਨੂੰਨ ਬਣਾਉਣੇ ਸਾਰਾ ਕੁਝ ਰਾਜਾਂ ਦੇ ਅਧਿਕਾਰ ਖੇਤਰ 'ਚ ਆਉਂਦਾ, ਤੇ ਅੱਜ ਜ਼ਰੂਰ ਉਹਨਾਂ ਪੋਲੀਟੀਕਲ ਪਾਰਟੀਆਂ ਨੂੰ ਪੁੱਛਿਆ ਜਾਵੇ ਕਿ ਮਹਾਰਾਜ ਸੁੱਖ ਨਾਲ 10-10 ਸਾਲ 5-5 ਸਾਲ ਤੁਸੀਂ ਸਰਕਾਰਾਂ ਹੰਡਾਈਆਂ, ਤੁਹਾਡੇ ਅਧਿਕਾਰ 'ਚ ਵੀ ਆਉਂਦਾ ਸੀ ਵੀ ਤੁਸੀਂ ਕਹਿੰਦੇ ਵੀ ਖੇਤੀ ਦੇ ਕਾਨੂੰਨ ਬਣਾ ਸਕਦੇ ਆ, ਤੇ ਇਹ ਖੇਤੀ ਪ੍ਰਧਾਨ ਸੂਬੇ ਦੇ ਆਹ ਹਾਲਾਤ ਕਿਉਂ ਹੋ ਗਏ ਕਿ ਲੋਕ ਫਾਹੇ ਲੈ ਰਹੇ ਨੇ, ਜ਼ਹਿਰੀਲੀਆਂ ਦਵਾਈਆਂ ਪੀ ਕੇ ਮਰ ਰਹੇ ਨੇ, ਕਰਜ਼ੇ ਨੇ ਲੱਕ ਭੰਨਿਆ ਪਿਆ, ਤੇ ਲੋਕਾਂ ਨੂੰ ਰਾਹ ਕਿਤੇ ਨਜ਼ਰ ਨਹੀਂ ਆਉਂਦਾ? ਇਹਦਾ ਮਤਲਬ ਕਿਤੇ ਨਾ ਕਿਤੇ ਤੁਹਾਡੇ ਕਾਨੂੰਨ ਬਣਾਉਣ 'ਚ ਜਾਂ ਫਿਰ ਬਣਾ ਕੇ ਲਾਗੂ ਕਰਨ 'ਚ ਕਮੀ ਰਹੀ ਹੈ, ਉਹਦਾ ਜਵਾਬ ਤੇ ਦਿਓ। ਸੰਧਾਲੀਆ ਸਾਹਿਬ, ਜਵਾਬ ਬਹੁਤ ਜ਼ਰੂਰੀ ਹੈ। ਮੈਨੂੰ ਤਾਂ ਲੱਗਦਾ ਕਿ ਅੱਜ ਦਾ ਦਿਨ ਪੰਜਾਬ ਦੇ ਵਿੱਚ ਇਤਿਹਾਸਕ ਤਬਦੀਲੀ ਦਾ ਦਿਨ ਹੋ ਸਕਦਾ। ਸਾਡੀਆਂ ਸਿਆਸੀ ਪਾਰਟੀਆਂ ਬਹੁਤ ਸਿਆਣੀਆਂ, ਮਾਣ ਬੜਾ ਤੁਹਾਡੇ ਸਮੇਤ ਸਾਰਿਆਂ ਤੇ। ਅੱਛਾ, ਮੇਰੀ ਪੋਲੀਟੀਕਲ ਪਾਰਟੀ ਕਿਹੜੀ ਹੈ? ਨਹੀਂ, ਪੋਲੀਟੀਕਲ ਪਾਰਟੀ ਨਹੀਂ, ਕਿਉਂਕਿ ਤੁਹਾਡੀਆਂ ਸਾਰੀਆਂ ਪਾਰਟੀਆਂ ਜਿੱਥੇ ਮਰਜ਼ੀ ਚਲੇ ਜਾਂਦੇ ਹੋ। ਮਾਣ ਕਿਉਂ ਆ? ਕਿਉਂਕਿ ਅੱਜ ਉਹਨਾਂ ਨੇ ਮੰਨਣਾ ਹੈ, ਅੱਜ ਉਹਨਾਂ ਨੇ ਸਮਝਣਾ। ਹੋ ਸਕਦਾ ਪਹਿਲੇ ਆਣ ਕੇ ਤੁਸੀਂ ਹੋਰ ਕੋਈ ਗੱਲ ਕਰੋ, ਰੈਲੀਆਂ ਰੂਲੀਆਂ ਦਾ ਰੱਦ ਹੈ। ਹਾਲਾਂਕਿ ਅਕਾਲੀ ਦਲ ਦੇ ਲਈ ਸਭ ਤੋਂ ਵੱਡੀ ਮੁਸੀਬਤ ਹੈ ਕਿਉਂਕਿ ਉਹ ਪਹਿਲੇ ਅਨਾਉਂਸ ਕਰ ਚੁੱਕੇ ਕਿ ਅਸੀਂ 100 ਹਲਕਿਆਂ ਜਾਣਾ ਤੇ ਅਜੇ ਥੋੜੇ ਹਲਕਿਆਂ 'ਚ ਗਏ ਆ। ਸੰਧਾਲੀਆ ਸਾਹਿਬ, ਆਪਾਂ ਪਿਛਲੇ ਸਮੇਂ 'ਚ ਰੌਲਾ ਪਾਉਂਦੇ ਰਹੇ ਹਾਂ ਕਿ ਇਲੈਕਸ਼ਨ ਸਸਤੀ ਹੋਵੇ, ਇਲੈਕਸ਼ਨ ਸਾਦੀ ਹੋਵੇ। ਆਪਾਂ ਚਰਚਾ ਕਰਦੇ ਰਹੇ ਹਾਂ ਕਿ ਬਹੁਤੀਆਂ ਰੈਲੀਆਂ, ਬਹੁਤੇ ਰੋਡ ਸ਼ੋਅ ਦਾ ਕੋਈ ਫਾਇਦਾ ਨਹੀਂ। ਇੱਕ ਪਾਰਟੀ ਕਰਦੀ ਹੈ, ਆਪਣੀ ਗੱਲ ਕਰਕੇ ਚਲੇ ਜਾਂਦੀ ਹੈ, ਉਹਦਾ ਦੂਜਾ ਪੱਖ ਕੀ ਹੈ ਕੋਈ ਦਿਖਾਉਂਦਾ ਥੋੜੀ ਹੈ। ਲੋਕ ਆਪਣਾ ਕੰਮ ਧੰਦਾ ਛੱਡ ਕੇ ਰੈਲੀਆਂ 'ਚ ਜਾਂਦੇ ਆ। ਪਹਿਲਾਂ ਸਿਆਸੀ ਲੀਡਰ ਪੈਸੇ ਖਰਚ ਲੈਂਦੇ ਆ, ਮੁੜ ਕੇ ਇਕੱਠੇ ਕਰਨ ਲੱਗ ਪੈਂਦੇ ਆ। ਤੇਲ ਲੱਗਦਾ, ਤੇਲ ਅਸੀਂ ਬਾਹਰਲੇ ਮੁਲਕਾਂ ਤੋਂ ਲਿਆਉਂਦੇ ਆ। ਸ਼ੋਰ ਹੁੰਦਾ, ਕੰਨਾਂ ਦੇ ਵਿੱਚ ਆਵਾਜ਼ਾਂ ਕਈ ਤਰ੍ਹਾਂ ਦੀਆਂ ਪੈਂਦੀਆਂ, ਘੱਟੇ ਉੱਡਦੇ ਆ, ਲੋਕਾਂ ਦੇ ਕਿੰਨੇ ਦਿਨ ਖਰਾਬ ਹੁੰਦੇ ਆ। ਇੱਕ ਸਮੱਸਿਆ ਨਹੀਂ, ਪੋਸਟਰ ਬੈਨਰ ਐਵੇਂ ਹੀ ਲੱਗਦੇ ਆ, ਰਾਹ ਡਾਈਵਰਟ ਕਰਨੇ ਪੈਂਦੇ ਆ।
ਬਹੁਤ ਜਾਣੀ ਪੰਜਾਬ ਨੂੰ ਧੇਲੇ ਦਾ ਫਾਇਦਾ ਨਹੀਂ। ਅੱਜ ਤੁਸੀਂ ਦੇਖਿਓ ਸਹੀ, ਅੱਜ ਸਿਆਸੀ ਪਾਰਟੀਆਂ ਦੇ ਸਾਰੇ ਲੀਡਰਾਂ ਨੇ ਪਤਾ ਕੀ ਕਹਿਣਾ, ਉਹਨਾਂ ਨੇ ਕਹਿਣਾ ਸਾਨੂੰ ਪਤਾ ਹੈ ਬੀਤੇ ਕੱਲ ਤੇ ਅੱਜ ਕੈਨੇਡਾ ਦੇ ਵਿੱਚ ਜਿਹੜੀ ਪ੍ਰਧਾਨ ਮੰਤਰੀ ਦੀ ਚੋਣ ਦੇ ਲਈ ਫੈਡਰਲ ਇਲੈਕਸ਼ਨ ਹੋਣੀ ਹੈ ਉਹਦੀ ਡਿਬੇਟ ਹੋ ਰਹੀ ਹੈ, ਹੋ ਵੀ ਹਟੀ ਹੈ ਤੇ ਹੁੰਦੀ ਵੀ ਹੈ, ਕਿਉਂਕਿ ਉਦੋਂ ਤੱਕ ਚੱਲ ਪਿਆ ਹੋਣਾ ਕੰਮ। ਤੇ ਅਸੀਂ ਬਿਲਕੁਲ ਚਾਹੁੰਦੇ ਆ ਕਿ ਕੀ ਫਾਇਦਾ, ਅਸੀਂ ਕਰਨੀਆਂ ਨਹੀਂ ਰੈਲੀਆਂ, ਅਸੀਂ ਕਰਨੇ ਨਹੀਂ ਰੋਡ ਸ਼ੋ, ਅਸੀਂ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਜਾਂ ਮੁੱਖ ਮੰਤਰੀ ਦੇ ਦਾਅਵੇਦਾਰ ਜਿਹੜੇ ਆ, ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਆ, ਅਸੀਂ ਤਾਂ ਕਿਸਾਨਾਂ ਨੂੰ ਹੀ ਕਹਿ ਦੇਣਾ। ਦੇਖਿਓ ਉਹਨਾਂ ਨੇ ਅੱਜ, ਉਹਨਾਂ ਨੇ ਕਿਸਾਨਾਂ ਨੂੰ ਕਹਿ ਦੇਣਾ ਅਸੀਂ ਸਾਰੇ ਬੈਠਾਂਗੇ, ਲੋਕਾਂ ਦੇ ਸਵਾਲਾਂ ਤੁਸੀਂ ਕਰਿਓ, ਅਸੀਂ ਸਾਰੇ 5-5 ਮਿੰਟ ਇੱਕ ਮੁੱਦੇ ਤੇ ਬੋਲਾਂਗੇ, ਇੱਕ ਦੂਜੇ ਦੇ ਵਿੱਚ ਨਹੀਂ ਕੋਈ ਬੋਲੂਗਾ। ਅਸੀਂ ਪੰਜਾਬ ਨੂੰ ਕੈਨੇਡਾ ਬਣਾਉਣਾ ਹੀ, ਇਸ ਕਰਕੇ ਅਸੀਂ ਐਤਕੀ ਦੀ ਇਲੈਕਸ਼ਨ ਕੈਨੇਡਾ ਵਾਂਗੂ ਲੜਨੀ ਹੈ। ਅਸੀਂ ਬਿਲਕੁਲ ਵੱਡੇ ਰੋਡ ਸ਼ੋਅ ਤੇ ਵੱਡੀਆਂ ਰੈਲੀਆਂ ਕਰਨੀਆਂ ਹੀ ਨਹੀਂ। ਅਸੀਂ ਵੱਡੇ ਜਿਹੜੇ ਲੀਡਰ ਨੇ ਸਾਡੀਆਂ ਪਾਰਟੀਆਂ ਦੇ ਉਹ ਬੈਠਣਗੇ, ਅਸੀਂ ਦੱਸਾਂਗੇ ਸਾਰੇ ਜਣੇ ਵਾਰੀ-ਵਾਰੀ ਕਿ ਸਕੂਲਾਂ 'ਚ ਅਧਿਆਪਕ ਏਦਾਂ ਭਰਤੀ ਕਰਨੇ ਆ, ਉਹਦੀਆਂ ਇੰਨੀਆਂ ਤਨਖਾਹਾਂ ਦੇਣੀਆਂ ਪੈਣੀਆਂ, ਬਜਟ ਇੰਨਾ ਘਾਟੇ 'ਚ ਹੈ, ਪੈਸੇ ਅਸੀਂ ਇੱਥੋਂ ਜਨਰੇਟ ਕਰਦੇ ਹਾਂ। ਤੁਸੀਂ ਦੇਖਿਓ ਅਗਲੇ ਦਿਨ ਸਿਹਤ ਦੇ ਉੱਤੇ ਉਹਨਾਂ ਨੇ ਕਹਿਣਾ ਅਸੀਂ ਡਿਸਕਸ ਕਰਨਾ ਹੈ, ਅਸੀਂ ਡਿਸਕਸ ਕਰਨਾ ਹੈ ਕਿ ਇੰਨੇ ਡਾਕਟਰ ਘੱਟ ਨੇ, ਇੰਨੇ ਅਸੀਂ ਭਰਤੀ ਕਰਾਂਗੇ, ਪੱਕੇ ਭਰਤੀ ਕਰਾਂਗੇ, ਇੰਨੀ ਤਨਖਾਹ ਬਣਨੀਆਂ, ਇੰਨੀਆਂ ਨਰਸਾਂ ਰੱਖਣੀਆਂ, ਮੈਡੀਕਲ ਸਟੋਰ ਜਿਹੜਾ ਸਰਕਾਰੀ ਅੰਦਰ ਹੈ ਹਸਪਤਾਲ ਦੇ ਉਹਦੇ ਵਿੱਚ ਇੰਨੀਆਂ ਦਵਾਈਆਂ ਜਾਂਦੀਆਂ, ਇੰਨੀਆਂ ਘੱਟ ਨੇ, ਇੰਨੇ ਪੈਸੇ ਲੱਗਣੇ ਆ, ਅਸੀਂ ਇੱਥੋਂ ਪੈਸੇ ਜਨਰੇਟ ਕਰਾਂਗੇ ਤੇ ਪੰਜਾਬ ਦੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਜਾ ਕੇ ਛਿੱਲ ਲਾਉਣ ਦੀ ਲੋੜ ਨਹੀਂ। ਤੁਸੀਂ ਦੇਖਿਓ ਸਹੀ, ਤੁਸੀਂ ਰੈਲੀਆਂ ਦੀ ਗੱਲ ਕਰਦੇ ਹੋ ਕਿ ਰੈਲੀਆਂ ਪਤਾ ਨਹੀਂ ਰੱਦ ਕਰਨੀਆਂ ਕਿ ਨਹੀਂ ਕਰਨੀਆਂ, ਉਹ ਇਹਨਾਂ ਨੇ ਤਾਂ ਕਹਿਣਾ ਕਿ ਅਸੀਂ ਇਕੱਲੀ ਡਿਬੇਟ ਕਰਨੀ ਹੈ ਤੇ ਲੋਕਾਂ ਨੇ ਵੀ ਪੱਠਾ ਦੱਥਾ ਪਹਿਲਾਂ ਕਰਕੇ ਉਹਨਾਂ ਦੀ ਡਿਬੇਟ ਸੁਣਨੀ ਹੈ ਤੇ ਵੋਟ ਪਾਉਣ ਦਿਆ ਆਪਣਾ ਫੈਸਲਾ ਕਰ ਲੈਣਾ ਕਿ ਭਾਈ ਅਸੀਂ ਇਹਨੂੰ ਵੋਟ ਪਾਉਣੀ ਹੈ। ਗੱਲ ਬਹੁਤ ਦੂਰ ਚਲ ਗਈ, ਸਾਡੇ ਲੀਡਰ ਬੜੇ ਸਿਆਣੇ ਨੇ, ਤੁਸੀਂ ਇਹ ਦੇਖੀ ਜਾਓ, ਕਹਿਣ ਦੀ ਲੋੜ ਹੀ ਨਹੀਂ ਪੈਣੀ। ਕਿਸਾਨ ਲੀਡਰਾਂ ਨੇ ਵੀ ਕਹਿਣਾ ਯਾਰ ਹੁਣ ਇਹਨਾਂ ਨੂੰ ਕਹੀਏ ਕਿ ਸਾਰੀਆਂ ਗੱਲਾਂ ਤੇ ਇਹ ਪਹਿਲਾਂ ਹੀ ਸਿਆਣੇ ਮੰਨ ਕੇ ਆਏ ਆ। ਤੁਸੀਂ ਦੇਖੀ ਜਾਓ ਅੱਜ ਕੋਈ ਸਿਆਸੀ ਪਾਰਟੀਆਂ ਦੇ ਵਰਕਰ ਹੀ ਇੰਨੇ ਖੁਸ਼ ਹੋਣੇ ਆ ਕਿ ਭਾਈ ਅਸੀਂ ਤਾਂ ਪੱਠੇ ਲਿਆਉਣੇ ਹੁੰਦੇ, ਜਾਣਾ ਪੈਂਦਾ। ਹੁਣ ਤਾਂ ਸਾਡਾ ਲੀਡਰ ਜਿਹੜਾ ਹੈ, ਅਸੀਂ ਸਾਰਿਆਂ ਨੂੰ ਬੇਨਤੀ ਕਰਨੀ ਆਪੋ ਆਪਣੇ ਘਰੇ ਬੈਠੇ ਹੋ, ਟੀਵੀ ਦੇਖਿਓ, YouTube ਦੇਖਿਓ, Facebook ਦੇਖਿਓ, ਸਾਰੀਆਂ ਪਾਰਟੀਆਂ ਦੇ ਲੀਡਰ ਬਰਾਬਰ ਬੈਠੇ ਹੋਣੇ ਆ। ਉਹਨਾਂ ਨੇ ਵੱਖ-ਵੱਖ ਮੁੱਦਿਆਂ ਤੇ ਇਦਾਂ ਕ੍ਰਿਸਟਲ ਕਲੀਅਰ ਗੱਲ ਕਰਨੀ ਹੈ ਨਾ, ਸੰਧਾਲੀਆ ਸਾਹਿਬ ਆਹੋ ਹੱਥ ਲੱਗਿਆ ਮੈਲੇ ਹੋਣੇ ਆ। ਗੱਲ ਹੋ ਗਈ। ਮੈਂ ਪਤਾ ਨਹੀਂ ਯਾਰ, ਇਹ WhatsApp ਇਹ ਜਿਹੜਾ ਤੁਹਾਡਾ ਸੁਪਨੀ ਦੁਨੀਆ ਨਾ, ਇਹ ਅਚਾਨਕ ਨਿਕਲ ਆਉਂਦੀ ਬਾਹਰ, ਇਦਾਂ ਨਹੀਂ ਹੋ ਸਕਦਾ ਮਹਾਰਾਜ। ਇਹ ਤਾਂ ਮੈਂ ਨਾ ਵੀ ਇਹ ਤਾਂ ਹੋ ਗਈ ਸੈਕੰਡ ਸਟੇਜ, ਪਹਿਲੀ ਸਟੇਜ ਤਾਂ ਨਿਬੇੜ ਲਓ ਪਹਿਲਾਂ। ਪਹਿਲੀ ਸਟੇਜ ਇਹ ਵੀ ਵੀਰ ਕੀਤਾ ਕੀ, 1.5 ਸਾਲ ਪਹਿਲਾਂ ਤੱਕ ਇਹ ਲੱਗਦਾ ਸੀ ਕਿ ਕਦੇ ਕੋਈ ਪੋਲੀਟੀਕਲ ਪਾਰਟੀ ਇਦਾਂ ਜਾ ਕੇ ਸਵਾਲਾਂ ਦੇ ਜਵਾਬ ਨਹੀਂ ਦਊ। ਉਦੋਂ ਵੀ ਤੁਸੀਂ ਕਹਿੰਦੇ ਸੀ ਬਾਠ ਤੇਰੀ ਸੁਪਨ ਦੁਨੀਆ। ਮੇਰੀ ਬੇਨਤੀ ਸੁਣੋ, ਮੈਂ ਕਹਿੰਦਾ ਜਵਾਬ ਇਹ ਤਾਂ ਜੇ ਆਉਣ ਦੀ ਗੱਲ ਹੋਈ ਹੈ, ਜੇ ਉਹਨਾਂ ਨੇ ਕਿਹਾ ਵੀ ਆ ਜਾਓ ਜੀ, ਨਾ ਕੋ ਆਇਆ, ਨਾ ਕਿਸੇ ਨੇ ਜੇ ਨਾ ਦਿੱਤੇ, ਨਾ ਉਦੋਂ ਬਾਅਦ ਉਹਨਾਂ ਦੀ ਗੱਲ ਮੰਨੀ, ਮੈਂ ਉਹੀ ਗੱਲ ਕਰਦਾ ਵੀ ਠੀਕ ਹੈ, ਇਦਾਂ ਹੋਣਾ ਚਾਹੀਦਾ। ਜੋ ਤੁਸੀਂ ਕਹਿ ਰਹੇ ਬੜੀ ਆਈਡੀਅਲ ਸਿਚੁਏਸ਼ਨ ਹੈ, ਪਰ ਕਾਰਨ ਇਹ ਆ ਵੀ ਉੱਥੋਂ ਤੱਕ ਆਪਣ ਦਾ ਜੇ ਟਾਈਮ ਲੱਗਣਾ, ਕਿਉਂਕਿ ਕਾਰਨ ਇਹ ਆ ਵੀ ਐਡਾ ਕੋਈ ਮਤਲਬ ਦਹੀਂ 'ਚ ਖੰਡ ਪਾ ਕੇ ਕੋਈ ਨਹੀਂ ਚੱਲਿਆ ਘਰੋਂ ਵੀ ਹਾਂ ਵੀਰ ਅੱਜ ਨਾ ਬਸ ਵੇਖੀ ਸਹੀ ਜੇਕਰ ਮੈਂ ਵੱਟ ਕਿੱਦਾਂ ਕੱਢ ਦਿੰਦਾ। ਉਹ ਵੱਟ ਉਹਨਾਂ ਨੂੰ ਪਹਿਲਾਂ ਦਿਸਣ ਡਿਆ ਵੀ ਵੀਰ ਉੱਥੇ ਜਾਵਾਂਗੇ ਮਗਰੋਂ ਤੇ ਕੋਈ ਨਾ ਕੋਈ ਰੌਲਾ ਪਹਿਲਾਂ ਪੈ ਜਾਣਾ। ਕਿਉਂਕਿ ਇੱਕ ਹੁੰਦਾ ਨਾ ਉਹ ਜਿਹੜਾ ਕਹਿੰਦੇ ਇਸ ਹਮਾਮ ਮੇ ਸਭੀ ਨੰਗੇ ਹੈ, ਰੌਲਾ ਤੇ ਉਹ ਹਮਾਮ ਦਾ ਵੀ ਜਿਹਨੂੰ ਦਰਵਾਜ਼ੇ ਪਹਿਲਾਂ ਨਹੀਂ ਲਵਾਏ ਹੈ ਨਾ। ਹੁਣ ਪਤਾ ਲੱਗਦਾ ਵੀ ਅਗਲਾ ਕਹਿੰਦਾ ਭਾਈ ਸਾਹਿਬ ਉਹ ਤਾਂ ਹੁਣ ਅਸੀਂ ਦੱਸਾਂਗੇ ਵੀ ਅੰਦਰ ਕੀ ਕੁਝ ਹੁੰਦਾ ਰਿਹਾ। ਸੋ ਜਿੱਧਰ ਨੂੰ ਕੰਮ ਤੁਰ ਪਿਆ, ਨੋ ਡਾਊਟ ਇਹ ਬਹੁਤ ਵਧੀਆ ਉਪਰਾਲਾ, ਕਿਉਂਕਿ ਵਿਚਾਰ ਦੀ ਗੱਲ ਹੋਣੀ ਚਾਹੀਦੀ ਹੈ, ਵਿਚਾਰ ਆਦਾਨ ਪ੍ਰਦਾਨ ਹੋਵੇ, ਇੱਕ ਦੂਜੇ ਨੂੰ ਗੱਲ ਪਤਾ ਲੱਗੇ ਵੀ ਆਹ ਸਵਾਲ ਆ ਜਵਾਬ ਹੈ, ਅਸੀਂ ਆਹ ਕੀਤਾ, ਅਸੀਂ ਆਹ ਨਹੀਂ ਕੀਤਾ, ਅਸੀਂ ਆਹ ਕਰ ਸਕਦੇ, ਅਸੀਂ ਆਹ ਕਰ ਨਹੀਂ ਸਕੇ, ਜੋ ਕੁਝ ਵੀ ਹੈਗਾ ਕਲੀਅਰ ਹੋਵੇ, ਤਾਂ ਜੋ ਅਗਲੀ ਵਾਰ ਲੋਕਾਂ ਨੂੰ ਵੀ ਪਤਾ ਹੋਵੇ ਵੀ ਵੀਰ ਇੱਥੇ ਜੇ ਗੱਲ ਖੜੀ ਸੀ ਜੀ, ਇੱਥੋਂ ਤੱਕ ਲਿਜਾਣ ਦੀ ਸਾਡੇ ਨਾਲ ਗੱਲ ਹੋਈ ਆ, ਜੇ ਕੋਈ ਨਹੀਂ ਲਿਜਾ ਸਕਿਆ ਤਾਂ ਉਹਦੇ ਦਿਵਾਲੇ ਹੋ ਜਾਣਗੇ। ਆਹ ਜਿਹੜੀ ਚੀਜ਼ ਮੇਰੇ ਖਿਆਲ ਨਾਲ ਜੇ ਕਿਤੇ ਕਲੀਅਰ ਹੋਣ ਲੱਗ ਪਏ, ਆਮ ਬੰਦਿਆਂ ਨੂੰ ਪਤਾ ਲੱਗਣ ਲੱਗ ਪਏ, ਫਿਰ ਤੇ ਕੰਮ ਬੜਾ ਸੌਖਾ। ਕਿਉਂਕਿ ਹੁਣ ਰੌਲਾ ਤੇ ਇਸੇ ਚੀਜ਼ ਦਾ ਨਾ ਵੀ ਅੱਜ ਜੇ ਮੰਨ ਲਓ ਵੀ ਉੱਥੇ ਰੌਲਾ ਪੈਂਦਾ ਵੀ ਹਾਂਜੀ ਇਹ ਕਿਸਾਨ ਜੀ, ਇਹ ਤਾਂ ਜੀ ਕਾਂਗਰਸ ਵਾਲੇ ਆ, ਇਹ ਤਾਂ ਅਕਾਲੀ ਦਲ ਵਾਲੇ, ਇਹ ਤਾਂ ਆਪ ਵਾਲੇ ਆ, ਇਹੋ ਹੀ ਕਹਿੰਦੀ ਹੈ ਬੀਜੇਪੀ। ਤੇ ਜੇ ਬੀਜੇਪੀ ਦੇ ਕਿਸੇ ਲੀਡਰ ਨੂੰ ਪੁੱਛ ਲਓ ਤੇ ਉਹ ਕਹਿੰਦੇ ਵੀ ਅੱਜ ਨਾ ਕਣਕ ਦਾ ਰੇਟ ਵਧਾਉਣ ਤੇ ਨਹੀਂ, ਉਧਰੋਂ ਕਾਂਗਰਸ ਵਾਲਿਆਂ ਕਿ ਬਹੁਤ ਮਾਮੂਲੀ ਵਾਧਾ ਕੀਤਾ, ਜ਼ਿਆਦਾ ਚਾਹੀਦਾ, ਉਧਰੋਂ ਬੀਜੇਪੀ ਵਾਲੇ ਲੱਗ ਪਏ ਕਹਿੰਦੇ ਵੀ ਤੁਸੀਂ ਇੰਨੇ ਸਾਲ ਰਾਜ ਕੀਤੇ, ਤੁਸੀਂ ਕਿੰਨਾ ਕੁ ਵਧਾਤਾ ਵੀ, ਉਹਨਾਂ ਦੇ ਡਾਟੇ ਕੱਢੀ ਜਾਂਦੇ। ਉਹ ਗੱਲ ਤੇ ਹੋਈ ਆ ਵੀ ਅਗਲਾ ਕਹਿੰਦਾ ਇਦਾਂ ਮੈਂ ਵੇਖਿਆ ਇਹ ਨੰਗਾ ਸੀ ਉੱਥੇ, ਉਹ ਕਹਿੰਦਾ ਵੀਰਾ ਫੋਟੋ ਸਾਡੇ ਕੋਲ ਹੈਗੀ, ਤੂੰ ਸਾਡੇ ਨਾਲੋਂ ਜ਼ਿਆਦਾ ਸੀਗਾ, ਹੋਰ ਦੱਸ। ਅਜੇ ਤਾਂ ਇੱਥੇ ਕੰਮ ਡਿਆ ਅਬੇ, ਜਿਹੜੀ ਮੇਰੀ ਫੋਟੋ ਖਿੱਚੀ ਪਿੱਛੇ ਸ਼ੀਸ਼ਾ ਲੱਗਾ, ਤੂੰ ਵੀ ਉਹਨੇ ਨੰਗਾ ਹੀ ਖੜਾ। ਹੁਣ ਸੰਧਾਲੀਆ ਸਾਹਿਬ ਮੈਨੂੰ ਇੱਕ ਹੋਰ ਸਟੇਜ ਲੱਗਦੀ ਹੈ, ਉਹ ਸਟੇਜ ਪਤਾ ਕਿਹੜੀ ਹੈ? ਉਹ ਸਟੇਜ ਇਹ ਹੈ ਕਿ ਕੁਲਤਾਰ ਸਿੰਘ ਸੰਧਵਾਰਾ ਨੇ ਕਹਿਤਾ ਕਿ ਸਾਨੂੰ ਕਿਸਾਨ ਲੀਡਰਾਂ ਦਾ ਫੈਸਲਾ ਪ੍ਰਵਾਨ ਹੋਊਗਾ, ਉਹਨਾਂ ਨੇ ਕਹਿਤਾ। ਉਧਰਲੇ ਪਾਸੇ ਅਕਾਲੀ ਦਲ ਦੀ ਕੋਰ ਕਮੇਟੀ ਦੀ ਉਹਨਾਂ ਨੇ ਬੈਠਕ ਕਰ ਲਈ ਕਿ ਭਾਈ ਅਗਲਿਆਂ ਤਾਂ ਆਹ ਕਰਤਾ ਹੀ।
ਉਹ ਦਲਜੀਤ ਸਿੰਘ ਚੀਮਾ ਸਾਹਿਬ ਨੂੰ ਪੁੱਛਿਆ ਗਿਆ, ਡਾਕਟਰ ਸਾਹਿਬ, ਉਹ ਕਹਿੰਦੇ ਜੀ ਦੇਖੋ ਅਸੀਂ ਆਪਸ ਵਿੱਚ ਬੈਠਕ ਕੀਤੀ ਹੈ, ਬੰਦੇ ਸਾਡੇ ਨੁਮਾਇੰਦੇ ਜਾਣਗੇ, ਮੈਂ ਨਾਲ ਜਾਵਾਂਗਾ ਤੇ ਫਿਰ ਬਾਅਦ ਵਿੱਚ ਜੋ ਉੱਥੇ ਗੱਲਾਂ ਬਾਤਾਂ ਹੋਣਗੀਆਂ ਬਾਅਦ ਵਿੱਚ ਅਸੀਂ ਡਿਸਾਈਡ ਕਰਾਂਗੇ। ਕਾਂਗਰਸ ਪਾਰਟੀ ਵਾਲੇ ਨੇ ਜੇ ਪੱਤੇ ਆਪਣੇ ਖੋਲੇ ਨਹੀਂ। ਬੀਬੀ ਹਰਸਿਮਰਤ ਕੌਰ ਬਾਦਲ ਦਾ ਵੀ ਬਿਆਨ ਆਇਆ ਕਿ ਭਾਈ ਅਸੀਂ ਜਾਵਾਂਗੇ, ਅਸੀਂ ਤਾਂ ਕਿਸਾਨਾਂ ਦੇ ਨਾਲ ਆ। ਬਹੁਤ ਚੰਗਾ। ਮੈਨੂੰ ਕੀ ਲੱਗਦਾ ਹੈ, ਸਾਰੀਆਂ ਧਿਰਾਂ ਕਹਿੰਦੀਆਂ ਕਿ ਅਸੀਂ ਕਿਸਾਨਾਂ ਦੇ ਨਾਲ ਆ, ਬੀਜੇਪੀ ਨੂੰ ਤਾਂ ਉਹਨਾਂ ਨੇ ਸੱਦਿਆ ਹੀ ਨਹੀਂ। ਹੁਣ ਹੋਣਾ ਪਤਾ ਕੀ ਹੈ, ਜਿਹੜੀ ਬਹੁਤ ਕਮਾਲ ਦੀ ਗੱਲ ਹੋਣੀ ਹੈ, ਇੱਕ ਬਹੁਤ ਵੱਡਾ ਸਵਾਲ ਹੈ। ਮੈਂ ਕਹਿੰਦਾ ਕਿ ਸਿਆਸੀ ਲੀਡਰਾਂ ਦਾ ਹੱਕ ਬਣਦਾ ਲੋਕਤੰਤਰਿਕ ਤੌਰ ਤੇ, ਕਾਨੂੰਨੀ ਤੌਰ ਤੇ ਰੈਲੀਆਂ ਕਰਨਾ, ਰੋਡ ਸ਼ੋਅ ਕਰਨਾ, ਲੋਕਾਂ 'ਚ ਜਾਣਾ, ਇਕੱਠ ਕਰਨ ਤੋਂ ਨਾ ਰੋਕ ਨਹੀਂ ਸਕਦਾ ਕੋਈ। ਉਹਨਾਂ ਦਾ ਹੱਕ ਹੈ, ਕੋਈ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਹੇ, ਅਸੀਂ ਫਿਰ ਕਹਿੰਦੇ ਆ। ਪਰ ਲੀਡਰ ਸਿਆਣੇ ਨੇ, ਹੱਕ ਹੋਣ ਦੇ ਬਾਵਜੂਦ ਵੀ ਪਹਿਲਾਂ ਕਿਸਾਨਾਂ ਦੀ ਗੱਲ ਸੁਣਨ ਆ ਰਹੇ ਹੈ। ਮੈਂ ਕਹਿੰਦਾ ਕਿ ਇਹਨਾਂ ਨੂੰ ਰੈਲੀਆਂ ਕਰਨ ਦੇਣੀਆਂ ਚਾਹੀਦੀਆਂ, ਰੋਡ ਸ਼ੋਅ ਕਰਨ ਦੇਣੇ ਚਾਹੀਦੇ, ਬੈਨਰ ਲਾਉਣ ਦੇਣੇ ਚਾਹੀਦੇ। ਪਰ ਜੇ ਕਿਉਂ ਲਾਉਣ ਦੇਣੇ ਚਾਹੀਦੇ ਆ? ਜੇ ਤਾਂ ਰੈਲੀਆਂ ਕਰਨ ਦੇ ਨਾਲ ਪੰਜਾਬ ਦੇ ਲੋਕਾਂ ਦਾ ਕੈਂਸਰ ਦੂਰ ਹੁੰਦਾ, ਕਰਨ ਦਿਓ ਰੈਲੀਆਂ। ਜੇ ਰੈਲੀਆਂ ਕਰਨ ਦੇ ਨਾਲ ਸਿਆਸੀ ਪਾਰਟੀਆਂ ਗਾਰੰਟੀ ਕਾਰਡ ਦਿੰਦੀਆਂ ਕਿ ਭਾਈ ਆ ਗੁਲਾਬੀ ਸੁੰਡੀ ਜਿਹੜੀ ਨਰਮੇ ਨੂੰ ਚਿੰਬੜੀ ਹੈ ਉਹ ਉੱਡ ਜੂਗੀ, ਟਿੰਡੇ ਤੁਹਾਡੇ ਅੰਦਰੋਂ ਕਾਲੇ ਨਹੀਂ ਦੁਬਾਰਾ ਉਦਾਂ ਦੀ ਹੋ ਜਾਣਗੇ, ਕਰਨ ਦੇਣੀਆਂ ਚਾਹੀਦੀਆਂ। ਜੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਖੇਡਾਂ ਦਾ ਸਮਾਨ ਪੂਰਾ ਹੋ ਜਾਊਗਾ ਰੈਲੀਆਂ ਤੇ ਰੋਡ ਸ਼ੋਅ ਕਰਨ ਦੇ ਨਾਲ, ਜ਼ਰੂਰ ਕਰਨੀਆਂ ਚਾਹੀਦੀਆਂ। 4 ਪੈਸੇ ਵੀ ਦੇਣੇ ਚਾਹੀਦੇ ਇਹਨਾਂ ਨੂੰ ਵੀ ਜ਼ਰੂਰ ਕਰੋ। ਜੇ ਹਸਪਤਾਲਾਂ 'ਚ ਡਾਕਟਰ ਆ ਜਾਣਗੇ, ਕਾਲਜ ਦੇ ਵਿੱਚ ਲੈਕਚਰਰ ਆ ਜਾਣਗੇ, ਜੇ ਪਿੰਡ ਦੇ ਵਿੱਚ ਕੋਚ ਆ ਜਾਊਗਾ, ਸਟੇਡੀਅਮ ਬਣ ਜਾਊਗਾ, ਫਿਰ ਬਕਾਇਦਾ ਕਰਨ ਦੇਣੀਆਂ ਚਾਹੀਦੀਆਂ। ਜੇ ਪੰਜਾਬ ਦੇ ਵਿੱਚ ਪੋਲੀਟੀਕਲ ਪਾਰਟੀਆਂ ਇਸ ਵੇਲੇ ਰੈਲੀਆਂ ਕਰਦੀਆਂ, ਉਹਦੇ ਨਾਲ ਖੇਤੀ ਕਾਨੂੰਨ ਰੱਦ ਹੁੰਦੇ ਆ ਜਾਂ ਕਿਸਾਨ ਨੂੰ ਫਸਲ ਦਾ ਪੂਰਾ ਮੁੱਲ ਮਿਲ ਜਾਣਾ, ਫਿਰ ਮੈਂ ਕਹਿੰਦਾ ਕਿ ਬਿਲਕੁਲ ਕਰਨੀਆਂ ਚਾਹੀਦੀਆਂ ਤੇ ਅੱਜੇ ਹੀ ਕਰਨੀਆਂ ਚਾਹੀਦੀਆਂ। ਸ਼ੁਰੂ ਕਰੋ ਤੇ ਬੰਦ ਨਾ ਕਰਿਓ ਜਦੋਂ ਤੱਕ ਕੰਮ ਨਹੀਂ ਮੁੱਕਦਾ। ਮੈਂ ਹੋਰ ਕਹਿਣਾ, ਸੰਧਾਵਾਲੀਆ ਸਾਹਿਬ, ਜੇ ਤਾਂ ਸਿਆਸੀ ਪਾਰਟੀਆਂ ਦੇ ਰੈਲੀਆਂ ਕਰਨ ਦੇ ਨਾਲ ਪੰਜਾਬ ਰੋਡਵੇਜ ਪੈਰਾਂ ਸਿਰ ਆ ਜਾਂਦੀ ਹੈ, ਉਹਦੀਆਂ 2407 ਬੱਸਾਂ ਦਾ ਫਲੀਟ ਪੂਰਾ ਹੋ ਜਾਂਦਾ, ਫਿਰ ਜ਼ਰੂਰ ਇਹਨਾਂ ਨੂੰ ਰੈਲੀਆਂ ਵੀ ਕਰਨ ਦੇਣੀਆਂ ਚਾਹੀਦੀਆਂ ਤੇ ਇਹਨਾਂ ਦਾ ਹੱਕ ਹੈ, ਕਾਨੂੰਨ ਆਗਿਆ ਦਿੰਦਾ ਹੈ। ਪਰ ਜੇ ਇਹਨਾਂ ਦੇ ਵਿੱਚੋਂ ਇੱਕ ਵੀ ਮਸਲਾ ਰੈਲੀਆਂ ਕਰਨ ਦੇ ਨਾਲ, ਰੋਡ ਸ਼ੋਅ ਕਰਨ ਦੇ ਨਾਲ ਹੱਲ ਹੋ ਜਾਂਦਾ ਤਾਂ ਫਿਰ ਜ਼ਰੂਰ ਕਰਨ ਦੇਣੀਆਂ ਚਾਹੀਦੀਆਂ। ਪਰ ਜੇ ਕੋਈ ਵੀ ਨਹੀਂ ਹੱਲ ਹੁੰਦਾ, ਫਿਰ ਕਿਉਂ ਨਾ ਡਿਬੇਟ ਕਰਕੇ ਐਤਕੀ ਸਸਤੀ ਇਲੈਕਸ਼ਨ ਕਰਕੇ ਵੋਟਾਂ ਪਾ ਲਈਏ ਤਾਂ ਜਿਹੜੇ ਸਿਆਸੀ ਪਾਰਟੀਆਂ ਦਾ ਕਰੋੜਾਂ ਰੁਪਈਆ ਬਚਣਾ ਹੈ, ਉਹਨਾਂ ਰੁਪਈਆਂ ਦਾ ਕਿਸੇ ਦਾ ਕੈਂਸਰ ਦਾ ਇਲਾਜ ਕਰਾ ਦਈਏ। ਨਹੀਂ ਇਹ ਬਹੁਤ ਜ਼ਰੂਰੀ। ਜੇ ਇਦਾਂ ਹੋ ਜੇ ਤੇ ਇਹਦੇ ਨਾਲ ਦੀ ਤਰੀਸ ਨਹੀਂ, ਪਰ ਕਰਨਾ ਨਹੀਂ ਨਾ ਇਦਾਂ। ਨਹੀਂ, ਅਸੀਂ ਤਾਂ ਰਸਤਾ ਦੱਸਦੇ ਹਾਂ। ਇਹ ਰਸਤੇ ਦੇ ਵਿੱਚ ਇੱਕ ਚੀਜ਼ ਜਿਹੜੀ ਹੋ ਸਕਦਾ, ਦੇਖੋ ਕਿਸਾਨ ਲੀਡਰ ਸਿਆਣੇ ਨੇ, ਬਜ਼ੁਰਗ ਨੇ, ਉਹਨਾਂ ਨੇ ਆਪਣੀ ਸਮਝ ਦੇ ਮੁਤਾਬਕ ਹੀ ਸਾਰੇ ਫੈਸਲੇ ਲੈਣੇ। ਪਰ ਮੈਨੂੰ ਇੱਕ ਚੀਜ਼ ਲੱਗਦੀ ਹੈ ਵੀ ਜਿੱਦਾਂ ਹੁਣ ਬੀਜੇਪੀ ਨੂੰ ਨਹੀਂ ਸੱਦਾ ਦਿੱਤਾ ਗਿਆ, ਮੈਨੂੰ ਲੱਗਦਾ ਵੀ ਸੱਦਾ ਉਹਨਾਂ ਨੂੰ ਵੀ ਦਿੱਤਾ ਜਾਣਾ ਚਾਹੀਦਾ ਹੈ, ਬਰਾਬਰ ਉਹਨਾਂ ਨੂੰ ਬਿਠਾ ਲੈਂਦੇ ਉਹ ਜਾਣੇ। ਹੁਣ ਕੀ ਹੋਣਾ ਵੀ ਜੇ ਮੰਨ ਲਓ ਇਹ ਮੀਟਿੰਗ ਸਾਰੀ ਨਿਬੜਦੀ ਨਾ, ਲੈ ਵੀ ਅੱਜ ਆਇਆ ਲੈ ਇੱਕ ਅੱਧੇ ਲੀਡਰ ਦਾ ਕੋਈ ਵੱਖੀਓਂ ਬਿਆਨ, ਓਏ ਕਿਸਾਨਾਂ ਕਸੂਨਾਂ ਦੀ ਥੋੜਾ ਮੀਟਿੰਗ ਆ, ਇਹਦੇ ਰਲੇ ਆ ਕਾਂਗਰਸ ਵਾਲੇ ਤੇ ਅਕਾਲੀ ਦਲ ਤੇ ਆਪ ਵਾਲੇ, ਇਹੋ ਹੀ ਤੇ ਡੈ ਸਾਰਾ ਪ੍ਰਦਰਸ਼ਨ ਕਰਾਉਣ, ਅੰਦਰ ਬਹਿ ਕੇ ਸਲਾਹ ਕਰਨ ਲੱਗੇ ਵੀ ਹੁਣ ਆਪਾਂ ਕਰਨਾ, ਤਾਂ ਹੀ ਉਹਦੇ ਸਾਨੂੰ ਨਹੀਂ ਸੱਦਿਆ। ਇਹ ਮੌਕਾ ਨਹੀਂ ਸੀ ਦੇਣਾ ਚਾਹੀਦਾ ਉਹਨਾਂ ਨੂੰ। ਉਹਨਾਂ ਨੂੰ ਕਹਿੰਦੇ ਵੀ ਵੀਰ 5 ਬੰਦੇ ਤੁਸੀਂ ਆਪਣੇ ਲਿਆਓ ਸਿਆਣੇ, ਤੁਸੀਂ ਇਹ ਕਹਿੰਦੇ ਵੀ ਸਾਨੂੰ ਪੰਜਾਬ ਦੇ ਵਿੱਚ ਰਾਜ ਕਰਨ ਦਾ ਮੌਕਾ ਨਹੀਂ ਮਿਲਿਆ, ਇਹ ਤੇ ਗੱਲ ਝੂਠ। 10 ਸਾਲ ਅਕਾਲੀਆਂ ਨਾਲ ਮਿਲਿਆ, ਉਹ ਜਾਣੇ ਸਗੋਂ ਵਧੀਆ ਹੋ ਜਾਊ ਵੀ 5 ਅਕਾਲੀਆਂ ਦੇ 5 ਤੁਹਾਡੇ, ਸਗੋਂ 10 ਸਾਲਾਂ ਦੇ 10 ਬੰਦੇ ਜਵਾਬ ਦੇਣਗੇ ਵੀ ਭਾਈ ਸਾਹਿਬ ਅਸੀਂ ਆਹ ਕੀਤਾ ਤੇ ਗਾਂ ਅਸੀਂ ਆਹ ਕਰਨਾ। ਦੂਜੀ ਚੀਜ਼ ਇਹ ਕਿ ਜਿਹੜਾ ਇਹ ਕਿਹਾ ਜਾਂਦਾ ਕਿ ਭਾਈ ਸਾਹਿਬ ਬੀਜੇਪੀ ਦੀ ਸਰਕਾਰ ਬਾਕੀ ਸਟੇਟਾਂ 'ਚ ਕਰਦੀ ਹੈ ਜਾਂ ਕੇਂਦਰ ਦੀ, ਵਾਰ-ਵਾਰ ਤਾਂ ਗੱਲ ਇਹੀ ਕਰਦੇ ਨਾ, ਭਾਵੇਂ ਆਪਾਂ ਜਾਣੀ ਸਾਹਿਬ ਸੁਣ ਲਈਏ, ਉਹ ਹਰਜੀਤ ਸਿੰਘ ਹੋਰੀ ਸੁਣ ਲਈਏ ਜਾਂ ਹੋਰ ਕਈ ਬੰਦੇ ਨੇ, ਹੈ ਨਾ, ਉਹ ਕਹਿੰਦੇ ਵੀ ਮੋਦੀ ਸਾਹਿਬ ਨੇ ਕਿਸਾਨਾਂ ਲਈ ਆਹ ਕੀਤਾ, ਮੋਦੀ ਸਾਹਿਬ ਨੇ ਆਹ ਕੀਤਾ। ਮੈਂ ਕਹਿੰਦਾ ਵੀ ਸਗੋਂ ਆ ਲੈਣ ਦਿੰਦੇ, ਉਹ ਵਾਲੀਆਂ ਫਾਈਲਾਂ ਵੀ ਲੈ ਕੇ ਆਉਂਦੇ ਵੀ ਵੀਰ ਕੇਂਦਰ 'ਚ ਆਹ ਚੀਜ਼ਾਂ ਆਲਰੇਡੀ ਬਣੀਆਂ ਹੋਈਆਂ, ਇੱਥੇ ਚੀਜ਼ ਖੜੀ ਆ, ਤੇ ਉਦੋਂ ਕਿਸਾਨ ਵੀ ਘੱਟੋ ਘੱਟ ਪੁੱਛ ਲੈਂਦੇ ਵੀ ਯਾਰ ਪੰਜਾਬ 'ਚ ਤਾਂ ਮਿਲਦਾ ਨਹੀਂ, ਉਦੋਂ ਉਂਗਲ ਕਰਦੇ ਵੀ ਆ ਪੁੱਛੋ ਇਹਨੂੰ ਭਾਈ ਸਾਹਿਬ ਆ ਰਾਜ ਹੁਣ ਇਹ ਕਰਦੀ ਆ ਪਾਰਟੀ, ਕਿਉਂ ਨਹੀਂ ਦਿੰਦੇ? ਐਟਲੀਸਟ ਉਹ ਇੱਕ ਗੱਲ ਤੇ ਖੁੱਲਦੀ। ਮਤਲਬ ਮੈਂ ਨਹੀਂ ਕਹਿੰਦਾ ਵੀ ਭਾਈ ਸਾਹਿਬ ਮੇਰੇ ਕਹਿਣ ਤੇ ਅੱਜ ਹੀ ਕਿਸੇ ਨੂੰ ਸੱਦਾ ਦੇ ਦਿਓ, ਪਰ ਮੈਨੂੰ ਲੱਗਦਾ ਵੀ ਜੇ ਹੁਣ ਪਲੇਟਫਾਰਮ ਬਣ ਨਹੀਂ ਲੱਗਿਆ ਤੇ ਬਰਾਬਰ ਹਰੇਕ ਦੀ ਕੁਰਸੀ ਡਾਹ ਲਈ ਜਾਵੇ, ਤਾਂ ਜੋ ਉਹ ਜੇ ਹੁਣ ਹਮਾਮ ਦੇ ਵਿੱਚੋਂ ਕਿਸੇ ਦੀ ਫੋਟੋ ਰਹਿ ਨਾ ਜਾਵੇ, ਇਕੱਲੇ ਤੇ ਨਿਕਲ ਆਵੇ ਭਾਈ ਸਾਹਿਬ ਕਿਹੜਾ ਕਸ਼ਾ ਪਾ ਕੇ ਸੀ ਤੇ ਕਿਹੜਾ ਉਦਾਂ ਹੀ। ਨਹੀਂ, ਗੱਲ ਤੁਹਾਡੀ ਠੀਕ ਹੈ। ਹੁਣ ਇਹ ਕਿਸਾਨ ਜਥੇਬੰਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਫੈਸਲਾ ਲੈਣਗੀਆਂ ਕਿ ਇਧਰਲੇ ਪਾਸੇ ਕੀ ਕਰਨਾ, ਕਿਉਂਕਿ ਵੈਸੇ ਤਾਂ 11 ਗੇਟ ਦੀ ਮੀਟਿੰਗ ਚੱਲੀ ਸੀ, ਉਹ ਦਿੱਲੀ ਦੇ ਵਿੱਚ ਪਰਲੇ ਪਾਸੇ ਤਾਂ ਦੋਨਾਂ ਧਿਰਾਂ ਨੇ ਆਪੋ ਆਪਣੇ ਪੱਖ ਰੱਖੇ ਸੀ ਤੇ ਉਹਦੇ ਵਿੱਚੋਂ ਸਾਰਾ ਕੁਝ ਜਿਹੜਾ ਉਹ ਨਿਕਲ ਕੇ ਸਾਹਮਣੇ ਆ ਗਿਆ ਸੀ। ਬਾਕੀ ਕੁੱਲ ਮਿਲਾ ਕੇ ਅਸੀਂ ਸ਼ੁਭ ਸ਼ਾਮਾਂ ਦਿੰਨੇ ਆ। 1.5 ਸਾਲ ਪਹਿਲਾਂ ਤੱਕ ਕਿਸੇ ਨੂੰ ਕੋਈ ਆਸ ਤੇ ਉਮੀਦ ਨਹੀਂ ਸੀ ਕਿ ਕਦੇ ਇਦਾਂ ਹੋ ਜਾਊ। ਸਿਆਸੀ ਪਾਰਟੀਆਂ ਨੂੰ ਮੀਟਿੰਗਾਂ ਕਰਕੇ ਕਿਸਾਨਾਂ ਦੇ ਜਿਹੜੇ ਪ੍ਰਤੀਨਿਧ ਨੇ, ਲੋਕਾਂ ਦੇ ਜਿਹੜੇ ਪ੍ਰਤੀਨਿਧ ਨੇ, ਉਹਨਾਂ ਤੱਕ ਗੱਲ ਲਿਆਉਣੀ ਪਈ। ਹੁਣ ਰੈਲੀਆਂ ਵੀ ਪੋਸਟਪੋਨ ਅਕਾਲੀਆਂ ਨੇ ਕੀਤੀਆਂ, ਬਹੁਤ ਇੱਕ ਵੱਡਾ ਮਸਲਾ ਹੈ, ਕੀ ਚੱਲ ਪਾਉਣਗੀਆਂ ਕਿ ਨਹੀਂ। ਕਾਂਗਰਸੀ ਵੀ ਇਕੱਠ ਕਰਦੇ ਆ, ਆਮ ਆਦਮੀ ਪਾਰਟੀ ਵਾਲੇ ਵੀ ਕਰਦੇ ਆ,
ਕੀ ਹੁਣ ਕਦੋਂ ਕਰ ਪਾਉਣਗੇ, ਇਹ ਵੀ ਆਪਣੇ ਅੱਜ ਇੱਕ ਬਹੁਤ ਵੱਡੀ ਦੁਚਿੱਤੀ ਜਿਹੀ ਹੈ। ਪਰ ਸੰਧਾਲੀਆ ਸਾਹਿਬ ਇੱਕ ਗੱਲ ਹੈਗੀ ਹੈ ਕਿ ਇਹ ਇਕੱਲਾ ਖੇਤੀਬਾੜੀ ਦਾ ਮੁੱਦਾ ਨਹੀਂ ਤੇ ਨਾ ਇਕੱਲੇ ਕਿਸਾਨਾਂ ਦੇ ਸਿਰ ਤੇ ਸਿਚੁਏਸ਼ਨ ਆਈ ਹੈ। ਕਿਸਾਨਾਂ ਦੇ ਨਾਲ ਮਜ਼ਦੂਰ ਸੀ, ਛੋਟਾ ਦੁਕਾਨਦਾਰ ਸੀ, ਵਪਾਰੀ ਸੀ, ਹਰ ਆਮ ਖਾਸ ਬੰਦਾ ਸੀ, ਯੂਨੀਵਰਸਿਟੀਆਂ ਦੇ ਪੜ੍ਹੇ ਸੀ। ਲੋਕ ਧਰਮ ਤੋਂ, ਜਾਤੀ ਤੋਂ, ਆਪਣੇ ਭੇਦਭਾਵ ਤੋਂ ਉੱਪਰ ਉੱਠੇ ਸੀ, ਇਕਮੁੱਠ ਹੋਏ, ਤਾਂ ਜਾ ਕੇ ਕਦੀ ਪਹਿਲੀ ਵਾਰ ਪੰਜਾਬ ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਲੋਕਾਂ ਦੇ ਮੁੱਦੇ ਉੱਠਣ ਲੱਗੇ ਆ। ਤੇ ਜੇ ਕਿਸੇ ਨੂੰ ਇਹ ਲੱਗਦਾ ਕਿ ਮੇਰਾ ਖੇਤਾਂ ਨਾਲ ਸੰਬੰਧ ਕੋਈ ਨਹੀਂ, ਮੇਰੀ ਤਾਂ ਮਰਲਾ ਜ਼ਮੀਨ ਨਹੀਂ, ਮੈਂ ਕਦੇ ਖੇਤੀ ਕੀਤੀ ਨਹੀਂ, ਨਾ ਕਦੇ ਕਰਨੀ ਆ, ਪੈਸੇ ਦਈਦੇ ਆ, ਰੇੜੀ ਤੋਂ ਚੀਜ਼ ਲੈ ਕੇ ਆਈਦੀ ਆ, ਪੈਸੇ ਦਈਦੇ ਆ, ਸਟੋਰ ਤੋਂ ਸਮਾਨ ਲੈ ਕੇ ਆਈਦਾ, ਠੀਕ ਹੈ। ਪਰ ਪੰਜਾਬ ਦੇ ਲੋਕਾਂ ਦੇ ਬਹੁਤੇ ਪੈਸੇ ਜਾਂ ਤਾਂ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜ੍ਹਾਉਣ ਤੇ ਲੱਗਦੇ ਆ, ਜਾਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਮਹਿੰਗਾ ਇਲਾਜ ਕਰਾਉਣ ਤੇ ਲੱਗਦੇ ਆ। ਇਹ ਕੰਮ ਇੱਥੇ ਥੋੜੀ ਮੁੱਕਣਾ ਹੈ। ਅੱਜ ਲੀਡਰ ਜਦੋਂ ਘਰੋਂ ਉੱਠ ਕੇ ਤੁਰਦਾ ਹੈ, ਜਦੋਂ ਦਸਤਾਰ ਚੰਗੀ ਤਰ੍ਹਾਂ ਸਜਾਉਂਦਾ ਹੈ, ਜਾਂ ਬਾਲਾਂ ਦੇ ਵਿੱਚ ਕੰਘੀ ਫੇਰਦਾ ਹੈ, ਕਿਤੇ ਚੱਲਿਆ, ਉਹਨੂੰ ਇਸ ਗੱਲ ਦਾ ਤੌਖਲਾ ਘੱਟ ਹੁੰਦਾ ਹੈ ਕਿ ਭਾਈ ਮੇਰੀ ਕੁਰਸੀ ਸਭ ਤੋਂ ਅੱਗੇ ਹੋਊਗੀ ਨਹੀਂ, ਉਹਨੂੰ ਇਸ ਗੱਲ ਦਾ ਤੌਖਲਾ ਵੱਧ ਹੁੰਦਾ ਕਿ ਮੈਨੂੰ ਸਵਾਲ ਕਿਹੜਾ ਪੁੱਛਿਆ ਜਾਊਗਾ। ਜੇ ਕੱਲ ਨੂੰ ਪੰਜਾਬ ਦੇ ਲੋਕ ਸਾਰੇ ਲੀਡਰਾਂ ਨੂੰ, ਸੱਤਾਧਾਰੀ ਵਿਰੋਧੀਆਂ ਨੂੰ ਖੇਤੀਬਾੜੀ ਵਾਲਾ ਮੁੱਦਾ ਹੱਲ ਹੋਣ ਤੋਂ ਬਾਅਦ ਇਹ ਪੁੱਛਣਗੇ ਕਿ ਐਮਐਲਏ ਸਾਹਿਬ, ਹਲਕਾ ਇੰਚਾਰਜ ਸਾਹਿਬ, ਮਾੜਾ ਜਿਹਾ ਨਾਲ ਆਇਓ, ਸਕੂਲ ਜਾਣਾ ਹੈ, ਮਾੜਾ ਜਿਹਾ ਨਾਲ ਆਇਓ, ਹਸਪਤਾਲ ਨੇੜੇ ਹੀ ਆ ਜਾਣਾ ਹੈ, ਮਾੜਾ ਜਿਹਾ ਦੇਖਿਓ ਤੁਸੀਂ ਪਜਾਮਾ ਟੰਗ ਲਿਓ, ਡਿਸਪੈਂਸਰੀ ਜਾਣਾ ਹੈ, ਘਾਹ ਬਹੁਤ ਉੱਗਿਆ, ਆ ਮਾੜਾ ਜਿਹਾ ਮੈਡੀਕਲ ਸਟੋਰ ਦੇ ਅੰਦਰ ਜਾ ਕੇ ਦੇਖਿਓ, ਓਪੀਡੀ ਦੇਖਿਓ ਕਿੰਨੀ ਦੇਰ ਚੱਲਦੀ ਹੈ, ਡਾਕਟਰਾਂ ਦੀਆਂ ਅਸਾਮੀਆਂ ਦੇਖੋ ਖਾਲੀ ਕਿੰਨੀਆਂ, ਭਰੀਆਂ ਕਿੰਨੀਆਂ। ਤਾਂ ਉਹਨਾਂ ਨੂੰ ਉਧਰ ਆਉਣਾ ਪਊਗਾ। ਜੇ ਅੱਜ ਉਹ ਕਿਸਾਨ ਆਗੂਆਂ ਦੇ ਮੂਹਰੇ ਬੈਠਣ ਨੂੰ ਤਿਆਰ ਨਹੀਂ, ਕਿਉਂਕਿ ਲੋਕ ਇਕੱਠੇ ਹੋਏ ਆ, ਕੱਲ ਨੂੰ ਤੁਹਾਡੇ ਸਕੂਲਾਂ 'ਚ ਅਧਿਆਪਕ ਵੀ ਭਰਤੀ ਕਰਨਗੇ ਤੇ ਪੱਕੇ ਕਰਨਗੇ, ਕੱਲ ਨੂੰ ਤੁਹਾਡੇ ਹਸਪਤਾਲਾਂ 'ਚ ਡਾਕਟਰ ਵੀ ਭਰਤੀ ਕਰਨਗੇ, ਪੱਕੇ ਕਰਨਗੇ। ਸ਼ਰਤ ਇੱਕੋ ਹੀ ਹੈ, ਲੋਕ ਹਿੰਸਾ ਤੋਂ ਦੂਰ ਰਹਿਣ, ਸੱਭਿਅਕ ਭਾਸ਼ਾ 'ਚ ਸਵਾਲ ਪੁੱਛਣ ਤੇ ਇਕਮੁੱਠ ਰਹਿਣ। ਪੰਜਾਬ 'ਚ ਤਬਦੀਲੀ ਦਾ ਦੌਰ ਸ਼ੁਰੂ ਹੋਣ ਜਾ ਰਿਹਾ, ਗਵਾਇਓ ਨਾ। ਇਹ ਬਹੁਤ ਵਧੀਆ ਗੱਲ ਹੈ, ਪਰ ਦੇਖੋ ਕਾਰਨ ਇਹ ਆ ਵੀ ਵਾਰ-ਵਾਰ ਜਿਹੜੀ ਤੋਪ ਹੈ ਨਾ, ਲੀਡਰ ਪਹਿਲਾਂ ਵੀ ਚਲਾਉਂਦੇ ਰਹੇ ਆ, ਗੋਰੇ ਦੇ ਗਏ ਸੀ ਇਹਨਾਂ ਨੂੰ, ਉਹ ਵਾਲੀ ਤੋਪ ਜੇ ਮਸਾਲਾ ਭਰ ਲੈਂਦੇ ਆ ਤੇ ਵੋਟਾਂ ਦੇ ਨੇੜੇ ਆ ਕੇ ਠਾ ਫੈਰ ਚੱਲ ਖਿਲਾਰ ਦਿੰਦੇ ਨਾਲ, ਲੋਕਾਂ ਦੇ ਅਸਰ ਵੀ ਹੁੰਦਾ। ਹੁਣ ਐਤਕੀ ਨਹੀਂ ਹੋ ਰਿਹਾ ਹੈ, ਬਹੁਤ ਵਧੀਆ ਗੱਲ ਹੈ, ਵਧਾਈ ਦੇ ਪਾਤਰ ਹੈ ਵੀ ਜਿਹੜਾ ਇਸ ਵਕਤ ਉਹ ਕਵਚ ਨਹੀਂ ਪਾ ਲੈਂਦੇ, ਸੁਰੱਖਿਆ ਕਵਚ ਜਿਹੜਾ ਇਸ ਵਕਤ ਲੋਕਾਂ ਨੇ ਪਾਇਆ, ਵੀ ਵਧਾਈ ਤੁਹਾਨੂੰ, ਬਹੁਤ ਵਧੀਆ ਗੱਲ ਹੈ। ਤੋਪ ਆ ਉਹ ਵੀ ਧਰਮ ਦਾ ਮੁੱਦਾ, ਗੋਲਾ ਚ ਵੰਨ-ਸਵੰਨੇ ਧਰਮ ਦਾ ਫਸਾ ਲੈਂਦੇ ਆ, ਕਦੀ ਆਹ ਠਾਕ ਕਰ ਦਿਓ, ਕਦੀ ਉਹ ਠਾਕ ਕਰ ਦਿਓ। ਪਿੱਛੇ ਜਿਹੀ ਵੀ ਗੱਲ ਚੱਲੀ ਸੀ, ਵਾਹਵਾ ਕੈਲਕੂਲੇਸ਼ਨ ਜੀ ਚੱਲੀ, ਉਹ ਕਹਿੰਦੇ ਵੀ ਯਾਰ ਪੰਜਾਬ 'ਚ ਕਿਹੜਾ ਮੁੱਦਾ हो सकता है कि सियाने सलाहकार ने सलाह देती हुई सर इतनी कैलकुलेशन से हिसाब से हमारे हिसाब से तो सर कोई 28% कहता है, कोई 30 कहता है, कोई 32, कोई 33, कोई 34% सर वहां पर एससी भाईचारा है। ओके फिट नाल ही लो जी असी तो फिर ऐतकी दलित भाईचारे चो मुख मंत्री बनाना। उधरों केजरीवाल साहब भी आए सी, कहते भी देखो मुख मंत्री तो होना सिख चेहरा पंजाब दा होर नहीं जी किते हो सकता, क्योंकि देखो इहो ही तो धरती है जिथे बन सकता। हुण जिहड़ा एक राष्ट्रवादी शिव सेना वालियां दा बयान आ गया, वो कहंदे असीं पूरा कैलकुलेटर मारिया भी जी 40% हिंदू आबादी है पंजाब ते सीएम चेहरा ते चाहीदा हिंदू, बाकी गल्लां रह गईयां पासे, होर नहीं जे कुछ भी बनना। हुण मैं ना भी आ देखो वार पहिलियां दे जिहड़े गोले दे फैर होए सी वो भी लोकां ने सुन लए, ਇਹ ਉਹ ਨਵਾਂ ਗੋਲਾ ਭਰ ਕੇ ਉਹਨਾਂ ਨੇ ਛੱਡਿਆ, ਇਹ ਕਿੱਥੋਂ ਤੱਕ ਅਸਰ ਕਰਦਾ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਗਿਆ। ਸੰਧਾਲੀਆ ਸਾਹਿਬ ਮੈਂ ਕਹਿਣਾ ਕਿ ਉਹ ਤਾਂ ਕਮਾਲ ਦੀ ਗੱਲ ਕਰ ਗਏ, ਜਿਹੜੇ ਪਹਿਲਾਂ ਵੀ ਕਰ ਗਏ ਕਿ ਅਸੀਂ ਸਿੱਖ ਹੀ ਬਣਾਉਣਾ ਹੈ ਜਾਂ ਪੰਜਾਬੀ ਬਣਾਉਣਾ, ਸਾਰੇ ਜਣੇ ਕਮਾਲ ਦੀ ਗੱਲ ਕਰ ਗਏ। ਮੈਂ ਹੈਰਾਨ ਆ ਕਿ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਅਸੀਂ ਕੰਮ ਦਾ ਬੰਦਾ ਮੁੱਖ ਮੰਤਰੀ ਬਣਾਉਣਾ ਹੈ ਜਿਹੜਾ ਪੰਜਾਬ ਦੇ ਮੁੱਦਿਆਂ ਨੂੰ ਸਮਝਦਾ ਹੋਏਗਾ। नहीं काम दा मुद्दा हो गया तो फिर तुम सवाल पूछोगे? नहीं मैं ही सवाल तो हम पूछांगे यही ते स्यापा उही ते गल आ भी वो कहंदा तोप च गोला पाओ ठा चलाओ, उस बाद रौला रप्पा पै गया धुएं धाएं ते अपनी सरकार बन गई, फिर 5 साल किसी ने पूछ फड़ाउणी उत्थे। संधालिया साहब बहुत जरूरी है, मैं कहना ये फार्मूला बड़ा कमाल दा कि असीं इस भाईचारे बीजेपी वाले कहंदे असीं एससी भाईचारे च बनाउणा, ठीक है, ये कहंदे जी हिंदू भाईचारे बनाउणा, ठीक है, केजरीवाल साहब कहंदे सिख भाईचारे च बनाउणा, सारियां पार्टियां कहंदे उस भाईचारे चों बनाउणा। कोई कहता जी 2 डिप्टी मुख मंत्री बनाने, बहुत चंगा बनाओ। हुण तक बहुते सिख मुख मंत्री बने ने पंजाब च, इदां ही बने ने ना, बाकी सिखां दे मसले सारे हल हो गए। बहुत सारे मुख मंत्री वो बने ने जिहड़े अपना किता खेतीबाड़ी लिखदे आ, पंजाब दे विच मींह दा पानी तलाबां च इकट्ठा करदे आ, खेतां नूं लगदा है, पंजाब च गुलाबी सुंडी पैंदी नहीं, फसल पंजाबियां दी कदे रुली होई नहीं। जे किसान मुख मंत्री किसानां दा भला नहीं कर सकिया, कि एक एससी भाईचारे दा मुख मंत्री या हिंदू भाईचारे दा मुख मंत्री या कोई उप मुख मंत्री भाईचारे दा भला कर दू? क्योंकि रौला तो एक आ ना,
ਕਿ ਪੰਜਾਬ ਦੇ ਕੋਲ ਬਜਟ ਕਿੰਨਾ ਹੈ, ਪੰਜਾਬ ਦੇ ਸਿਰ ਕਰਜ਼ਾ ਕਿੰਨਾ, ਉਹਦੀ ਕਿਸ਼ਤ ਕਿੰਨੀ ਜਾਂਦੀ ਹੈ, ਅਸੀਂ ਹੋਰ ਪੈਸੇ ਕਿੱਥੋਂ ਇਕੱਠੇ ਕਰਨੇ ਆ, ਤੇ ਸਾਰੇ ਪੰਜਾਬੀਆਂ ਦੇ ਉੱਤੇ ਖਰਚਣੇ ਕਿੱਦਾਂ ਆ, ਮੰਡੀਕਰਨ ਸਿਸਟਮ ਚੰਗਾ ਕਿੱਦਾਂ ਬਣਾਉਣਾ ਹੈ, ਲੋਕਾਂ ਨੂੰ ਜ਼ਹਿਰ ਤੋਂ ਰਹਿਤ ਖੁਰਾਕ ਕਿੱਦਾਂ ਮਿਲਣੀ ਹੈ। ਸਾਡੇ ਸਕੂਲਾਂ ਦੇ ਵਿੱਚ, ਕਿਉਂਕਿ ਜਿਹੜਾ ਅਧਿਆਪਕ ਪਿੰਡ ਦੇ ਸਕੂਲ 'ਚ ਆ ਗਿਆ, ਅਧਿਆਪਕ ਨੇ ਬੱਚੇ ਨੂੰ ਪੜ੍ਹਾਉਣਾ ਹੈ, ਉਹਨੇ ਨਾ ਸਿੱਖ ਦੇ ਬੱਚੇ ਨੂੰ ਪੜ੍ਹਾਉਣਾ ਹੈ, ਨਾ ਹਿੰਦੂ ਦੇ ਬੱਚੇ ਨੂੰ ਪੜ੍ਹਾਉਣਾ, ਨਾ ਐਸਸੀ ਦੇ ਬੱਚੇ ਨੂੰ ਪੜ੍ਹਾਉਣਾ ਹੈ, ਨਾ ਗਰੀਬ ਦੇ ਬੱਚੇ ਨੂੰ ਪੜ੍ਹਾਉਣਾ, ਨਾ ਅਮੀਰ ਦੇ ਨੂੰ, ਉਹਨੇ ਬੱਚੇ ਨੂੰ ਪੜ੍ਹਾਉਣਾ। ਜੇ ਅਸੀਂ ਅਧਿਆਪਕ ਇਸ ਤਰੀਕੇ ਰੱਖਦੇ ਹਾਂ, ਕਲਰਕ ਇਸ ਤਰੀਕੇ ਰੱਖਦੇ ਹਾਂ, ਦਰਜਾ 4 ਕਰਮਚਾਰੀ ਇਸ ਤਰੀਕੇ ਰੱਖਦੇ ਹਾਂ, ਬਿਜਲੀ ਕਰਮਚਾਰੀ, ਪਟਵਾਰੀ, ਤਹਿਸੀਲਦਾਰ ਇਸ ਤਰੀਕੇ ਰੱਖਦੇ ਹਾਂ ਕਿ ਉਹ ਸਾਰਿਆਂ ਨੂੰ ਸਰਵ ਕਰੇ, ਤਾਂ ਅਸੀਂ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਇਦਾਂ ਕਿਉਂ ਨਹੀਂ ਬਣਾਉਂਦੇ? ਉਸ ਵੇਲੇ ਸਾਡੀ ਮਾਨਸਿਕਤਾ ਕਿੱਧਰ ਜਾਂਦੀ ਹੈ? ਜਿਹੜਾ ਵੀ ਬੰਦਾ ਜਿਹੜੇ ਵੀ ਭਾਈਚਾਰੇ ਦੇ ਬਾਰੇ ਇਹ ਚਰਚਾ ਕਰਦਾ ਹੈ, ਇਹਦਾ ਮਤਲਬ ਹੈ ਕਿ ਉਹ ਤੁਹਾਡੀਆਂ ਸਮੱਸਿਆਵਾਂ ਹੱਲ ਨਹੀਂ ਕਰਨਾ ਚਾਹੁੰਦਾ, ਉਹ ਆਪਦੀ ਪਾਰਟੀ ਨੂੰ ਸੱਤਾ ਤੇ ਲਿਜਾਣਾ ਚਾਹੁੰਦਾ। ਅੱਜ ਸਿਰ ਜਿਹੜਾ ਦੁਖਦਾ ਲੈਣੀ ਤਾਂ ਉਹਨੇ ਦਵਾਈ ਹੈ, ਚਾਹੇ ਉਹ ਹਿੰਦੂ ਹੈ, ਸਿੱਖ ਹੈ, ਐਸਸੀ ਭਾਈਚਾਰੇ ਦਾ, ਜਨਰਲ ਕੈਟਾਗਰੀ ਤੇ ਜਿਹਦਾ ਮਰਜ਼ੀ ਹੈ, ਤੇ ਦਵਾਈ ਲੈਣ ਉਹਨੇ ਕਿੱਥੇ ਜਾਣਾ? ਸਰਕਾਰੀ ਹਸਪਤਾਲ ਜਾਣਾ ਕਿ ਪ੍ਰਾਈਵੇਟ ਜਾਣਾ? ਉਹਨੇ ਨਿਆਣਾ ਦਾ ਆਪਣਾ ਦਾਖਲ ਕਰਾਉਣਾ ਹੈ। ਜੇ ਮੁੱਖ ਮੰਤਰੀ ਕਿਸੇ ਭਾਈਚਾਰੇ ਦਾ ਬਣ ਗਿਆ, ਉਹਦੀ ਉਸ ਭਾਈਚਾਰੇ ਦੇ ਸਾਰੇ ਲੋਕਾਂ ਦੀ ਐਜੂਕੇਸ਼ਨ ਫ੍ਰੀ ਨਹੀਂ ਹੋ ਜਾਣੀ ਜਾਂ ਗ੍ਰਾਫ ਉੱਪਰ ਨਹੀਂ ਉੱਠ ਜਾਣਾ। ਜੇ ਕੋਚ ਕਿਤੇ ਹੋਏਗਾ, ਉਹਨੇ ਸਾਰੇ ਬੱਚਿਆਂ ਨੂੰ ਖੜਾਉਣਾ ਹੈ। ਕੋਚ ਰੱਖਣ ਦੀ ਗੱਲ ਨਹੀਂ, ਇਨਫਰਾਸਟ੍ਰਕਚਰ ਦੀ ਗੱਲ ਨਹੀਂ, ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦੀ ਗੱਲ ਨਹੀਂ। ਆ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ, ਇਹ ਲੀਡਰੀ ਚਮਕਾਉਣ ਦੇ ਲਈ ਆ, ਸਿਰ ਤੇ ਕਲਗੀ ਲਾਉਣ ਦੇ ਲਈ, ਹੋਰ ਕੱਖ ਨਹੀਂ। ਇਹ ਗੱਲ ਤੁਹਾਡੀ ਠੀਕ ਹੈ, ਪਰ ਕਾਰਨ ਪਤਾ ਕੀ ਹੈ ਬਾਠ ਸਾਹਿਬ? ਹੁਣ ਜੇ ਮੰਨ ਲਓ ਵੀ ਮੈਂ ਆਖਾਂ ਵੀ ਪਰਮਜੀਤ ਬਾਠ ਨੂੰ ਆਪਾਂ ਬਣਾਉਣਾ ਮੁੱਖ ਮੰਤਰੀ, ਹੁਣ ਉਦੋਂ ਬਾਅਦ ਤੁਹਾਨੂੰ ਆਪਾਂ ਕੰਮ ਦੱਸ ਦਈਏ ਵੀ ਦੇਖੋ ਜੀ ਖਜ਼ਾਨੇ ਦਾ ਕੀ ਕਰਨਾ ਤੁਸੀਂ ਦੇਖਣਾ, ਕਰਜ਼ਾ ਪੰਜਾਬ ਸਰੋਂ ਕਿਵੇਂ ਲਾਉਣਾ ਤੁਸੀਂ ਦੇਖਣਾ, ਉਦੋਂ ਬਾਅਦ ਤੁਸੀਂ ਇਨਫਰਾਸਟ੍ਰਕਚਰ ਜਿਹੜਾ ਉਹ ਵੀ ਦੇਖਣਾ, ਕੇਂਦਰ ਨਾਲ ਤੁਸੀਂ ਆਪਣਾ ਹਿਸਾਬ ਕਿਤਾਬ ਤੁਸੀਂ ਲਾਉਣਾ, ਉਦੋਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਦੀ ਲਹਿਰ ਹੈ ਭਾਈ ਸਾਹਿਬ ਇਹਨੂੰ ਠੱਲ ਪਾ ਕੇ ਨਿਆਣਿਆਂ ਨੂੰ ਨੌਕਰੀ ਤੁਸੀਂ ਲਾਉਣਾ, ਜਿਹੜਾ ਕੋਈ ਵਪਾਰੀ ਭਾਈਚਾਰਾ ਉਹਨਾਂ ਦੇ ਮਸਲੇ ਤੁਸੀਂ ਹੱਲ ਕਰਨੇ, ਉਦਯੋਗ ਤੁਸੀਂ ਲੈ ਕੇ ਆਉਣਾ, ਬਿਜਲੀ ਤੁਸੀਂ ਵੇਖਣੀ। ਇਹ ਜੇ ਮੈਂ ਗਣਾਈ ਜਾਂਦਾ ਕੰਮ ਤੇ ਅਚਾਨਕ ਹੋ ਸਕਦਾ ਵੀ 50ਵੀਂ 60ਵੀਂ ਡਿਮਾਂਡ ਦੇ ਉੱਪਰ ਜਾਂਦੇ ਤੁਸੀਂ ਕੁਰਸੀ ਤੋਂ ਚਲਾ ਕੇ ਫਾਈਲਾਂ ਮਾਰੋ, ਦਫਾ ਕਰ, ਮੈਂ ਨਹੀਂ ਬਣਦਾ ਮੁੱਖ ਮੰਤਰੀ, ਹੈ ਨਾ। ਦੂਜੇ ਪਾਸੇ ਜੇ ਮੈਂ ਇਹ ਫੀਲਿੰਗ ਦੇਵਾਂ ਸਰ ਕੁਰਸੀ ਤੁਹਾਡੇ ਕੋਲ ਹੋਣੀ ਆ, ਜਿਹੜਾ ਵੀ ਕੋਈ ਆਇਆ ਉਹਨੇ ਗੱਟੇ ਜੋੜ ਕੇ ਸਲੂਟ ਮਾਰਨਾ, ਬਾਰੀ ਕਿਸੇ ਨੇ ਖੋਲਣੀ ਆ, ਗੱਡੀ ਕਿਸੇ ਨੇ ਚਲਾਉਣੀ ਆ, ਕਾਰੋਬਾਰ ਕੰਮਕਾਰ ਕੋਈ ਕਿਤੇ ਚਲਾਵੇ, ਹਿੱਸਾ ਪੱਤੀ ਟਾਈਮ ਨਾਲ ਪਹੁੰਚਦਾ ਹੋ ਜਾਣਾ, ਤੁਸੀਂ ਇੱਕ ਅੱਖ ਚੁੱਕਣੀ ਆ ਤੇ ਇੱਧਰ ਕਹਿਰ ਆ ਜਾਣਾ, ਉਧਰਲੀ ਅੱਖ ਚੁੱਕਣੀ ਤੇ ਉਧਰ ਕਹਿਰ ਆ ਜਾਣਾ, ਦੱਸੋ ਕਿੱਦਾਂ ਕਰਨੀ? ਤੁਸੀਂ ਕਹਿਣਾ ਮੈਂ ਡਟਿਆ ਜੀ, ਮੈਂ ਨਹੀਂ ਜੇ ਹਿਲਦਾ। ਮੈਨੂੰ ਲੱਗਦਾ ਇਹ ਵਾਲਾ ਜਿਹੜਾ ਸੋਚ ਦਾ ਫਰਕ ਆ ਲੀਡਰਾਂ ਦਾ, ਕਿ ਪਹਿਲੀ ਜਿਹੜੀ ਦਿੱਖ ਜਿਹੜੀ ਹੋਣੀ ਚਾਹੀਦੀ ਉਹ 'ਚ ਕੰਮ ਨੇ, ਜ਼ਿੰਮੇਵਾਰੀਆਂ ਨੇ, ਟੈਨਸ਼ਨਾਂ ਨੇ, ਤੇ ਦੂਜਾ ਜਿਹੜਾ ਕੰਮ ਹੈ ਉਹਦੇ 'ਚ ਨਜ਼ਾਰੇ ਨੇ, ਮੌਜਾਂ ਨੇ, ਉਸ ਤੋਂ ਬਾਅਦ ਆਪਣੀਆਂ ਕਈ ਪੀੜ੍ਹੀਆਂ ਦਾ ਪ੍ਰਬੰਧ ਆ। ਉਹ ਜਿਹੜੀ ਮੇਰੇ ਖਿਆਲ ਨਾਲ ਜੇ ਕਿਸ਼ਤੀ ਨਹੀਂ ਡਿਸਾਈਡ ਹੋ ਰਹੀ ਨਾ ਵੀ ਅਸਲ ਦੇ ਵਿੱਚ ਉਹ ਰੋਲ ਹੋਣਾ ਕੀ ਚਾਹੀਦਾ, ਅਸਲ ਘੁੰਡੀ ਉੱਥੇ ਫਸੀ ਹੈ। ਨਹੀਂ ਬਿਲਕੁਲ ਜੀ, ਇਹ ਤੁਹਾਡੀ ਗੱਲ ਸੰਧਾਲੀਆ ਸਭ ਠੀਕ ਹੈ ਕਿ ਉੱਥੇ ਘੁੰਡੀ ਫਸੀ ਹੈ, ਪਰ ਮੈਨੂੰ ਲੱਗਦਾ ਕਿ ਉਹ ਘੁੰਡੀ ਲੀਡਰਾਂ ਨੇ ਕੱਢਣੀ ਨਹੀਂ ਤਾਂ ਕੱਢ ਕੌਣ ਕੱਢੂ? ਮੰਨ ਲਓ ਮੈਨੂੰ ਅੱਜ ਆਖੋ ਲੋਕ ਕੱਢਣਗੇ, ਉਹ ਯਾਰ ਇੱਕ ਤੇ ਆ ਬੜਾ ਪੰਗਾ ਯਾਰ, ਆ ਬੜਾ ਲੋਕ ਹੁੰਦੇ ਕੀ ਆ ਐਵੇਂ ਯਾਰ ਇਹ ਜੇ ਕਿਤੇ ਮੈਨੂੰ ਤੁਸੀਂ ਮੌਕਾ ਦਿਓ ਨਾ, ਮੈਂ ਬਣਾ ਵੀ ਵੋਟਾਂ ਨੇ ਪਾਉਣੀਆਂ ਅੱਜ ਤੋਂ ਬਾਅਦ, ਇਹ ਹੁਣ ਇਹ ਪੈ ਗਈਆਂ ਜਿਹਨੂੰ ਪੈਣੀ। ਬਾਕੀ ਸੰਧਾਲੀਆ ਸਾਹਿਬ ਕਈ ਦਿਨ ਹੋ ਗਿਆ ਸੀ, ਨਹੀਂ ਇਹ ਹੋ ਸਕਦਾ ਕਈ ਬੰਦੇ ਮੇਰੇ ਤੇ ਗੁੱਸਾ ਕਰਨ, ਯਾਰ ਤੂੰ ਐਂ ਕਿਉਂ ਕਹਿੰਦਾ, ਕਈ ਬੰਦੇ ਲਿਖ ਦਿੰਦੇ ਆ ਕਿੱਦਾਂ ਯਾਰ ਤੂੰ ਲੀਡਰਾਂ ਬਾਰੇ ਕਹਿਦਾ। ਮੈਂ ਤਾਂ ਕਹਿੰਦਾ ਵੀਰ ਨਾ ਮੈਂ ਲੀਡਰ ਆ, ਨਾ ਮੈਂ ਲੀਡਰਾਂ ਦੀ ਕੋਈ ਗੱਲ, ਮੈਂ ਤਾਂ ਸਿਰਫ ਤੁਹਾਨੂੰ ਉਹ ਕਿਰਦਾਰ ਦਿਖਾਉਣਾ ਵੀ ਕਿੱਦਾਂ ਦੇ ਕਿਰਦਾਰ ਆ। ਨਹੀਂ ਜਿਹੜੇ ਲੀਡਰ ਆ ਉਹ ਕਿਹੜਾ ਕਹਿੰਦੇ ਲੀਡਰ ਸੇਵਾਦਾਰ ਨੇ, ਉਹ ਵੀ ਤੁਸੀਂ ਵੀ ਸੇਵਾਦਾਰ ਨੂੰ, ਉਹ ਵੀ ਕਹਿੰਦੇ ਲੈ ਅਸੀਂ ਥੋੜਾ ਏਦਾਂ ਦੀ ਗੱਲ ਹੀ, ਇਸ ਤਰ੍ਹਾਂ ਤਾਂ ਕੋਈ ਗੱਲ ਹੀ ਨਹੀਂ ਸੀ। ਸੇਵਾਦਾਰ ਤੇ ਦੇਖੋ ਲੀਡਰੀ ਤਾਂ ਦੂਰ ਰਹਿ ਗਏ, ਸੇਵਾ ਤੇ ਅੱਜਕੱਲ ਜਿਹੜੀ ਅਸਲ ਸੇਵਾ ਉਹ 'ਚ ਵੀ ਰੌਲਾ, ਉਹ ਕੈਥਲ 'ਚ ਤੇ ਗੋਲੀ ਚੱਲੀ ਗਈ ਤੇ ਬੰਦਾ ਇੱਕ ਮਰ ਗਿਆ, 5-4 ਜ਼ਖਮੀ ਹੈ। ਇਹ ਹੋਇਆ ਕੀ ਕਹਿੰਦੇ ਜੀ ਬਾਬਾ ਜੀ ਪਹਿਲੇ ਗੁਜ਼ਰ ਗਏ ਸੀ, ਹੁਣ ਦੂਜੇ ਬੰਦੇ ਨੇ ਕਿੰਨੇ ਬਹਿ ਕੇ ਸੇਵਾ ਕਰਨੀ, ਉੱਤੇ ਗੋਲੀਆਂ ਚੱਲੀਆਂ, ਉਹ ਕਹਿੰਦਾ ਮੈਂ ਕਰਨੀ ਹੂੰ ਸੇਵਾ ਕਰਦੇ ਵੀ ਸੇਵਾ ਮੈਂ ਕਰਨੀ, ਬਾਕੀਆਂ ਦੀ ਸੇਵਾ ਕਰਤੀ। ਮਤਲਬ ਇਹ ਦੇਖੋ ਸੇਵਾ ਵੀ ਆਪਾਂ ਇਸ ਤਰ੍ਹਾਂ ਦੀ ਬਣਾ ਲਈ ਆ ਵੀ ਉੱਤੇ ਵੀ ਗੋਲੀਆਂ ਚਲਾਉਣੀਆਂ ਪੈਂਦੀਆਂ, ਵੀ ਸੇਵਾ ਕਿੰਨੇ ਕਰਨੀ। ਨਹੀਂ ਬਹੁਤ ਕਮਾਲ ਦੀ ਗੱਲ ਹੈ। ਬਾਕੀ ਪੰਜਾਬ ਦੀ ਸੇਵਾ ਕਰਨ ਦੇ ਚਾਹਵਾਨ ਸੀ ਇੱਕ ਬੰਦੇ, ਪਤਾ ਨਹੀਂ ਕਿੱਦਾਂ ਦੀ ਸੇਵਾ ਕਰਨੀ, ਨਾ ਨਵਜੋਤ ਸਿੰਘ ਸਿੱਧੂ। ਇੱਕ ਵੇਲੇ ਤਾਂ ਲੱਗਦਾ ਸੀ ਕਿ 60 MLA ਨਾਲ ਨੇ, ਬਾਅਦ ਵਿੱਚ ਗਿਣਤੀ ਥੋੜੀ ਘੱਟ ਵੱਧ ਲੱਗਦੀ ਸੀ। ਦਿੱਲੀ ਗਏ ਸੀ, ਕਹਿੰਦੇ ਸੀ ਹਾਈ ਕਮਾਂਡ ਮਿਲੀ ਨਹੀਂ, ਆ ਗਏ। ਬੀਬੀ ਭੱਠਲ ਨੂੰ ਮਿਲੇ ਪਰ ਫੋਟੋ ਸ਼ੇਅਰ ਨਹੀਂ ਕੀਤੀ, ਕਈ ਤਰ੍ਹਾਂ ਦੀ ਚਰਚਾ ਸੀ। ਹੁਣ ਜ਼ਿਕਰ ਚੱਲਦਾ ਸੀ ਕਿ ਉਹਨਾਂ ਨੇ ਕਾਂਗਰਸ ਪਾਰਟੀ ਦਾ ਜਥੇਬੰਦਕ ਢਾਂਚਾ ਬਣਾਉਣਾ ਹੈ, ਮੀਟਿੰਗਾਂ ਦਾ ਦੌਰ ਚਾਲੂ ਕਰ ਚੁੱਕੇ ਸੀ। MLAs ਤੋਂ ਪੁੱਛ ਰਹੇ ਨੇ ਕਿ ਤੁਹਾਡੇ ਹਲਕੇ 'ਚ ਕਿਹੜਾ ਬੰਦਾ ਕੰਮ ਦਾ, ਮੈਂ ਮੁੜ ਕੇ ਵਰਕਰਾਂ ਨੂੰ ਪੁੱਛਣਾ ਹੈ। ਜਥੇਬੰਦਕ ਢਾਂਚੇ ਰਾਹੀਂ ਬਹੁਤਾ ਕਾਡਰ ਨਾਲ ਜੁੜਨ ਦੀ ਕੋਸ਼ਿਸ਼ ਕਰਨਗੇ ਕਿ ਭਾਈ ਤੁਰੇ। ਕੈਪਟਨ ਸਾਹਿਬ ਦੇ ਨਾਲ 57 ਤਾਂ ਹੈਗੀ ਹੈ, ਇਹਨਾਂ ਦੀ ਹੈ ਕਿ ਉਹਨਾਂ ਦੀ ਹੈ, ਪਰ ਹੈਗੀ 57 ਹੈ। ਉਹਦੇ ਤੋਂ ਬਾਅਦ ਲੱਗਦਾ ਸੀ ਕਿ ਸਿੱਧੂ ਸਾਹਿਬ ਕਿਤੇ ਇਕੱਲੇ ਤਾਂ ਨਹੀਂ ਪੈ ਗਏ, ਚੁੱਪ ਤਾਂ ਨਹੀਂ ਕਰ ਗਏ। ਅਚਾਨਕ
ਨਵਜੋਤ ਸਿੰਘ ਸਿੱਧੂ ਹੋਰੀ ਫਿਰ ਬੋਲਦੇ ਆ, ਉਹ ਕਹਿੰਦੇ ਜੀ ਦੇਖ ਲਓ ਦਿੱਲੀ ਵਾਲੀ ਆਮ ਆਦਮੀ ਪਾਰਟੀ ਹੈ, ਆਮ ਆਦਮੀ ਪਾਰਟੀ ਨੇ ਕੀ ਕਰਨਾ ਸੀ, ਉਦਾਂ ਤਾਂ ਵਿਧਾਨ ਸਭਾ ਦੇ ਵਿੱਚ ਜਾ ਕੇ ਦਿੱਲੀ ਵਾਲੀ 'ਚ 3 ਕਾਨੂੰਨਾਂ ਦੀਆਂ ਕਾਪੀਆਂ ਪਾੜਦੇ ਸੀ, ਪਰ ਆਹ ਕਾਨੂੰਨ ਇਹਨਾਂ ਲਾਗੂ ਕੀਤਾ। ਫਿਰ ਭਾਜਪਾ ਲੱਗ ਗਿਆ। ਉਹ ਕਹਿੰਦੇ ਕੀ ਕਰੀਏ, ਭਾਜਪਾ ਦੀ ਜਿਹੜੀ ਅਗਵਾਈ ਵਾਲੀ ਕੇਂਦਰ ਦੀ ਸਰਕਾਰ ਹੈ 5000 ਕਰੋੜ ਦਾ ਸਾਲਾਨਾ ਕਹਿੰਦੇ ਸੇਬ ਦਾ ਕਾਰੋਬਾਰ ਸੀ ਹਿਮਾਚਲ ਪ੍ਰਦੇਸ਼ 'ਚ, ਖੇਤੀ ਕਾਨੂੰਨਾਂ ਤੇ ਬੋਲਦੇ ਸੀ। 5000 ਕਰੋੜ ਦਾ ਸੀ, ਪਹਿਲਾਂ ਛੋਟਾ ਛੋਟਾ ਵਪਾਰੀ ਖਰੀਦਦਾ ਸੀ, ਸੇਬ ਦਾ ਉਤਪਾਦਨ ਕਰਨ ਵਾਲੇ ਕਿਸਾਨ ਨੂੰ ਪੈਸੇ ਮਿਲਦੇ ਸੀ, ਉੱਥੋਂ ਮੰਨ ਲਓ 100 ਦਾ ਖਰੀਦਦੇ ਸੀ, ਉਹ 20 ਰੁਪਏ ਵੱਟਦੇ ਸੀ, 120 ਦਾ ਬਾਜ਼ਾਰ 'ਚ ਵਿਕਦਾ ਸੀ। ਉਹ ਕਹਿੰਦੇ ਇਹਨਾਂ ਨੇ ਸਾਰਾ ਕੁਝ ਅਡਾਨੀਆਂ ਨੂੰ ਦੇ ਦਿੱਤਾ। ਅਡਾਨੀ ਪਹਿਲਾਂ ਉੱਥੇ ਗਏ, ਉਹਨਾਂ ਨੇ ਪਹਿਲਾਂ ਵੱਧ ਭਾਅ ਦੇ ਕੇ ਸੇਬ ਖਰੀਦਣਾ ਸ਼ੁਰੂ ਕਰਤਾ, ਛੋਟਾ ਵਪਾਰੀ ਖਤਮ ਹੋ ਗਿਆ, ਫਿਰ ਅਚਾਨਕ ਭਾਅ ਘੱਟ ਦੇਣਾ ਸ਼ੁਰੂ ਕਰਤਾ ਤੇ ਬਾਜ਼ਾਰ ਦੇ ਵਿੱਚ ਵੱਧ ਕੀਮਤ ਵਸੂਲਣੀ ਸ਼ੁਰੂ ਕਰਤੀ। 250-250 ਨੂੰ ਕਿਲੋ ਕਹਿੰਦੇ ਸੇਬ ਹੋ ਗਿਆ। ਉਹਦੇ 5000 ਕਰੋੜ ਦੇ ਕਾਰੋਬਾਰ ਤੇ ਉਹਨਾਂ ਦਾ ਕਬਜ਼ਾ ਕਰਾਤਾ। ਫਿਰ ਉਹ ਤੇਲ ਦੀ ਗੱਲ ਕਹਿੰਦੇ, ਖਾਣ ਵਾਲੇ ਤੇਲ ਜਿਹੜੇ ਨੇ ਵਰਤਦੇ ਆਪਾਂ ਰਸੋਈ 'ਚ, ਕਹਿੰਦੇ ਮੰਗ ਵੀ ਉਨੀ ਆ ਤੇਲ ਦੀ, ਸਪਲਾਈ ਵੀ ਉਨੀ ਆ, ਕੀਮਤ ਇੰਨੇ ਗੁਣਾ ਵੱਧ ਗਈ। ਹੁਣ ਲੀਟਰ ਤੇਲ ਮੰਨ ਲਓ ਲੱਗਦਾ ਸਾਲ ਦਾ 1 ਲੀਟਰ, ਉਹਦੀ ਡਿਮਾਂਡ ਵੀ 1 ਲੀਟਰ ਹੀ ਆ ਤੇ ਸਪਲਾਈ ਵੀ 1 ਲੀਟਰ ਹੀ ਆ। ਇਹਦਾ ਮਤਲਬ ਕੀਮਤ ਬਹੁਤੀ ਵਧਣੀ ਨਹੀਂ ਚਾਹੀਦੀ, ਪਰ ਉਹ ਕਈ ਗੁਣਾ ਕਿਵੇਂ ਵੱਧ ਗਈ? ਉਹ ਕਹਿੰਦੇ ਇਸ ਕਰਕੇ ਵੱਧ ਗਈ ਕਿਉਂਕਿ ਨੀਤੀਆਂ ਉਹਨਾਂ ਦੇ ਪ੍ਰਭਾਵ ਹੇਠ ਆ ਕੇ ਕੇਂਦਰ ਨੇ ਇਦਾਂ ਦੀਆਂ ਬਣਾਈਆਂ ਕਿ ਉਹਨਾਂ ਦੀ ਮੋਨੋਪੋਲੀ ਹੈ। ਅਗਲੇ ਫਿਰ ਆਪਣਾ ਮਨ ਮਾਫਕ ਜਿਹੜਾ ਉਹਨਾਂ ਦਾ ਮਨ ਭਾਉਂਦਾ ਦਾਮ ਹੈ, ਕੀਮਤ ਹੈ, ਪ੍ਰਾਈਸ ਹੈ, ਉਹ ਤੈਅ ਕਰਦੇ ਆ ਤੇ ਲੋਕਾਂ ਦੀ ਲੁੱਟ ਹੋ ਰਹੀ ਹੈ। ਤੀਸਰੀ ਗੱਲ ਜਿਹੜੀ ਹੈ, ਫਿਰ ਅਕਾਲੀਆਂ ਤੇ ਆ ਗਏ। ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਅੱਜ ਕੱਲ੍ਹ ਕਿਸਾਨਾਂ ਦਾ ਹੇਜਲਾ ਬਹੁਤ ਬਣਿਆ, ਹਜੇ ਜਵਾਬੀ ਫਾਇਰ ਆਉਣਾ ਅਕਾਲੀ ਦਲ ਵੱਲੋਂ। ਉਹ ਕਹਿੰਦੇ ਇੰਨਾ ਹੇਜਲਾ ਬਣਿਆ ਅਕਾਲੀ ਦਲ। ਉਹ ਕਹਿੰਦੇ ਪਿਛਲੇ ਸਾਲ ਦੀਆਂ ਗੱਲਾਂ ਸੁਣ ਲਓ, ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਖੇਤੀ ਕਾਨੂੰਨਾਂ ਦੇ ਹੱਕ 'ਚ ਬੋਲੇ, ਵੀਡੀਓ ਕਹਿੰਦੇ ਪਈ ਅਜੇ ਲਾਈਵ ਹੋਏ ਕਹਿੰਦੇ ਉਹਦੇ ਤੋਂ ਬਾਅਦ ਬੀਬੀ ਜੀ ਬੋਲੇ, ਬੀਬੀ ਬਾਦਲ ਸਾਹਿਬ ਦੀ ਗੱਲ ਕੀਤੀ। ਫਿਰ ਕਹਿੰਦੇ 17 ਤਰੀਕ ਨੂੰ ਬੀਬੀ ਬਾਦਲ ਨੇ ਅਸਤੀਫਾ ਉਦੋਂ ਦਿੱਤਾ ਜਦੋਂ ਲੋਕ ਖਿਲਾਫ ਹੋਏ। ਮੈਨੂੰ ਲੱਗਦਾ ਕਿ ਪਹਿਲੀ ਵਾਰ ਇਹ ਬਹੁਤ ਵੱਡੇ ਵਿਵਾਦ ਦਾ ਮੁੱਦਾ ਹੋ ਸਕਦਾ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕੋਲ ਡਾਕੂਮੈਂਟਡ ਕੋਈ ਪ੍ਰੂਫ ਹੈਗਾ ਕਿ ਨਹੀਂ ਹੈਗਾ, ਇਹ ਸਿੱਧੂ ਸਾਹਿਬ ਜਾਣਨ, ਪਰ ਉਹਨਾਂ ਨੇ ਵੀਡੀਓ ਦੇ ਵਿੱਚ ਆ ਕੇ ਦੋਸ਼ ਲਾਇਆ। ਉਹ ਕਹਿੰਦੇ ਅੱਜ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਅਕਾਲੀ ਦਲ ਕਹਿੰਦਾ ਸੀ ਕਿਸਾਨਾਂ ਦੇ ਨਾਲ, ਕਹਿੰਦੇ 3 ਜਗ੍ਹਾ ਤੇ ਦਸਤਖਤ ਕੀਤੇ ਬੀਬੀ ਬਾਦਲ ਨੇ, ਕੋਈ ਡਾਕੂਮੈਂਟ ਨਹੀਂ ਦਿਖਾਇਆ। ਆਪਾਂ ਬਾਰ-ਬਾਰ ਕਹਿੰਦੇ ਨੇ ਕਿ ਡਾਕੂਮੈਂਟ ਦਿਖਾਇਆ ਜਾਵੇ। ਉਹ ਕਹਿੰਦੇ ਬੀਬੀ ਬਾਦਲ ਦਿਖਾਉਣ ਕੇ ਸਹਿਮਤੀ ਦਿੱਤੀ। ਉਹ ਕਹਿੰਦੇ ਸਭ ਤੋਂ ਪਹਿਲਾਂ ਜਦੋਂ ਕੱਚਾ ਖਰੜਾ ਕੈਬਨਿਟ 'ਚ ਆਇਆ ਬੀਬੀ ਬਾਦਲ ਨੇ ਦਸਤਖਤ ਕੀਤੇ, ਦਸਤਾਵੇਜ਼ ਨਹੀਂ ਦਿਖਾਏ ਪਰ ਉਹਨਾਂ ਨੇ ਕਿਹਾ ਕਿ ਬੀਬੀ ਬਾਦਲ ਦੇ ਦਸਤਖਤ ਨੇ। ਫਿਰ ਉਹ ਕਹਿੰਦੇ ਆਰਡੀਨੈਂਸ ਆਇਆ, ਬੀਬੀ ਬਾਦਲ ਨੇ ਕੈਬਨਿਟ ਦਸਤਖਤ ਕੀਤੇ। ਫਿਰ ਕਹਿੰਦੇ ਬਿੱਲ ਆਇਆ, ਫਿਰ ਦਸਤਖਤ ਕੀਤੇ। ਤਿੰਨ ਵਾਰੀ ਉਹ ਕਹਿੰਦੇ ਕਿ ਕੈਬਨਿਟ ਮਿਨਿਸਟਰ ਹੁੰਦਿਆਂ ਇਹਨਾਂ ਨੇ ਦਸਤਖਤ ਕੀਤੇ ਆ, ਪਰ ਜਦੋਂ ਲੋਕਾਂ ਦਾ ਰੋਹ ਸਾਹਮਣੇ ਆ ਗਿਆ ਉਦੋਂ ਫਿਰ ਇਹ ਅਸਤੀਫਾ ਦੇ ਕੇ ਬਾਹਰ ਆ ਗਏ। ਉਹਨਾਂ ਨੇ ਬੀਬੀ ਬਾਦਲ ਨੂੰ ਚੈਲੰਜ ਕੀਤਾ ਕਿ ਤੁਸੀਂ ਦੱਸੋ, ਜੇ ਤੁਸੀਂ ਕੈਬਨਿਟ ਮੀਟਿੰਗ 'ਚ ਸੀ, ਜੇ ਤੁਸੀਂ ਵਿਰੋਧਤਾ ਕੀਤੀ ਤਾਂ ਉੱਥੇ ਨੋਟ ਲਿਖਿਆ ਜਾਂਦਾ, ਸਹਿਮਤੀ ਨੋਟ, ਉਹਦੀ ਕਾਪੀ ਲੋਕਾਂ ਨੂੰ ਦਿਖਾਓ। ਅਸੀਂ ਤਾਂ ਕਹਿੰਦੇ ਕਿ ਜਿੱਥੇ ਬੀਬੀ ਬਾਦਲ ਨੇ ਦਸਤਖਤ ਕੀਤੇ ਸਿੱਧੂ ਸਾਹਿਬ ਵੀ ਕਾਪੀ ਦਿਖਾਉਣ, ਜਿੱਥੇ ਬੀਬੀ ਬਾਦਲ ਨੇ ਸਹਿਮਤੀ ਨੋਟ ਤੇ ਦਸਤਖਤ ਕੀਤੇ ਆ ਉਹ ਵੀ ਕਾਪੀ ਦਿਖਾਉਣ। ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜਦੋਂ ਸਰਬ ਪਾਰਟੀ ਮੀਟਿੰਗ ਹੋਈ ਸੀ ਤਾਂ ਉਦੋਂ ਵੀ ਅੱਧ ਬਚੱਧ ਦੇ ਵਿੱਚ ਹੀ ਸੀਗੇ। ਹੁਣ ਅਕਾਲੀ ਦਲ ਦੇ ਉੱਤੇ ਕੋਈ ਛੋਟਾ ਦੋਸ਼ ਨਹੀਂ ਨਵਜੋਤ ਸਿੰਘ ਸਿੱਧੂ ਦਾ ਕਿ ਬੀਬੀ ਬਾਦਲ ਹੋਰਾਂ ਨੇ ਕੈਬਨਿਟ ਮਿਨਿਸਟਰ ਰਹਿੰਦਿਆਂ ਸਾਈਨ ਕੀਤੇ ਤੇ 3 ਵਾਰੀ। ਉਹ ਕਹਿੰਦੇ ਅਸੀਂ ਬਿਲਕੁਲ ਦਸਤਖਤ ਨਹੀਂ ਕੀਤੇ, ਪਰ ਇਹ ਦੋਸ਼ ਛੋਟਾ ਨਹੀਂ। ਜਵਾਬ ਅਕਾਲੀ ਦਲ ਕੀ ਦੇਗਾ, ਆਉਣ ਵਾਲਾ ਸਮਾਂ ਦੱਸੂ। ਤੇ ਮੈਨੂੰ ਲੱਗਦਾ ਵੀ ਇਹ ਜਿਹੜੇ ਦੋਸ਼ ਲਾਏ ਆ ਕੁੱਲ ਮਿਲਾ ਕੇ ਸੱਚੀ ਹੋ ਸਕਦੇ, ਮੈਂ ਨਹੀਂ ਕਹਿੰਦਾ ਹੈਗੇ ਆ। ਜੇ ਆਪਾਂ ਥੋੜਾ ਜਿਹਾ ਪਿੱਛੇ ਜਾਈਏ ਹਿਸਟਰੀ 'ਚ, ਤੇ ਤੁਹਾਨੂੰ ਯਾਦ ਹੋਣਾ ਜਦੋਂ ਇਹ ਤੱਤਾ ਤੋੜ ਵਿਛੋੜਾ ਹੋਇਆ ਸੀ ਨਾ, ਉਦੋਂ ਬਹੁਤ ਸਾਰੀ ਬੀਜੇਪੀ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਆ ਭਾਜਪਾ ਚੋਂ ਇਹ ਗੱਲਾਂ ਆਈਆਂ ਸੀ ਬਾਹਰ ਵੀ ਇਦਾਂ ਕਿਦਾਂ ਯਾਰ ਹੋ ਗਿਆ, ਯਾਰ ਸਾਨੂੰ ਤੇ ਹੈਰਾਨਗੀ ਹੋ ਗਈ ਵੀ ਸਾਰਾ ਕੁਝ ਉੱਤੇ ਬਹਿ ਕੇ ਕਰਕੇ ਬੜਾ ਵਧੀਆ ਸਾਡੇ ਨਾਲ ਸਹਿਮਤੀ ਦੇ ਕੇ ਹੋਣੇ, ਕਹਿੰਦੇ ਵੀ ਸਾਨੂੰ ਦੱਸਿਆ ਹੀ ਕਿਸੇ ਨੇ ਨਹੀਂ। ਉਹ ਤੇ ਬੜੀ ਕਲੀਅਰ ਕੱਟ ਗੱਲਬਾਤ ਸਾਡੀ ਇਹ ਵੀਡੀਓਜ਼ ਨੇ, ਤੁਸੀਂ ਹੁਣ ਵੀ ਲੱਭ ਲਿਓ ਸੋਸ਼ਲ ਮੀਡੀਆ ਤੇ ਮਿਲ ਜਾਣੇ। ਪਾਰਲੀਮੈਂਟ ਦੇ ਬਾਹਰ ਵੀ ਉਹ ਕਹਿੰਦੇ ਆਪ ਸਾਥ ਵਿੱਚ ਖੜੇ ਸੀ, ਸਾਥ ਵਿੱਚ ਤੋਂ ਖੜੇ ਤੇ ਕਹਿੰਦਾ ਜਦੋਂ ਬੱਲੀਆਂ ਦਿੰਦੇ ਸੀ। ਹੁਣ ਇਹਦਾ ਮਤਲਬ ਇਹ ਹੋ ਗਿਆ ਵੀ ਜੇ ਸਿੱਧੂ ਸਾਹਿਬ ਨੇ ਇਹ ਗੱਲ ਕੀਤੀ ਆ ਤੇ ਇਸ ਤੋਂ ਪਹਿਲਾਂ ਬੀਜੇਪੀ ਵਾਲੇ ਕਹਿ ਚੁੱਕੇ ਤੇ ਗੱਲ ਅੰਦਰ ਹੋਈ ਜ਼ਰੂਰ। ਸ਼ਾਇਦ ਇਹੀ ਕਾਰਨ ਆ ਵੀ ਇਹਦਾ ਕਰਕੇ 1 ਸਾਲ ਦੇ ਕਰੀਬ ਹੋ ਗਿਆ ਤੇ ਅਜੇ ਤੱਕ ਵੀ ਅਕਾਲੀ ਦਲ ਕੋਈ ਉਹ ਵਾਲਾ ਨੋਟ ਜਿਹੜਾ ਕਿ ਵਾਰ-ਵਾਰ ਮੰਗਿਆ ਜਾਂਦਾ ਵੀ ਸਾਨੂੰ ਇਤਰਾਜ਼ ਹੈ ਉਹ ਨਹੀਂ ਦਿਖਾ ਸਕੇ। ਦੂਜੀ ਚੀਜ਼ ਮੈਨੂੰ ਲੱਗਦਾ ਵੀ ਜਦੋਂ ਤੁਸੀਂ ਕਿਹਾ ਵੀ ਸਿੱਧੂ ਸਾਹਿਬ ਉਹ ਕਾਗਜ਼ ਵਿਖਾ ਦੇਣ, ਸਿੱਧੂ ਸਾਹਿਬ ਕਿੱਦਾਂ ਕਾਗਜ਼ ਵਿਖਾ ਦੇਣ? ਕਾਗਜ਼ ਅਗਲਿਆਂ ਦੇ ਕੋਲ ਹੈ, ਉਸੇ ਕਾਗਜ਼ ਦੇ ਸਿਰ ਤੇ ਅਗਲਿਆਂ ਨੇ ਆਖਣਾ ਵੀ ਹਾਂਜੀ ਕਿੱਦਾਂ ਕਰਨੀ ਆ, ਉਹ ਕਾਗਜ਼ ਹੁਣ ਸਿੱਧੂ ਸਾਹਿਬ ਨੂੰ ਦੇ ਦੇਣਾ ਹੈ। ਇਹਦਾ ਮਤਲਬ ਇਹ ਹੋ ਗਿਆ ਵੀ ਜਦੋਂ ਟਾਈਮ ਆਊਗਾ, ਜਦੋਂ ਮੌਕਾ ਆਊਗਾ, ਅਗਲੇ ਕਾਗਜ਼ ਲੈ ਕੇ ਆਉਣਗੇ। ਐਵੇਂ ਥੋੜਾ ਬੀਜੇਪੀ ਦੀ ਕਈ ਲੀਡਰਸ਼ਿਪ ਕੋਲੋਂ ਆਪਾਂ ਹੀ ਸੁਣਦੇ ਆ, ਕੋਈ ਨਹੀਂ ਫਿਰ ਤੁਸੀਂ ਟਾਈਮ ਆ ਲੈਂਦੇ ਹੋ, ਫਿਰ ਅਸੀਂ ਦੱਸਾਂਗੇ ਫਿਰ ਤੁਹਾਨੂੰ ਵੀ ਕਿਹੜਾ ਕਿੱਧਰ ਸੀ, ਹੈ ਨਾ। ਇਹਦਾ ਮਤਲਬ ਕੋਈ ਨਾ ਕੋਈ ਕਾਗਜ਼ ਤਾਂ ਐਸੇ ਹੈਗੇ ਆ
ਜਿਹੜੇ ਅੱਜ ਨਹੀਂ ਕੱਲ ਨਹੀਂ ਪਰਸੋਂ, ਹੋ ਸਕਦਾ ਨਵੰਬਰ ਦਸੰਬਰ ਦੇ ਲਾਗੇ ਬੰਨੇ ਜਾ ਕੇ ਅਗਲੇ ਬੰਦੇ ਕੱਢ ਕੇ, ਅੱਜ ਕੱਲ ਦੇ ਤੁਹਾਨੂੰ ਪਤਾ ਉਹ ਡਿਜੀਟਲ ਪ੍ਰਿੰਟਿੰਗ ਹੁੰਦੀ ਆ, ਪਤਾ ਲੱਗੇ ਵੀ 25/30 ਦਾ ਬੋਰਡ ਲੱਗਾ ਹੋਵੇ ਚੌਂਕ ਦੇ ਵਿੱਚ ਤੇ ਬੰਦਾ ਸੋਚੇ ਦਸਤਖਤ ਕਿਹਦੇ ਹਵਾ ਨਹੀਂ, ਜੇ ਤਾਂ ਕੀ ਲਿਖਿਆ, ਜੇ ਤਾਂ ਅਕਾਲੀ ਦਲ ਨੇ ਦਸਤਖਤ ਨਹੀਂ ਕੀਤੇ ਤਾਂ ਚੰਗਾ, ਪਰ ਜੇ ਕੀਤੇ ਆ ਤੇ ਹੋ ਸਕਦਾ ਕਿ ਭਾਈ ਜਿੱਦਾਂ ਉਹ ਕਹਿੰਦੇ ਹੁੰਦੇ ਜਦੋਂ ਵੀ ਬੀਜੇਪੀ ਦੇ ਖਿਲਾਫ ਕਹਿੰਦੇ ਆ ਕਿ ਬੀਜੇਪੀ ਦੇ ਪੱਲੇ ਕੀ ਆ ਪੰਜਾਬ 'ਚ, ਤੇ ਉਹ ਅਗਲੇ ਕਹਿਣ ਕਿਆ ਪੱਲੇ ਆ, ਨਹੀਂ ਸਾਡੇ ਪੱਲੇ ਤੇ ਕੁਝ ਨਹੀਂਗਾ ਜੀ, ਆ ਕਾਗਜ਼ ਹੀ ਆ ਬਸ, ਕਾਗਜ਼ ਨਹੀਂ ਕਹਿਣਾ, ਕਾਗਜ਼ ਦਾ ਟੁਕੜਾ, ਕਾਗਜ਼ ਹੀ ਹੈ ਜੀ ਛੋਟਾ ਜਿਹਾ, ਹੈ ਨਾ। ਉਹ ਕਹਿੰਦੇ ਵੀ ਉਹ ਪੜਿਆ ਨਹੀਂ ਜਾਂਦਾ, ਕਿਸਾਨਾਂ ਕੋਲੋਂ ਅਸੀਂ ਫਿਰ ਵੱਡੇ ਵੱਡੇ ਹੋਰਡਿੰਗ ਲਵਾ ਪੜ੍ਹ ਲਓ, ਕਹਿੰਦੇ ਉੱਤੇ ਕੀ ਲਿਖਿਆ ਜੀ, ਅਸੀਂ ਤੇ ਕੁਝ ਕਹਿੰਦੇ ਨਹੀਂ, ਹੈ ਨਾ। ਮਤਲਬ ਇਹ ਕਿਸੇ ਪਾਸੇ ਵੀ ਗੱਲ ਜਾ ਸਕਦੀ, ਪਰ ਜਿਹੜੀ ਚੀਜ਼ ਉਹਨਾਂ ਨੇ ਵਿਸ਼ਾ ਉਹ ਦੂਜਾ ਚੁੱਕਿਆ, ਇਹ ਹੁਣ ਦੇ ਦੋਸ਼ ਨਹੀਂ ਹੈਗੇ, ਇਸ ਤੋਂ ਪਹਿਲਾਂ ਵੀ ਜਿੰਨੀਆਂ ਅਜੇ ਉਦੋਂ ਕਾਂਗਰਸ ਪ੍ਰਧਾਨ ਨਹੀਂ ਸੀ ਬਣੇ, ਪਾਸੇ ਪ੍ਰੈਸ ਕਾਨਫਰੰਸਾਂ ਕਰਦੇ ਸੀ ਸਿੱਧੂ ਸਾਹਿਬ, ਉਦੋਂ ਵੀ ਉਹਨਾਂ ਨੇ ਦੋਸ਼ ਲਾਏ ਸੀ ਵੀ ਯਾਰ ਅਡਾਨੀਆਂ ਨੂੰ ਤੁਸੀਂ ਸਾਰਾ ਕੁਝ ਦੇਈ ਜਾਂਦੇ ਹੋ, ਤੁਸੀਂ FCI ਦੇ ਗਡਾਊਨ ਜਿਹੜੇ ਉਹ ਅਡਾਨੀਆਂ ਨੂੰ ਦੇਈ ਜਾਂਦੇ ਹੋ। ਇਹ ਕੁੱਲ ਮਿਲਾ ਕੇ ਜੇ ਤੁਸੀਂ ਸਾਰਾ ਕੁਝ ਇਸੇ ਤਰ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਦੇਣਾ, ਜਾਂ ਮੋਦੀ ਸਰਕਾਰ ਦੀ ਇਹ ਕਹਿ ਲਓ ਕਿ ਪਾਲਿਸੀ ਹੈ ਕਿ ਵੀ ਆਪਾਂ ਹੌਲੀ ਜੀ ਪਾਸੇ ਹੋ ਜਾਣਾ ਤੇ ਆਪਣੇ ਯਾਰਾਂ ਨੂੰ ਸਾਰਾ ਕੁਝ ਦੇ ਕੇ ਤੇ ਉਦੋਂ ਬਾਅਦ ਵਿਹਲੇ ਤੂੰ ਕੌਣ ਮੈਂ ਕੌਣ, ਜੇ ਇਹ ਸਾਰਾ ਕੁਝ ਇਦਾਂ ਹੀ ਆ ਤੇ ਮੇਰੇ ਖਿਆਲ ਨਾਲ ਸਿੱਧੂ ਸਾਹਿਬ ਇਕੱਲੇ ਇਲਜ਼ਾਮ ਨਾ ਲਾਉਣ, ਸਗੋਂ ਜਿਹੜੀਆਂ ਚੀਜ਼ਾਂ ਗੱਲ ਫਿਰ ਉੱਥੇ ਆ ਜਾਂਦੀ ਵੀ ਅੱਜ ਉਹ ਦੇਣੇ ਆ, ਜਦੋਂ ਕਿਸਾਨਾਂ ਨੇ ਪੁੱਛਣਾ ਵੀ ਹਾਂਜੀ ਭਾਈ ਸਾਹਿਬ ਕੀਤਾ ਕੀ, ਤੇ ਜੇ ਸੰਵਿਧਾਨ ਇਜਾਜ਼ਤ ਦਿੰਦਾ ਰਾਜ ਸਰਕਾਰਾਂ ਨੂੰ, ਮੈਂ ਅੱਗੇ ਵੀ ਕਿਹੜਾ ਗੱਲ ਕਰਦਾ ਹੁੰਦਾ ਵੀ ਯਾਰ ਜੇ ਹਰ ਗੱਲ ਦੇ ਉੱਪਰ ਕਹਿੰਦੇ ਦਿੱਲੀ ਸਾਡੇ ਨਾਲ ਇਦਾਂ ਕਰਦੀ ਆ, ਦਿੱਲੀ ਸਾਡੇ ਨਾਲ ਇਦਾਂ ਕਰਦੇ, ਤੁਸੀਂ ਚੰਡੀਗੜ੍ਹ ਕੱਲ ਨਹੀਂ ਬੈਠੇ ਆ, ਜੇ ਦਿੱਲੀ ਨੇ ਸਾਰਾ ਕੁਝ ਕਰਨਾ, ਕੋਈ ਤੇ ਹੋਊਗਾ ਨਾ ਕੁਝ। ਜੇ ਨਿਆਣਾ ਸਕੂਲੇ ਨਹੀਂ ਚੜਦਾ ਤੇ ਨਿਆਣੇ ਕੋਲੇ 2 ਲੱਤਾਂ ਦੇ ਹੁੰਦੀਆਂ ਕਿ ਨਹੀਂ ਵਸਾਉਣ ਨੂੰ, ਮੈਂ ਨਹੀਂ ਜਾਣਾ, ਘੱਟੋ ਘੱਟ ਉਹ ਲੱਤਾਂ ਤੇ ਵਸਾਓ ਕਿਤੇ ਨਾ ਕਿਤੇ, ਲਿਟ ਤਾਂ ਸਕਦਾ ਨਾ ਬੰਦਾ, ਲਿਟੋ ਤੇ ਸਹੀ, ਬਸਤਾ ਚਲਾ ਕੇ ਮਾਰੋ ਕੋਈ ਵੀ ਮੈਂ ਨਹੀਂ ਜਾਂਦਾ ਭਾਪਾ, ਹੋਰ ਕੋਈ ਨਹੀਂ ਤੇ ਸਿਰ 'ਚ ਮਿੱਟੀ ਪਾ ਕੇ, ਹੋਰ ਨਹੀਂ ਕੋਈ ਤਾਂ ਕਈ ਵਾਰੀ ਬਟਨ ਹੀ ਤੋੜਦੇ ਨੇ, ਮੈਂ ਨਹੀਂ ਚੱਗਾ ਹੁਣ ਮਾਰ ਲਓ ਜਿਹੜੀਆਂ 2 ਕੰਨਾਂ ਤੇ ਮਾਰਨੀਆਂ, 2 ਮਾਰਨੀਆਂ ਮਾਰ ਲਓ, ਹੈ ਨਾ, ਕੁਛ ਤੇ ਕਰਕੇ ਵਿਖਾਓ। ਸੋ ਮੇਰੇ ਖਿਆਲ ਨਾਲ ਹੁਣ ਉਹ ਪ੍ਰਧਾਨ ਨੇ ਸੁੱਖ ਨਾ ਵੱਡਾ ਉਹਦਾ ਉਹਨਾਂ ਦੇ ਕੋਲ ਜ਼ਰੂਰ ਉਹ ਵਾਲਾ ਰੋਡ, ਇੱਕ ਤਾਂ ਇਹ ਹੋ ਗਿਆ ਵੀ ਆਹ ਹੋ ਰਿਹਾ, ਇੱਕ ਹੋ ਹੋਣਾ ਚਾਹੀਦਾ ਵੀ ਆਹ ਸਾਡੇ ਕੋਲੇ ਰੋਡ ਮੈਪ ਹੈ ਯਾਰ, ਵੀ ਸਾਡੇ ਕੋਲੇ ਆਹ ਤਾਕਤਾਂ ਨੇ। ਮੈਂ ਨਾ ਵੀ ਜੇ ਸਾਲ ਖੰਡ ਪੰਜਾਬ ਦੇ ਲੋਕ ਉੱਥੇ ਸੜਕਾਂ ਤੇ ਕੱਟ ਸਕਦੇ ਆ, ਕੱਲ ਨੂੰ ਇੱਕ ਸੁਹਿਰਦ ਸਿਆਸਤਦਾਨ ਕੋਈ ਵੀ ਹੋ ਸਕਦਾ, ABC ਕਿਸੇ ਵੀ ਪੋਲੀਟੀਕਲ ਪਾਰਟੀ 'ਚ ਹੋਵੇ, ਜਿਹੜਾ ਇਮਾਨਦਾਰੀ ਨਾਲ ਰੋਡ ਮੈਪ ਦਿਖਾਵੇ ਵੀ ਵੀਰ ਮੇਰੇ ਆਹ ਪੀਪਾ ਇਹਦੇ 'ਚ ਇੰਨਾ ਕੁਝ ਹੈਗਾ, ਇੰਨਾ ਕੁਝ ਆਪਾਂ ਕੱਢ ਸਕਦੇ, ਮੇਰੇ ਹੱਥ ਵਸ ਇੰਨਾ ਜੇ, ਬਸ ਮੇਰਾ ਸਾਥ ਦਿਓ ਆਪਾਂ ਕਰਦੇ ਹਾਂ, ਤੇ ਯਾਰ ਕਿਤੇ ਲੋਕ ਨਾਲ ਨਾ ਤੁਰਨਗੇ, ਨਹੀਂ ਨਾਲ ਤੁਰਨਗੇ, 100% ਤੁਰਨਗੇ ਨਾਲ, ਤਾਂ ਇਹ ਇੱਕ ਤਰੀਕਾ ਜਿਸ ਤਰੀਕੇ ਨਾਲ ਲੋਕਾਂ ਨੇ ਨਾਲ ਤੁਰਨਾ, ਹੋਰ ਸਾਰੇ ਸਿਆਸੀ ਤਰੀਕੇ ਇਸ ਵੇਲੇ ਠੁੱਸ ਨੇ, ਸਰਗਰਮੀਆਂ ਅਗਲੇ ਕਰ ਨਹੀਂ ਦਿੰਦੇ, ਲੋਕ ਜਵਾਬ ਪੁੱਛਦੇ ਆ। ਤੁਸੀਂ ਇਹ ਦੇਖੋ, ਮੈਂ ਹੈਰਾਨ ਹੁੰਦਾ ਸੀ ਕਿ ਜੇ ਨਵਜੋਤ ਸਿੰਘ ਸਿੱਧੂ ਦੇ ਦੋਸ਼ ਸੱਚ ਨੇ ਕਿ ਭਾਈ ਦਸਤਖਤ ਕੀਤੇ ਆ, ਉਹ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਉਹ ਕਹਿੰਦੇ ਹੁੰਦੇ ਕਿ ਕਮੇਟੀ ਜਿਹਦੇ ਵਿੱਚ ਇਹ ਫੈਸਲਾ ਹੋਇਆ ਸੀ, ਮੁੱਖ ਮੰਤਰੀਆਂ ਦੇ ਕੈਪਟਨ ਸਾਹਿਬ ਜਾਂਦੇ ਰਹੇ, ਮਨਪ੍ਰੀਤ ਬਾਦਲ ਜਾਂਦੇ ਰਹੇ, ਤੀਜੇ ਪਾਸੇ ਉਹ ਦੋਸ਼ ਲਾਉਂਦੇ ਆ ਜੀ ਆਮ ਆਦਮੀ ਪਾਰਟੀ ਵਾਲਿਆਂ ਨੇ ਦਿੱਲੀ 'ਚ ਇੱਕ ਨੂੰ ਲਾਗੂ ਕਰਤਾ। ਅਸੀਂ ਕਹਿੰਦੇ ਕਿ ਡਾਕੂਮੈਂਟ ਲਿਆਓ, 3 ਹੀ ਪੰਜਾਬ ਦੀਆਂ ਮੁੱਖ ਪਾਰਟੀਆਂ, ਅਸੀਂ ਬਾਕੀਆਂ ਦਾ ਵੀ ਸਤਿਕਾਰ ਕਰਦੇ ਹਾਂ, ਪਰ 3 ਜਿਹੜੀਆਂ ਵੱਡੀਆਂ ਪਾਰਟੀਆਂ, ਉਹ 3 ਪਾਰਟੀਆਂ ਤੇ ਦੋਸ਼ ਲੱਗਦੇ ਆ, ਮਾੜੇ ਮੋਟੇ ਦਸਤਾਵੇਜ਼ ਦੇ ਦਿਓ, ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਏ ਕਿ ਦੁੱਧ ਧੋਤਾ ਕੌਣ ਹੈ ਤੇ ਮਲਾਈ ਕਿਹਨੂੰ ਲੱਗੀ ਉਹ ਆ, ਕਲੀਅਰ ਹੋਣਾ ਚਾਹੀਦਾ। ਬਾਕੀ ਰਹਿੰਦੀ ਖੁੰਦੀ ਕਸਰ ਜਿਹੜੀ ਹੈ ਉਹ ਕੁਲਜੀਤ ਸਿੰਘ ਨਾਗਰਾ ਹੋਰਾਂ ਨੇ ਪੂਰੀ ਕਰ ਦਿੱਤੀ ਹੈ, ਕਿਉਂਕਿ ਇੱਕ ਤਾਂ ਉਹ ਅੱਜ ਕੱਲ੍ਹ ਕਾਰਜਕਾਰੀ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ, ਪੰਜਾਬ ਇਕਾਈ ਦੇ, ਸਿੱਧੂ ਸਾਹਿਬ ਦੇ ਨਾਲ ਨੇ, ਦੂਸਰਾ ਉਹ ਹਾਈ ਕਮਾਂਡ ਦੇ ਬਹੁਤ ਨੇੜੇ ਨੇ, ਉਹ ਟੁੱਟ ਕੇ ਪੈ ਗਏ ਆਮ ਆਦਮੀ ਪਾਰਟੀ ਨੂੰ। ਉਹ ਕਹਿੰਦੇ ਇੱਕ ਤਾਂ ਹਿਸਾਬ ਦਿਓ ਜਿਹੜਾ ਪਿਛਲੀ ਵਾਰੀ 1000 ਕਰੋੜ ਰੁਪਈਆ ਵਿਦੇਸ਼ਾਂ ਤੋਂ ਚੰਦੇ ਦੇ ਰੂਪ ਦੇ ਵਿੱਚ ਮਿਲਿਆ ਸੀ, ਖਰਚਿਆ ਕਿੱਥੇ। ਦੂਸਰਾ, ਬਹੁਤ ਦੇਰ ਦੇ ਨਾਲ ਕਿਸੇ ਵਿਰੋਧੀ ਪਾਰਟੀ ਦੇ ਲੀਡਰ ਨੂੰ ਭਗਵੰਤ ਮਾਨ ਦਾ ਹੇਜ ਆਇਆ, ਉਹ ਕਹਿੰਦੇ ਦੇਖੋ ਰਾਘਵ ਚੱਡਾ ਦਿੱਲੀ ਦਾ MLA ਬੰਦਾ ਪੰਜਾਬ ਦਾ ਹੋਊਗਾ ਸਹਾਇਕ ਇੰਚਾਰਜ, ਪੰਜਾਬ 'ਚ ਐ ਘੁੰਮਦੇ ਫਿਰਦੇ ਜਿੱਦਾਂ ਪੰਜਾਬ ਦੇ ਸੰਭਾਵੀ ਮੁੱਖ ਮੰਤਰੀ ਹੋਣ, ਕੋਈ ਵੀ ਗੱਲ ਕਰਨੀ ਹੋਵੇ ਰਾਘਵ ਚੱਡਾ ਪ੍ਰੈਸ ਕਾਨਫਰੰਸ ਕਰਨਗੇ। ਉਹ ਕਹਿੰਦੇ ਦੇਖੋ ਸੇਵਾ ਸਿੰਘ ਸੇਖਵਾ ਨੂੰ ਪਾਰਟੀ ਸ਼ਾਮਲ ਕਰਨਾ ਸੀ, ਭਗਵੰਤ ਮਾਨ ਨੂੰ ਐ ਪਿੱਛੇ ਕੀਤਾ, 1 ਮਿੰਟ ਬੋਲਣ ਤੱਕ ਨਹੀਂ ਦਿੱਤਾ, ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਨੇ ਬੋਲਣ ਨੂੰ ਰੋਕ ਦਿੱਤਾ। ਸਾਨੂੰ ਨਹੀਂ ਪਤਾ ਕਿ ਕੁਲਜੀਤ ਸਿੰਘ ਨਾਗਰਾ ਹੋਰਾਂ ਨੂੰ ਕਿਹਨੇ ਦੱਸਿਆ, ਪਰ ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਜੀ ਦੇਖੋ ਉਹਨਾਂ ਦਾ ਮੁਖੀਆ ਜਿਹੜਾ ਵਿਪਾਸਨਾ 'ਚ ਗਿਆ, ਪੰਜਾਬ ਦਾ ਮੁਖੀਆ ਜਿਹੜਾ ਚੁੱਪ ਬੈਠਾ ਹੈ, ਦਿੱਲੀ ਵਾਲੇ ਬੰਦੇ ਪੰਜਾਬ ਦੇ ਉੱਤੇ ਫੇਰ ਆਮ ਆਦਮੀ ਪਾਰਟੀ ਤੇ ਕੰਟਰੋਲ ਕਰਨ ਨੂੰ ਫਿਰਦੇ ਆ। ਉਹ ਕਹਿੰਦੇ ਹੋਣੇ ਆ ਮਾੜਾ ਜਿਹਾ ਖਲਾਰਾ ਤਾਂ ਪਿਆ, ਥੋੜਾ ਜਿਹਾ ਦਾਇਰਾ ਹੋਰ ਵਧਾਓ। ਨਹੀਂ ਉਹ ਗੱਲ ਠੀਕ ਹੈ, ਦੇਖੋ ਪਹਿਲੀ ਗੱਲ ਤੇ ਇਹ ਵੀ ਵਿਪਾਸਨਾ ਤੋਂ ਆ ਗਏ ਨੇ ਵਾਪਸ, ਉਹਨਾਂ ਨੇ ਸ਼ਬਦ ਲਿਖਿਆ ਰੀਜੂਵੀਨੇਟ, ਇਹ ਕੇਜਰੀਵਾਲ ਸਾਹਿਬ ਨੇ ਟਵੀਟ ਕੀਤਾ, ਪੰਜਾਬੀ ਸਮਝਾਣਾ ਨਹੀਂ ਮੈਨੂੰ ਆਪ ਨਹੀਂ ਆਈ ਨਾ, ਮੈਂ ਉਦਾਂ ਹੀ ਤਦੇ ਕਾਪੀ ਪੇਸਟ ਹੀ ਕਰਦਾ ਕੰਮ, ਕਹਿੰਦੇ ਮੈਂ ਰੀਜੂਵੀਨੇਟ ਮਹਿਸੂਸ ਕਰ ਰਿਹਾ। ਹੁਣ ਚਲੋ ਰੀਜੂਵੀਨੇਟ ਹੋ ਕੇ 10 ਦਿਨ ਵਿਪਾਸਨਾ ਤੋਂ ਕੇਜਰੀਵਾਲ ਸਾਹਿਬ ਆਏ ਤੇ ਦਿੱਲੀ ਉਹ ਜਦੋਂ ਪਹੁੰਚੇ ਆ, ਕਾਫੀ ਸਾਰੇ ਬੰਦੇ ਪਹੁੰਚੇ। ਇਹ ਹੁਣ ਤੱਕ ਦੀਆਂ ਕਨਸੂਆਂ ਇਹ ਨੇ ਕਿ ਵੀ ਭਗਵੰਤ ਮਾਨ ਸਾਹਿਬ ਵੀ ਗਏ, ਮੀਟਿੰਗ ਵੀ ਚੱਲੀ,
ਹੁਣ ਉੱਥੋਂ ਕਨਸੂਆਂ ਇਹ ਸੀਗੀਆਂ ਵੀ ਸ਼ਾਇਦ ਐਤਕੀ ਭਾਈ ਸਾਹਿਬ ਉਹ ਫਿਰ ਮੋਹਰ ਲਵਾਈ ਕਿ ਆਉਣ ਵੀ ਵੀਰ ਠੀਕ ਆ ਯਾਰ, ਫਿਰ ਫਲਾਨਾ ਬੰਦਾ ਮੁੱਖ ਮੰਤਰੀ। ਪਰ ਨਾਲ ਹੁਣ ਚਰਚਾ ਇਹ ਵੀ ਚੱਲ ਵੀ ਭਗਵੰਤ ਮਾਨ ਸਾਹਿਬ ਸਿੱਧੇ ਹੋ ਗਏ ਆ, ਉਹ ਕਹਿੰਦੇ ਤੁਸੀਂ ਕਮਾਲ ਕਰਦੇ ਹੋ, ਸਾਡੀ ਪਾਰਟੀ ਕੁਛ ਵੀ ਵੱਖੋ ਵੱਖ ਨਹੀਂ ਹੈਗਾ, ਪਏ ਇਕੱਠੇ ਅਸੀਂ। ਕਹਿੰਦੇ ਮੈਨੂੰ ਸਮਝ ਨਹੀਂ ਆਉਂਦੀ ਵੀ ਚਲੋ ਸਾਡੇ ਦੁਆਲੇ ਵੀ ਮੁੱਖ ਮੰਤਰੀ ਦਾ ਚਿਹਰਾ ਕਿਹੜਾ, ਮੁੱਖ ਮੰਤਰੀ ਦਾ ਚਿਹਰਾ ਕਿਹੜਾ। ਕਹਿੰਦੇ ਬਾਕੀਆਂ ਦੱਸਤਾ, ਅਕਾਲੀ ਦਲ ਦਾ ਤਾਂ ਚਲੋ ਮੰਨ ਲਿਆ ਨਾ, ਕਹਿੰਦੇ ਵੀ ਪਾਰਟੀ ਟੱਬਰ ਦੀ ਹੈ, ਵੀ ਠੀਕ ਹੈ ਟੱਬਰ 'ਚ ਜਿਹਨੂੰ ਮਰਜ਼ੀ ਬਣਾ ਦਿਓਗੇ। ਕਹਿੰਦੇ ਵੀ ਕਾਂਗਰਸ ਪਾਰਟੀ ਦੱਸੇ ਪਹਿਲਾਂ ਵੀ ਕੈਪਟਨ ਸਾਹਿਬ ਮੁੱਖ ਮੰਤਰੀ ਕਿ ਸਿੱਧੂ ਸਾਹਿਬ ਮੁੱਖ ਮੰਤਰੀ ਕਿ ਕੋਈ ਹੋਰ ਮੁੱਖ ਮੰਤਰੀ। ਦੂਜੇ ਪਾਸੇ ਬੀਜੇਪੀ ਵਾਲੇ ਕਹਿੰਦੇ ਵੀ ਕਦੀ ਦੂਜੇ ਦਿਨ ਬਿਆਨ ਦਿੰਦੇ ਫਲਾਨਾ ਚਿਹਰਾ ਬਣਾਵਾਂਗੇ, ਫਲਾਨਾ ਚਿਹਰਾ ਬਣਾਵਾਂਗੇ। ਦੱਸੋ ਤੁਸੀਂ ਕਿਹੜਾ ਚਿਹਰਾ? ਵੀ ਸਾਡੇ ਕੋਲੋਂ ਪੁੱਛ ਜਾਂਦੇ ਹੋ, ਪਹਿਲਾਂ ਤੁਸੀਂ ਆਪਣੇ ਚਿਹਰੇ ਸਾਰਿਆਂ ਨੇ ਕਲੀਅਰ ਕਰਤੇ ਆ। ਹੁਣ ਜੇ ਭਗਵੰਤ ਮਾਨ ਸਾਹਿਬ ਆਏ ਆ, ਜੇ ਬਿਆਨ ਇਸੇ ਤਰ੍ਹਾਂ ਹੀ ਹੈ, ਜੇ ਕੇਜਰੀਵਾਲ ਸਾਹਿਬ ਗਏ ਆ ਉਹ ਤੋਂ ਬਾਅਦ ਮੀਟਿੰਗ ਚੱਲੀ ਆ, ਇਹਦਾ ਮਤਲਬ ਐਲਾਨ ਭਾਵੇਂ ਨਹੀਂ ਹੋਇਆ, ਹੋ ਸਕਦਾ ਰੀਜੂविनेट हो के केजरीवाल साहब ने जफ्फी पा ली होगी, नहीं भगवंत तुम ही हो, बस ऐसे मत सोचो यार, ऐसे कैसे यार, तुम नहीं तो क्या, आप ही चुनाव जीते हो, हाँ। लोकसभा में हमारी आवाज हो, आप तो देश भर के मुद्दे उठाते हो, आपने दिल्ली का ये मुद्दा उठाया। मुझे तो तारीख भी याद है, ऐसी बात नहीं। भगवान चलते हैं, साथ में चलते हैं। अभी 1-2 दिन में प्रोग्राम बनाते हैं, मैं इधर से चलूंगा, नहीं तो इकट्ठे चलते हैं, आप एक दिन रुकना। और भगवंत मान साहब नहीं, मैं तक किसाना दी चंडीगढ़ मीटिंग से, ठीक है मैं चंडीगढ़ आऊंगा, चंडीगढ़ सीधा अमृतसर चलेंगे, वहां जाके ऐलान करेंगे, माथा टेकेंगे साथ में। हो सकता है आप नहीं कहते भी इदा, पर जे ये इदा ही आ तो मेरे ख्याल नाल एक बार दोबारा आने वाले दिनों दे विच होर कुछ होवे ना होवे, हाँ सियासी एक दूजे दे दूषणबाजी बयानो बयानी तो होगा काम। देखो भगवंत मान होना ने जिहड़ी गल कही ना कि भाई बाकियां ने कढ़ा लान दिता, एक गल तां क्लीयर है कि जदों दे ओह विपासना च गए सी केजरीवाल साहब, ਉਹਦੇ ਤੋਂ ਬਾਅਦ ਪਹਿਲਾਂ ਭਗਵੰਤ ਮਾਨ ਚੁੱਪ ਸਨ ਤੇ ਅੱਜ ਤੱਕ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਕੁਝ ਨਹੀਂ ਕਿਹਾ, ਇੱਕ ਛੋਟਾ ਜਿਹਾ ਸ਼ਬਦ ਵੀ ਨਾ ਕਿਸੇ ਹੋਰ ਲੀਡਰ ਨੇ ਕਿਹਾ ਕਿ ਭਗਵੰਤ ਮਾਨ ਕੋਈ ਮਾੜੇ ਨੇ ਜਾਂ ਚੰਗੇ ਨੇ ਉਹਨਾਂ ਦੀ ਪਾਰਟੀ ਦੇ। पर जदों 10वें दिन केजरीवाल साहब आए होने, वो कहते होने कि लियाओ जरूरी काम कुछ निपटाते हैं, क्या चल रहा है सरकार का, सिसोदिया जी कुछ अच्छा हुआ बुरा हुआ बताइए। वो कहते हैं ठीक चल रहा है, आप ठीक सिस्टम देख के गए हो। अच्छा पार्टी का कैसे चल रहा है, वो चुनाव कहाँ है, यूपी में है, पंजाब में, अच्छा पहले पंजाब ही देखते हैं, काम निपटाते हैं। वो फिर किसी ने फेसबुक खोल देती होनी भगवंत मान साहब दी, अच्छा मैं गया था दूसरे दिन इतने वॉलंटियर मिलने आए, रोज आते हैं, अच्छा इकट्ठ बढ़ता गया है, अच्छा वो सेल्फी लेते हैं, क्या बोलते हैं, वो बोलते हैं भगवंत को सीएम का चेहरे का ऐलान करो। अच्छा ये लास्ट क्या, ये उन्होंने भगवंत जी ने लिखा है कि मेरी कुछ लोकसभा सदस्य होने के नाते बैठकें हैं, मीटिंग्स है, मैं दिल्ली जा रहा हूं, जब मैंने वापस आना होगा तो मैं सदस्यों को बताऊंगा, फिर आप मेरे घर मिलने आना, अभी लंगर का भी प्रोग्राम चल रहा है, चाय का भी प्रोग्राम चल रहा है। अच्छा वर्कर ये मानते हैं भगवंत को बुलाना है, कोई बात नहीं बुलाइए भगवंत को, मीटिंग करते हैं, चाय बनाइए अच्छी सी, वो कम चीनी वाली पीते हैं, कम हो गया। देखो इदा होया वो तां ही है ना, ये दसो क्याफे ने, वो अं नहीं कहते भी इदा होया, पर ये क्याफे ने, पर ये सारे क्याफे मेरे ख्याल नाल लाने पैने आ, क्योंकि कारण ये आ भी जिस हिसाब नाल ये हुण हवा जी बन लग पई सी। हुण आपां अगे भी कई बार कह चुके हैं भी देखो एक तो हो गए सलाहकार जी, एक हो गए भी आसे पासे माहौल की है ਉਹਦੇ ਬਾਰੇ ਜ਼ਰੂਰ ਹੋਣਾ ਚਾਹੀਦਾ। ਇੱਕ ਤਾਂ ਨਾ ਵੀ ਹਾਂਜੀ ਵੀ ਯਾਰ ਫਲਾਣੇ ਭਲਵਾਨ ਦਾ ਭਾਈ ਸਾਹਿਬ ਜੁੱਸਾ ਕਿਤੇ ਗੁੱਬਾ ਜੇ ਕਿਤੇ ਇੱਕ ਨਾ ਧੌਲ ਮਾਰੇ ਨਾ ਅਗਲਾ ਨਹੀਂ ਉੱਠਦਾ। ਇੱਕ ਤੇ ਹੁੰਦੀ ਇਹ ਗੱਲ ਜੀ, ਇੱਕ ਹੁੰਦਾ ਵੀ ਉਹ ਭਲਵਾਨ ਨੂੰ ਲੱਗਦਾ ਹੁੰਦਾ ਵੀ ਮੇਰਾ ਜੁੱਸਾ ਬੜਾ, ਮੈਂ ਵੇਖੀ ਕਿਦਾਂ ਵੱਟ ਕੱਢ ਦਿੰਦੇ, ਤੇ ਆਸੇ ਪਾਸੇ ਖਾੜੇ ਦੇ ਖਲੋਤੇ ਲੋਕੀ ਪਤਾ ਕਰ ਦਿੰਦੇ ਓਏ ਗੋਲੀ ਗੱਟਾ ਖਾਣ ਦਾ ਕੁਛ ਨਹੀਂ ਬਣਨਾ ਇਹਦੇ ਕੋਲ, ਹੈ ਨਾ। ਹੁਣ ਜੇ ਤੇ ਉਹ ਪ੍ਰਭਾਵ ਉਸੇ ਤਰ੍ਹਾਂ ਦਾ ਰਵੇ ਤੇ ਫਿਰ ਇਹਦਾ ਮਤਲਬ ਵੀ ਉਹ ਪ੍ਰਭਾਵ ਕਿਸੇ ਵੇਲੇ ਲੈ ਪੈਂਦਾ ਹੁੰਦਾ। ਹੁਣ ਜੇ ਆਪਾਂ ਪਿਛਲੇ ਦਿਨਾਂ ਦੀ ਗੱਲ ਕਰੀਏ ਤੇ ਅਖਬਾਰਾਂ 'ਚ ਇੱਕ ਨਾਂ ਸੰਜੇ ਸਿੰਘ ਕਿੰਨਾ ਹੋਇਆ। ਹੁਣ ਸੰਜੇ ਸਿੰਘ ਹੋਰਾਂ ਦਾ ਜਿਹੜਾ ਪੇਚਾ ਮਜੀਠੀਆ ਸਾਹਿਬ ਨਾਲ ਪਿਆ ਤੇ ਉਹ ਜਿਹੜਾ ਕੇਸ ਕਹਿੰਦੇ ਕੋਈ ਕਹਿੰਦਾ 70 ਤਰੀਕਾਂ ਪੈ ਗਈਆਂ, ਕੋਈ ਕਹਿੰਦਾ 71 ਪੈ ਗਈਆਂ, ਉਹ ਹੁਣ ਜਿੱਥੇ ਜਾ ਕੇ ਕੰਮ ਨਿਬੜ ਗਿਆ ਇਸ ਮਹੀਨੇ ਦੇ ਵਿੱਚ ਅਗਲੀ ਤਰੀਕ ਵੀ ਪੈ ਗਈ। ਹੁਣ ਉਹ ਕਿਸੇ ਨਾ ਕਿਸੇ ਪਾਸੇ ਗੱਲ ਲੱਗ ਜਾਣੀ ਹੈ। ਹੁਣ ਜੇ ਬਿਲਕੁਲ 2016 ਵਾਲੀ ਇਲੈਕਸ਼ਨ ਤੋਂ ਪਹਿਲਾਂ ਵਾਲੀ ਟਸਲ ਫਿਰ ਉੱਥੇ ਆਣ ਕੇ ਬਣ ਗਈ ਐਂਡ ਉਹਦੇ ਵਿੱਚ ਚਿਹਰੇ ਉਹੀ ਸੰਜੇ ਸਿੰਘ, ਰਾਘਵ ਚੱਡਾ ਦਾ ਨਾਂ ਤੁਸੀਂ ਲੈ ਹਟੇ ਹੋ, ਇੱਕ ਦੋ ਬੰਦੇ ਹੋਰ, ਉਹ ਫਿਰ ਜਦੋਂ ਘੁੰਮ ਘੁਮਾ ਕੇ ਦਿੱਲੀ ਵਾਲੇ ਪਾਸੇ ਜਾਣਗੇ ਤੇ ਵਿਰੋਧੀਆਂ ਨੂੰ ਕਹਿਣ ਦੀ ਲੋੜ ਹੀ ਕੀ ਹੈ। ਹੋਰ ਉਹਨਾਂ ਨੇ ਤਾਂ ਬਸ ਉਹ ਕਹਿਣਾ ਉਹ ਨਹੀਂ ਯਾਰ ਸਾਡੇ ਮੂੰਹ ਨਾ ਕਢਾਓ, ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਦਿੱਲੀ ਵਾਲੇ ਇੰਨੀ ਗੱਲ ਕਰਕੇ ਨਿਕਲ ਜਾਣਾ, ਕੁਝ ਕਹਿਣ ਦੀ ਵੀ ਲੋੜ ਨਹੀਂ, ਐਕਸਪਲੇਨ ਕਰਨ ਦੀ ਵੀ ਲੋੜ ਨਹੀਂ। ਉਸ ਟੈਗ ਤੋਂ ਬਚਣਾ ਪਊਗਾ, ਜੇ ਉਸ ਟੈਗ ਤੋਂ ਨਾ ਬਚੇ ਤਾਂ ਫਿਰ ਨੁਕਸਾਨ ਕਰਾ ਲੈਣਗੇ। ਬਾਕੀ ਉਮੀਦ ਹੈ ਕਿ ਐਤਵਾਰ ਤੋਂ ਪਹਿਲਾਂ ਆਮ ਆਦਮੀ ਪਾਰਟੀ ਕੁਛ ਨਾ ਕੁਛ ਕੱਛ ਚੋਂ ਮੂੰਗਲੀ ਕੱਢ ਦੂ, ਕਲੀਅਰ ਹੋ ਜੂ, ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਚਿੱਤੀ ਹੈ ਕਲੀਅਰ ਹੋ ਜੂ। ਆਪਾਂ ਕਰਨਾਲ ਜਾਣਾ, ਚਲੇ ਚੱਲਦੇ ਹਾਂ। ਕਰਨਾਲ ਮੋਰਚਾ ਲੱਗਾ ਕਿਸਾਨਾਂ ਦਾ, ਪਿਛਲੇ ਕਈ ਘੰਟਿਆਂ ਤੋਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੋਈ ਨਹੀਂ ਹੋਈ। ਡਾਕਟਰ ਸਵੈਮਾਨ ਹੋਰੀ ਦਿੱਲੀੋਂ ਜਾ ਕੇ ਉੱਥੇ ਪੋਰਟੇਬਲ ਵਾਸ਼ਰੂਮ ਤੇ ਹੋਰ ਕਮਰਿਆਂ ਦਾ ਪ੍ਰਬੰਧ ਕਰ ਰਹੇ ਆ ਆਰਜੀ ਤੌਰ ਤੇ, ਤਾਂ ਜੋ ਰਾਸ਼ਨ ਵਗੈਰਾ ਉੱਥੇ ਰੱਖਿਆ ਜਾ ਸਕੇ। ਇੱਕ ਮੰਦਿਰ ਦੀ ਕਮੇਟੀ ਹੈ, ਉਹਨਾਂ ਨੇ ਉੱਥੇ ਫਿਰ ਕੜੀ ਚੌਲ ਦਾ ਲੰਗਰ ਲਾਤਾ।
2 ਗੁਰੂ ਘਰਾਂ ਤੋਂ ਸੰਗਤ ਲੰਗਰ ਲੈ ਕੇ ਆਈ ਹੈ। ਅਗਲਿਆਂ ਨੇ ਹਰਿਆਣਾ ਦੇ ਬਹੁਤ ਸਾਰੇ ਲੋਕ ਜਿਹੜੇ ਉੱਥੇ ਦੇਖੇ, ਝੋਲੀਆਂ ਹੁੰਦੀਆਂ ਸੀ ਨਾ ਅੱਗੇ, ਝੋਲੀ ਦੇ ਵਿੱਚ ਪ੍ਰਸ਼ਾਦੇ ਪਾਉਂਦੇ, ਹੁਣ ਤਾਂ ਚਲੋ ਟੋਕਰੇ ਆ ਗਏ ਜਾਂ ਥਾਲਾਂ 'ਚ ਵਰਤਾਉਂਦੇ ਆ। ਅੱਗੇ ਹੁੰਦਾ ਸੀ ਕਿ ਉਹ ਝੋਲੀ ਬਣਾਈ ਹੈ, ਇੱਥੇ ਰੱਖੀ ਹੈ, ਉਹਦੇ ਵਿੱਚੋਂ ਪ੍ਰਸ਼ਾਦੇ ਕੱਢ ਵੰਡਦੇ ਹੁੰਦੇ ਸੀ। ਤੇ ਐਤਕੀ ਜਦੋਂ ਝੋਲੀ ਦੇ ਵਿੱਚੋਂ ਹੱਥ ਕੱਢਦੇ ਪ੍ਰਸ਼ਾਦਾ ਨਹੀਂ, ਬਦਾਮ ਨਿਕਲਦੇ ਸੀ, ਉੱਥੇ ਬਦਾਮ ਕਰੀ ਜਾਂਦੇ ਆ। ਮੈਂ ਤਾਂ ਕਹਿੰਦਾ ਕਿ ਪ੍ਰਸ਼ਾਸਨ ਦਾ ਵੀ ਧੰਨਵਾਦ ਤੇ ਕਿਸਾਨਾਂ ਦਾ ਵੀ। ਪਿਛਲੇ 2 ਦਿਨਾਂ ਤੋਂ ਕੋਈ ਤਣਾਅ ਨਹੀਂ, ਕੋਈ ਗਾਲੀ ਗਲੋਚ ਨਹੀਂ, ਕਿਸੇ ਤਰ੍ਹਾਂ ਦੀ ਤਾਕਤ ਦੀ ਵਰਤੋਂ ਨਹੀਂ। ਉਧਰ ਪੈਰਾਮਿਲਟਰੀ ਫੋਰਸ ਵਾਲੇ ਵੀ ਬੈਠੇ ਨੇ, ਖੜੇ ਨੇ, ਇਧਰਲੇ ਪਾਸੇ ਕਿਸਾਨ ਵੀ ਨੇ। ਇਕੱਠ ਵਧੀ ਜਾਂਦਾ ਹੈ, ਪਰ ਪ੍ਰਸ਼ਾਸਨ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਅਜੇ ਤੱਕ ਅੱਗੇ ਨਹੀਂ ਤੁਰ ਸਕੀ। ਤੇ ਜਿਹੜੇ ਐਸਡੀਐਮ ਦੇ ਉੱਤੇ ਕਾਰਵਾਈ ਦੀ ਗੱਲ ਹੈ, ਅਨਿਲ ਵਿਜ ਗ੍ਰਹਿ ਮੰਤਰੀ ਨੇ ਹਰਿਆਣੇ ਦੇ, ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ, ਉਹ ਕਹਿੰਦੇ ਜੀ ਪਹਿਲੀ ਗੱਲ ਅਸੀਂ ਜਾਂਚ ਕਰਾਉਣ ਨੂੰ ਤਿਆਰ ਹਾਂ, ਜਿਹਦਾ ਕਸੂਰ ਨਿਕਲੂਗਾ ਸਜ਼ਾ ਉਹਨੂੰ ਮਿਲੂ। ਇਦਾਂ ਥੋੜੀ ਆ ਸਾਨੂੰ 4 ਬੰਦੇ ਆਣ ਕੇ ਕਹਿਣਗੇ ਫਲਾਣੇ ਬੰਦੇ ਨੂੰ ਸਜ਼ਾ ਦੇ ਦਿਓ, ਅਸੀਂ ਇਦਾਂ ਨਹੀਂ ਦੇ ਸਕਦੇ। ਤੇ ਉਧਰਲੇ ਪਾਸੇ ਖੇਤੀਬਾੜੀ ਮੰਤਰੀ ਹਰਿਆਣਾ ਜੇਪੀ ਦਲਾਲ, ਉਹ ਕਹਿੰਦੇ 12 ਰੁਪਏ ਗੰਨੇ ਦਾ ਭਾਅ ਵਧਾਇਆ ਹੀ, 62 ਕਰਤਾ, 62, 362, ਦੇਸ਼ ਸਭ ਤੋਂ ਵੱਧ ਹੈ। ਜੇ ਕੈਪਟਨ ਅਮਰਿੰਦਰ ਸਿੰਘ ਦਾ ਮੂੰਹ ਮਿੱਠਾ ਕਰਾ ਸਕਦਾ ਲੱਡੂ, ਤਾਂ ਫਿਰ ਕਹਿੰਦੇ ਖੱਟਰ ਸਾਹਿਬ ਦਾ ਬਣਦਾ ਸੀ। ਕਿਸਾਨਾਂ ਨੂੰ ਬੇਨਤੀ ਕਰਦੇ ਇੱਧਰ ਵੀ ਆਓ। ਨਹੀਂ, ਇਹ 62 ਕੀਤਾ ਕਿ 70 ਕੀਤਾ? ਨਹੀਂ, ਮੈਨੂੰ ਐ ਕਿਉਂਕਿ ਚਿੱਤੀ ਹੈ, ਪਹਿਲਾਂ 58 ਸੀ ਨਾ, ਉਹ 70 ਹੋ ਸਕਦਾ ਸੀ, ਪਰ ਕਈ ਪਾਸੇ ਲੱਗਦਾ ਕਿ 50 ਤੇ 12 62 ਹੋਇਆ, ਜਾਨੀ ਪੰਜਾਬ ਤੋਂ ਵਧਾਤਾ ਹੀ ਕੁੱਲ ਮਿਲਾ ਕੇ। ਇਹ ਚਲੋ ਇਹ ਤਾਂ ਹੁਣ ਗੱਲ ਕਲੀਅਰ ਹੋ ਜਾਣੀ ਆਉਣ ਵਾਲੇ ਦਿਨਾਂ ਦੇ ਵਿੱਚ। ਪਰ ਹਾਂ, ਜਿਸ ਹਿਸਾਬ ਨਾਲ ਮੇਰੇ ਖਿਆਲ ਨਾਲ ਵਿਜ ਸਾਹਿਬ ਬੋਲੇ ਆ, ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਇੱਕ ਚੀਜ਼ ਦੀ ਤੇ ਕਿਤੇ ਨਾ ਕਿਤੇ ਤਲਖੀ ਜਾਪਦੀ ਸੀ ਵੀ ਯਾਰ ਇਹ ਸਿਆਪਾ ਜਿਹਾ ਵਾਹਵਾ ਦਿੱਲੀ ਨੂੰ ਪਿਆ ਸੀਗਾ, ਇਧਰ ਮਗਰ ਰੌਲਾ ਰੱਪਾ ਜਿਹਾ ਬਣਿਆ ਸੀ, ਸੀਨ ਫਿੱਟ ਸੀ ਵੀ ਯਾਰ ਇਹ ਖੱਟਰ ਸਾਹਿਬ ਸੇ ਕੁਝ ਸੈੱਟ ਆ ਨਹੀਂ ਰਹਾ ਹੈ। ਕਿਉਂਕਿ ਇਹ ਵੀ ਤੇ ਗੱਲ ਹੈਗੀ ਨਾ ਵੀ ਇੱਕ ਕੁੜਤੀ ਉਹਨਾਂ ਨੇ ਵੀ ਸਵਾ ਕੇ ਰੱਖੀ ਸੀ ਮੁੱਖ ਮੰਤਰੀ ਵਾਲੀ, ਹਨਾ। ਤੇ ਜਿੱਦਣ ਕਹਿੰਦੇ ਪਾ ਕੇ ਬਹਿਣਾ ਸੀ, ਉਦੋਂ ਖੱਟਰ ਸਾਹਿਬ ਦਾ ਨਾਂ ਅਨਾਉਂਸ ਹੋ ਗਿਆ ਸੀ। ਉਹ ਹੁਣ ਅਸੀਂ ਨਹੀਂ ਆਂਦੇ ਵੀ ਉਹਨਾਂ ਦੇ ਮਨ 'ਚ ਹੈ ਕਿ ਨਹੀਂ ਹੈ, ਪਰ ਜਦੋਂ ਕਿਤੇ ਘਰੇ ਜਾਂਦੇ ਹੋਣਗੇ, ਕਿਤੇ ਇਧਰੋਂ ਉਧਰੋਂ ਕਿਤੇ ਅਲਮਾਰੀ ਖੋਲਦੇ ਆ, ਫਿਰ ਕਿਤੇ ਧਿਆਨ ਪੈ ਜਾਂਦਾ ਯਾਰ ਇਹ ਕੁੜਤੀ ਇਹੋ ਜੀ ਮੁੱਖ ਮੰਤਰੀ ਆ ਹੁੰਦੀ ਆ ਬੰਦੇ ਦੇ ਮਨ 'ਚ। ਮਨ 'ਚ ਹੁੰਦੀ ਹੋ ਸਕਦਾ, ਕਿਉਂਕਿ ਜਿਹੜੇ ਕਰਨਾਲ ਦੇ ਵਿੱਚ ਧਰਨਾ ਲੱਗਾ, ਮੁੱਖ ਮੰਤਰੀ ਸਾਹਿਬ ਦਾ ਆਪਦਾ ਹਲਕਾ ਵੀ ਆ, ਵੀ ਕਹਿੰਦੇ ਨੇ 4 ਦਿਨ ਲੱਗਾ ਹੀ ਰਹਿਣ ਦੋ ਫਿਰ। ਹਾਂ, ਵੀ ਇਹ ਛੇਤੀ ਨਿਬੜਨਾ ਨਹੀਂ ਚਾਹੀਦਾ। ਜਦੋਂ ਕੱਲ ਨੂੰ ਉੱਪਰੋਂ ਕਿਤੇ ਰੌਲਾ ਰੱਪਾ ਪਵੇ ਤੇ ਉਹ ਕਹਿੰਦੇ ਵੀ ਕਰਨਾਲ में क्या स्थिति है। देखिए जी, बीजेपी की वैसे तो स्थिति ठीक है, लेकिन करनाल से तो खट्टर साहब नहीं जीत पाएंगे। कुछ भी चर्चा हो सकती है। ਅਸੀਂ ਨਹੀਂ ਕਹਿੰਦੇ ਵੀ ਉਹਨਾਂ ਦੀ ਆਪਣੀ ਪਾਰਟੀ ਆ, ਆਪਣੇ ਮੁੱਖ ਮੰਤਰੀ ਬਾਰੇ ਉਹ ਇਦਾਂ ਸੋਚਦੇ ਹੋਣਗੇ, ਪਰ ਦੇਖੋ ਰਾਜਨੀਤੀ ਹੈ, ਰਾਜਨੀਤੀ ਤੇ ਉਹ ਕਹਿੰਦੇ ਹੁੰਦੇ ਭਾਈ ਸਾਹਿਬ ਮਤਲਬ ਸਗੇ ਪਿਓ ਨੂੰ ਕਿਸੇ ਵੇਲੇ ਪਿਓ ਨਹੀਂ ਕਹਿੰਦੀ। ਬਾਕੀ ਸੰਧਾਲੀਆ ਸਾਹਿਬ, ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਭਾਸ਼ਾ ਆਪਣੀ ਸੱਭਿਅਕ ਰੱਖਣ, ਹਿੰਸਾ ਤੋਂ ਬਚ ਕੇ ਰਹਿਣ, ਇਹਦਾ ਸਮਾਂ ਜਿਹੜਾ ਉਹ ਛੇਤੀ ਤੋਂ ਛੇਤੀ ਨਿਬੇੜੇ ਵਾਲੇ ਪਾਸੇ ਨੂੰ ਆਵੇ। ਤੇ ਨਾਲ ਦੀ ਨਾਲ ਅੱਜ ਦੀ ਮੀਟਿੰਗ ਤੇ ਫਿਰ ਆਪਾਂ ਆਉਨੇ ਆ ਕਿ ਅੱਜ ਪੰਜਾਬ 'ਚ ਪਹਿਲੀ ਵਾਰ ਹੈ ਕਿ ਸਿਆਸੀ ਪਾਰਟੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਸਾਹਮਣੇ ਜਾ ਕੇ ਜਵਾਬ ਦੇਣਗੀਆਂ, ਪਰ ਕੀ ਕਿਸਾਨਾਂ ਦੀ ਗੱਲ ਦੇ ਉੱਤੇ ਪਹਿਰਾ ਵੀ ਦੇਣਗੀਆਂ, ਆਪਾਂ ਕੱਲ ਦੇ ਪ੍ਰੋਗਰਾਮ ਚਰਚਾ ਕਰਾਂਗੇ। ਬਿਲਕੁਲ, ਇਹ ਬੜਾ ਜ਼ਰੂਰੀ ਹੈ ਜੀ। ਅਸੀਂ ਬੇਨਤੀ ਜ਼ਰੂਰ ਕਰਾਂਗੇ ਵੀ ਗੱਲ ਇੱਥੇ ਆ ਕੇ ਨਿਬੜੇ ਵੀ ਰਾਜ ਸਰਕਾਰ ਜਿਹੜੀ ਆ ਉਹਦੇ ਕੋਲੇ ਕਿੰਨਾ ਕੁਛ ਹੈ ਤੇ ਉਹਨਾਂ ਨੇ ਆਪਣੇ ਤੌਰ ਤੇ ਕੀਤਾ ਕੀ, ਤੇ ਜੇ ਗਾਂਹ ਬਣਦੀ ਹੈ ਤੇ ਉਹ ਕਰਨਗੇ। ਨਹੀਂ, ਅੱਜ ਦੇਖਿਓ ਤੁਸੀਂ ਫੈਸਲਾ ਹੋ ਜਾਣਾ, ਕਹਿਣਾ ਅਸੀਂ ਡਿਬੇਟ ਕਰਨੀ ਹੈ, ਚਰਚਾ ਕਰਨੀ ਹੈ, ਉਹਦੇ ਆਧਾਰ ਦੇ ਉੱਤੇ ਲੋਕੋ ਵੋਟਾਂ ਪਾਇਓ, ਰੈਲੀਆਂ ਲੈ ਕੇ ਅਸੀਂ ਆਉਣਾ ਹੀ ਨਹੀਂ, ਤੁਹਾਡੇ ਕੋਲ ਰੋਡ ਸ਼ੋਅ ਕਰਨੇ ਨਹੀਂ। ਦੇਖਿਓ ਪੰਜਾਬ ਦੇ ਲੀਡਰਾਂ ਦੇ ਉੱਤੇ ਮਾਣ ਹੈ, ਤੋੜਨਗੇ ਨਹੀਂ। ਕੋਈ ਨਹੀਂ, ਤੁਹਾਨੂੰ ਚਾਹ ਪਿਆਉਣੀ। ਚਲਿਏ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰਦੇ ਹੋਵੋਗੇ। ਜੇ ਪਸੰਦ ਕਰਦੇ ਹੋ ਤੇ ਇੱਕ ਤਾਂ ਲਾਈਕ ਜ਼ਰੂਰ ਕਰਦਿਆ ਕਰੋ, ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।